ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਸਤਸੰਗ ਸ਼ੁਰੂ ਕਰੀਏ। ਉਸ ਤੋਂ ਪਹਿਲਾਂ ਅੱਜ ਜਿੰਨੇ ਵੀ ਮੈਂਬਰਾਂ ਨੇ ਰਲ ਮਿਲ ਕੇ ਇਹ ਸਤਸੰਗ ਦਾ ਆਯੋਜਨ ਕੀਤਾ ਹੈ, ਕਿਉਂਕਿ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਸਰਬ ਸਾਂਝਾ ਸਤਸੰਗ, ਔਰ ਸਰਬ ਸਾਂਝਾ ਸਤਸੰਗ ਉਸ ਨੂੰ ਕਿਹਾ ਜਾਂਦਾ ਜਦੋਂ ਇੱਕ ਨਗਰ ਦੇ ਚੰਦ ਜੀਵ ਰਲ ਕੇ ਉਹ ਸਤਸੰਗ ਕਰਵਾਉਂਦੇ ਹੈ। ਅੱਜ ਪਹਿਲੀ ਵਾਰ ਨਾਨੋਵਾਲ ਵੈਦ ਵਿਖੇ, ਵੈਸੇ ਤਾਂ ਸਤਸੰਗ ਬਹੁਤ ਵਾਰ ਹੋਇਆ ਹੈ, ਹੁੰਦਾ ਹੀ ਰਹਿੰਦਾ ਹੈ, ਸਾਲ 'ਚ 2 ਵਾਰ ਪ੍ਰਭਾਤ ਫੇਰੀ ਵੀ ਆ ਜਾਂਦੀ ਹੈ। ਹੁਣ ਵੀ ਸੰਡੇ ਨੂੰ ਪ੍ਰਭਾਤ ਫੇਰੀ ਆ ਰਹੀ ਹੈ, ਉਹਦਾ ਵੀ ਆਨੰਦ ਲੈਣਾ ਹੈ। ਪਰ ਜੋ ਇਹ ਪਹਿਲੀ ਵਾਰ ਇਹ ਨਗਰ ਨੇ ਰਲ ਕੇ ਇਹ ਸਤਸੰਗ ਕਰਵਾਇਆ ਹੈ, तो सब तो पहले ਅਸੀਂ ਆਪਣੀ ਤਰਫੋਂ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਇਹਨਾਂ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦੇਵਾਂਗੇ, ਮੁਬਾਰਕਬਾਦ ਦੇਵਾਂਗੇ, ਕਿਉਂਕਿ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ। ਅੱਜ ਇਹਨਾਂ ਨੇ ਰਲ ਮਿਲ ਕੇ ਕੋਸ਼ਿਸ਼ ਕੀਤੀ ਹੈ ਤੇ ਅਸੀਂ ਆਨੰਦ ਲੈਣ ਵਾਸਤੇ ਇੱਥੇ ਇਕੱਠੇ ਹੋਏ ਹਾਂ। ਇਸ ਲਈ ਹੁਣ ਸਾਡਾ ਵੀ ਫਰਜ਼ ਬਣਦਾ ਹੈ ਇਸ ਤੋਂ ਪਹਿਲਾਂ ਕਿ ਆਨੰਦ ਦੀ ਸ਼ੁਰੂਆਤ ਹੋਵੇ, ਕਿਉਂਕਿ ਵੈਸੇ ਵੀ ਅਸੀਂ ਜਾਣਨਾ ਚਾਹੁੰਦੇ ਹਾਂ ਤੁਸੀਂ ਆਨੰਦ ਲੈਣ ਆਏ ਹੋ ਨਾ, ਜਾਂ ਦੁਨੀਆ ਨੂੰ ਦੇਖਣ ਆਏ ਹੋ। ਆਹ ਕੌਣ ਬੈਠਾ ਹੈ, ਉਹ ਕੌਣ ਬੈਠਾ ਹੈ, ਲੰਗਰ 'ਚ ਕੀ ਬਣਿਆ, ਉਹ ਕੀ ਕਰ ਰਿਹਾ ਹੈ। ਕਿਉਂਕਿ ਜੇ ਧਿਆਨ ਅਸੀਂ ਦੁਨੀਆ ਵੱਲ ਰੱਖਾਂਗੇ ਤਾਂ ਫਿਰ ਦੁਨੀਆ ਹੀ ਉਹੀ ਚੀਜ਼ ਪੱਲੇ ਪੈਣੀ ਹੈ ਸਾਡੇ। ਤਾਂ ਜੇ ਧਿਆਨ ਆਪਣੇ ਮਾਲਿਕ ਵੱਲ ਰੱਖਾਂਗੇ, ਉਹਦੀਆਂ ਰਹਿਮਤਾਂ ਵੱਲ ਰੱਖਾਂਗੇ, ਤਾਂ ਫਿਰ ਅਸੀਂ ਉਹ ਹਾਸਿਲ ਕਰ ਲੈਣਾ ਹੈ ਜਿਸ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਣੀ ਹੈ, ਜਿਸ ਦੇ ਨਾਲ ਸਾਡੇ ਜੀਵਨ 'ਚ ਖੁਸ਼ੀਆਂ ਆਉਣੀਆਂ ਹੈ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਸਾਨੂੰ ਸਾਰਿਆਂ ਨੂੰ ਇੱਥੇ ਬੈਠਣ ਦਾ ਮੌਕਾ ਮਿਲਿਆ ਹੈ ਤਾਂ ਬਸ ਇਸ ਤਰ੍ਹਾਂ ਆਪਣਾ ਧਿਆਨ, ਆਪਣੀ ਸੁਰਤੀ ਇਸ ਸਤਸੰਗ ਦੇ ਨਾਲ ਜੋੜ ਦਿਓ ਕਿ ਇਨਸਾਨ ਕਵੇ ਕਿ ਜਦੋਂ ਮੈਂ ਆਇਆ ਸੀ ਤਾਂ ਕੁਝ ਹੋਰ ਸੀ, ਹੁਣ ਚੱਲਾ ਆ ਤਾਂ ਬਹੁਤ ਕੁਝ ਲੈ ਕੇ ਜਾ ਰਿਹਾ। ਕਿਉਂਕਿ ਕਿਸ ਪਲ ਕਿਸ ਘੜੀ ਨੇ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਦੇਣਾ ਹੈ, ਇਹ ਇਨਸਾਨ ਨੂੰ ਨਹੀਂ ਪਤਾ ਹੁੰਦਾ। ਇਹਦਾ ਸੋਚ ਕੇ ਦੇਖੋ, ਤੁਸੀਂ ਘਰੋਂ ਨਿਕਲਦੇ ਹੋ, ਤੁਹਾਨੂੰ ਪਤਾ ਹੁੰਦਾ ਅਗਲੇ ਪਲ ਰਸਤੇ 'ਚ ਕੀ ਹੋ ਜਾਣਾ ਹੈ, ਕਿਹੜੇ ਰਿਸ਼ਤੇਦਾਰ ਨੇ ਮਿਲ ਜਾਣਾ ਹੈ, ਕਿੱਥੇ ਗੱਡੀ ਦੀ ਖਰਾਬੀ ਹੋ ਜਾਣੀ ਹੈ, ਕਿੱਥੇ ਮੈਨੂੰ ਕੀ ਹੋ ਜਾਣਾ ਹੈ। ਨਹੀਂ, ਕਿਸੇ ਮਿੱਤਰ ਨੇ ਅੱਗੇ ਮੈਨੂੰ ਮਿਲ ਜਾਣਾ ਹੈ, ਕਿਸੇ ਸੱਜਣ ਨੇ ਮਿਲ ਜਾਣਾ। ਕੋਈ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਆਉਣ ਵਾਲਾ ਅਗਲਾ ਪਲ ਕੈਸਾ ਹੈ। ਹੁਣ ਜਰਾ ਗੌਰ ਕਰਨਾ ਕਿ ਜਦੋਂ ਅਸੀਂ ਦੁਨਿਆਵੀ ਮਾਰਗ ਤੇ ਚੱਲਦੇ ਹਾਂ ਤਾਂ ਪਤਾ ਨਹੀਂ ਹੁੰਦਾ ਅੱਗੇ ਕੀ ਮਿਲ ਜਾਣਾ ਹੈ। ਸਮਝਦੇ ਹੋ ਕਿ ਨਹੀਂ? ਦੁਨਿਆਵੀ ਮਾਰਗ, ਫਰਜ਼ ਕਰੋ ਇਨਸਾਨ ਸੋਚਦਾ ਨੈਣੋਵਾਲ ਵੈਦ ਤੋਂ ਮੈਂ ਹੁਸ਼ਿਆਰਪੁਰ ਜਾਣਾ ਹੈ ਜਾਂ ਮੈਂ ਟਾਂਡੇ ਜਾਣਾ, ਤਾਂ ਰਸਤੇ 'ਚ ਕਿਹਨਾਂ ਮੈਨੂੰ ਮਿਲ ਜਾਣਾ ਹੈ, ਕਿਉਂਕਿ ਦੁਨਿਆਵੀ ਮਾਰਗ ਇਹਨੂੰ ਕਹਿ ਦਿੰਦੇ ਆ ਜੋ ਸਾਨੂੰ ਦੁਨੀਆ ਦੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਹੁਣ ਜਦੋਂ ਅਸੀਂ ਦੁਨਿਆਵੀ ਮਾਰਗ ਤੇ ਚੱਲਦੇ ਹਾਂ ਤਾਂ ਉੱਥੇ ਰਸਤੇ 'ਚ ਕੀ ਹੋ ਜਾਣਾ ਹੈ, ਕਿਹਨਾਂ ਮਿਲ ਜਾਣਾ ਹੈ, ਕੋਈ ਬੰਦੇ ਨੂੰ ਖਬਰ ਨਹੀਂ ਹੁੰਦੀ। ਤਾਂ ਫਿਰ ਜ਼ਰਾ ਸੋਚੋ ਕਿ ਜਦੋਂ ਅਸੀਂ ਸਤਸੰਗ 'ਚ ਬੈਠਾਂਗੇ ਤਾਂ ਸਤਸੰਗ ਤਾਂ ਉਹ ਮਾਰਗ ਹੈ ਜੋ ਸਾਨੂੰ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ। ਤਾਂ ਜਦੋਂ ਪਰਮਾਤਮਾ ਦੇ ਮਾਰਗ ਤੇ ਚੱਲਾਂਗੇ ਤਾਂ ਯਾਦ ਰੱਖੋ, ਪਰਮਾਤਮਾ ਦੇ ਮਾਰਗ ਤੇ ਚੱਲਦੇ ਆ ਤਾਂ ਰਸਤੇ 'ਚ ਰਹਿਮਤਾਂ, ਬਰਕਤਾਂ, ਬਖਸ਼ਿਸ਼ਾਂ, ਕਿਰਪਾਵਾਂ ਹੀ ਮਿਲਦੀਆਂ ਹੈ, ਜਿਹਦੇ ਨਾਲ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇਸ ਲਈ ਅੱਜ ਸੁਰਤੀ ਪੂਰੀ ਤਰ੍ਹਾਂ ਸਤਸੰਗ ਨਾਲ ਜੋੜਨਾ ਤਾਂ ਕਿ ਜ਼ਿੰਦਗੀ 'ਚ ਬਦਲਾਵ ਆਵੇ। ਔਰ ਦੂਸਰੀ ਗੱਲ, ਇਹਨਾਂ ਸਾਰੇ ਮੈਂਬਰਾਂ ਨੇ ਬੜੀ ਮਿਹਨਤ ਕੀਤੀ, ਬਹੁਤ ਅੱਛਾ ਉਪਰਾਲਾ ਕੀਤਾ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਸਾਰਿਆਂ ਵਾਸਤੇ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਕਰੀਏ, ਬੇਨਤੀ ਕਰੀਏ ਕਿ ਅੱਜ ਪਹਿਲੀ ਵਾਰ ਇਹਨਾਂ ਨੇ ਸਤਸੰਗ ਕਰਵਾਇਆ ਹੈ ਤਾਂ ਮਾਲਕ ਇਸ ਨਗਰ ਨੂੰ, ਇਹਨਾਂ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਰਲ ਮਿਲ ਕੇ ਅੱਜ ਦੇ ਸਤਸੰਗ ਨੂੰ ਆਰਗੇਨਾਈਜ਼ ਕੀਤਾ ਹੈ, ਮਾਲਕ ਇਹਨਾਂ ਸਾਰਿਆਂ ਨੂੰ ਆਪਣੀਆਂ ਰਹਿਮਤਾਂ ਨਾਲ, ਬਰਕਤਾਂ ਨਾਲ, ਬਖਸ਼ਿਸ਼ਾਂ ਨਾਲ, ਖੁਸ਼ੀਆਂ ਨਾਲ ਭਰਪੂਰ ਰੱਖਣ। ਇਹਨਾਂ ਦਾ ਪ੍ਰੇਮ, ਇਹਨਾਂ ਦੀ ਮੁਹੱਬਤ, ਇਹਨਾਂ ਦੀ ਏਕਤਾ ਸਦਾ ਬਣੀ ਰਵੇ। ਕੰਮਕਾਰ 'ਚ ਮਾਲਕ ਇਹਨਾਂ ਦੇ ਬਰਕਤਾਂ ਪਾਣ, ਇੰਨੀ ਰਹਿਮਤ ਇਹਨਾਂ ਤੇ ਕਰਨ ਕਿ ਜਿੱਦਾਂ ਅੱਜ ਇਹਨਾਂ ਨੇ ਸਤਸੰਗ ਕਰਵਾਇਆ ਹੈ, ਇਦਾਂ ਹੀ ਜਦ ਤੱਕ ਇਹ ਸੰਸਾਰ ਹੈ ਇਹ ਹਰ ਸਾਲ ਸਤਸੰਗ ਕਰਵਾਉਂਦੇ ਰਹਿਣ। ਔਰ ਸਾਨੂੰ ਸਾਰਿਆਂ ਨੂੰ ਵੀ ਇਸ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਇਸ ਤਰ੍ਹਾਂ ਹੀ ਮਿਲਦਾ ਰਹੇ। ਇਹ ਸਾਰੇ ਜੀਵ ਰਲ ਕੇ ਬੇਨਤੀ ਕਰੋ। ਔਰ ਆਓ ਹੁਣ ਥੋੜਾ ਜਿਹਾ ਸਮਝ ਲਈਏ, ਕਿਉਂਕਿ ਹੁਣ ਸਤਸੰਗ 'ਚ ਬੈਠੇ ਹਾਂ ਤਾਂ ਸਤਸੰਗ 'ਚ ਬਹਿ ਕੇ ਇਨਸਾਨ ਕੀ ਪ੍ਰਾਪਤ ਕਰਦਾ ਹੈ, ਸਤਸੰਗ 'ਚ ਬਹਿ ਕੇ ਇਨਸਾਨ ਨੂੰ ਕੀ ਹਾਸਿਲ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਨੇ ਬਾਬਾ ਫਰੀਦ ਤੋਂ ਪੁੱਛਿਆ ਸੀ, ਬਾਬਾ ਫਰੀਦ ਤੁਸੀਂ ਜਾਣਦੇ ਹੋ ਬਹੁਤ ਬੜੇ ਸੰਤ ਹੋਏ ਆ, ਬਹੁਤ ਬੜੇ ਫਕੀਰ ਹੋਏ ਆ, ਔਰ ਉਹ ਫਕੀਰ ਦੀ ਬਾਣੀ ਯਾਨੀ ਬਾਬਾ ਫਰੀਦ ਦੀ ਬਾਣੀ 'ਚ ਵੀ ਬੜਾ ਗਿਆਨ ਹੈ। ਔਰ ਸਭ ਤੋਂ ਪਹਿਲਾ ਗਿਆਨ ਤਾਂ ਬਾਬਾ ਫਰੀਦ ਇਹ ਵੀ ਦਿੰਦੇ ਹੈ ਕਿ ਦੇਖ ਫਰੀਦਾ ਜੂਥੀਆਂ ਦਾੜੀ ਆਇਆ ਭੂਰ, ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਉਹ ਕਹਿੰਦੇ ਦੇਖ ਲੈ, ਥੋੜਾ ਧਿਆਨ ਕਰਨਾ, ਆਪਣੀ ਜ਼ਿੰਦਗੀ ਵੱਲ ਦੇਖਣਾ ਹੈ, ਆਪਣੇ ਇਹ ਜੀਵਨ ਵੱਲ ਦੇਖਣਾ ਹੈ। ਕਿਉਂਕਿ ਅੱਗਾ ਕਿਹਨੂੰ ਬਾਬਾ ਫਰੀਦ ਕਹਿ ਰਹੇ ਹੈ? ਅੱਗਾ ਕਹਿ ਰਹੇ ਮ੍ਰਿਤਿੂ ਨੂੰ, ਮੌਤ ਨੂੰ, ਔਰ ਪਿੱਛਾ ਕਿਹਨੂੰ ਕਹਿ ਰਹੇ ਆ? ਪਿੱਛਾ ਕਹਿ ਰਹੇ ਜਨਮ ਨੂੰ, ਕਿਉਂਕਿ ਜਨਮ ਇਨਸਾਨ ਦਾ ਪਿੱਛੇ ਚਲਾ ਗਿਆ। ਹੁਣ ਹੌਲੀ ਹੌਲੀ ਇਨਸਾਨ ਦੀ ਮ੍ਰਿਤਿੂ ਨੇੜੇ ਆ ਰਹੀ ਹੈ ਤਾਂ ਇੱਥੇ ਬਾਬਾ ਫਰੀਦ ਇਸ਼ਾਰਾ ਕਰ ਰਹੇ ਹੈ ਕਿ ਹੁਣ ਹੌਲੀ ਹੌਲੀ ਤੇਰਾ ਅੱਗਾ ਨੇੜੇ ਆ ਰਿਹਾ ਹੈ। ਇਸ ਲਈ ਐ ਪਿਆਰਿਆ ਕੁਛ ਐਸਾ ਕਰ ਲੈ, ਕੁਛ ਐਸਾ ਸਮਝ ਲੈ ਕਿ ਤੇਰਾ ਇਹ ਜੀਵਨ, ਤੇਰਾ ਇਹ ਜਨਮ ਸਫਲ ਹੋ ਜਾਵੇ। ਇਸ ਤਰ੍ਹਾਂ ਇੱਕ ਦਿਨ ਬਾਬਾ ਫਰੀਦ ਬੈਠੇ ਹੋਏ ਸੀ ਬਾਬਾ ਫਰੀਦ ਤੇ ਪ੍ਰੇਮੀ ਗਿਆ ਬਾਬਾ ਫਰੀਦ ਦੇ ਕੋਲ ਔਰ ਜਾ ਕੇ ਬਾਬਾ ਫਰੀਦ ਨੂੰ ਪੁੱਛਣ ਲੱਗਾ ਕਿ ਮਹਾਰਾਜ ਇਹ ਜ਼ਿੰਦਗੀ ਨੂੰ ਖੁਸ਼ੀ ਨਾਲ ਜੀਣ ਵਾਸਤੇ
ਇਹ ਜ਼ਿੰਦਗੀ ਨੂੰ ਖੁਸ਼ੀ ਨਾਲ ਜੀਣ ਵਾਸਤੇ ਇਨਸਾਨ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ? ਜ਼ਰਾ ਸਮਝਣਾ, ਤੁਸੀਂ ਸਾਰੇ ਖੁਸ਼ੀ ਨਾਲ ਜ਼ਿੰਦਗੀ ਜੀਣਾ ਚਾਹੁੰਦੇ ਹੋ ਨਾ? ਕਿਉਂਕਿ ਹਰ ਇਨਸਾਨ, ਚਾਹੇ ਬੱਚਾ ਹੋਵੇ, ਬਜ਼ੁਰਗ ਹੋਵੇ, ਔਰਤ ਹੋਵੇ, ਮਰਦ ਹੋਵੇ, ਹਰ ਇਨਸਾਨ ਇਹ ਚਾਹੁੰਦਾ ਹੈ ਕਿ ਮੈਂ ਜ਼ਿੰਦਗੀ ਖੁਸ਼ੀ ਦੇ ਨਾਲ ਜੀਵਾਂ, ਮੇਰੇ ਜੀਵਨ 'ਚ ਕੋਈ ਟੈਨਸ਼ਨ, ਕੋਈ ਪਰੇਸ਼ਾਨੀ, ਕੋਈ ਚਿੰਤਾ ਨਾ ਹੋਵੇ, ਮੇਰੀ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਗੁਜ਼ਰੇ। ਇਸ ਲਈ ਜਦੋਂ ਇਸਨੇ ਪੁੱਛਿਆ ਬਾਬਾ ਫਰੀਦ ਤੋਂ ਕਿ ਮਹਾਰਾਜ ਇਹ ਦੱਸੋ ਕਿ ਖੁਸ਼ੀ ਨਾਲ ਜ਼ਿੰਦਗੀ ਜੀਣ ਵਾਸਤੇ ਜੀਵਨ 'ਚ ਕਿਸ ਚੀਜ਼ ਦਾ ਹੋਣਾ ਜ਼ਰੂਰੀ ਹੈ, ਤਾਂ ਦੇਖੋ ਬਾਬਾ ਫਰੀਦ ਨੇ ਕੀ ਜਵਾਬ ਦਿੱਤਾ। ਬਾਬਾ ਫਰੀਦ ਕਹਿੰਦੇ ਜੇ ਸਾਨੂੰ ਪੁੱਛੇ ਕਿ ਖੁਸ਼ੀ ਨਾਲ ਜ਼ਿੰਦਗੀ ਜੀਣ ਵਾਸਤੇ ਕਿਹੜੀ ਚੀਜ਼ ਦਾ ਹੋਣਾ ਜ਼ਰੂਰੀ ਹੈ, ਤਾਂ ਅਸੀਂ ਤੈਨੂੰ ਦੱਸ ਦਿੰਦੇ ਹਾਂ, ਪਰ ਇਹ ਦੁਨੀਆ ਉਸ ਚੀਜ਼ ਨੂੰ ਸਮਝਣ ਵਾਲੀ ਨਹੀਂ ਹੈ। ਦੁਨੀਆ ਉਸ ਚੀਜ਼ ਨੂੰ ਸਮਝਣ ਵਾਲੀ ਨਹੀਂ ਹੈ, ਕਿਉਂਕਿ ਦੁਨੀਆ ਅਗਰ ਇਸ ਚੀਜ਼ ਨੂੰ ਸਮਝ ਲਵੇ, ਮੰਨ ਲਵੇ, ਤਾਂ ਇਨਸਾਨ ਦੀ ਜ਼ਿੰਦਗੀ ਖੁਸ਼ੀ ਦੇ ਨਾਲ ਗੁਜ਼ਰ ਸਕਦੀ ਹੈ। ਪਰ ਜੇ ਇਨਸਾਨ ਇਸ ਚੀਜ਼ ਨੂੰ ਨਾ ਸਮਝੇ ਤਾਂ ਹੋਰ ਇਨਸਾਨ ਜੋ ਮਰਜ਼ੀ ਕਰ ਲਵੇ, ਇਨਸਾਨ ਦੇ ਜੀਵਨ 'ਚ ਕਦੀ ਖੁਸ਼ੀ ਨਹੀਂ ਆ ਸਕਦੀ। ਉਹਨਾਂ ਕਿਹਾ ਮਹਾਰਾਜ ਤੁਸੀਂ ਮੈਨੂੰ ਸਮਝਾਓ, ਕੋਈ ਹੋਰ ਸਮਝੇ ਨਾ ਸਮਝੇ, ਜੇ ਤੁਸੀਂ ਸਮਝਾਓਗੇ ਮੈਂ ਤਾਂ ਸਮਝ ਹੀ ਲਵਾਂਗਾ ਨਾ, ਕਿਉਂਕਿ ਕਹਿੰਦੇ ਨਾ ਹਰੇਕ ਦੀ ਸਮਝ ਆਪਣੀ ਆਪਣੀ ਹੁੰਦੀ ਹੈ। ਜਿੱਦਾਂ ਹੀ ਕਈ ਵਾਰ ਦੱਸਦੇ ਕਿ ਟੀਚਰ ਪੜ੍ਹਾਉਂਦਾ ਸਾਰੇ ਬੱਚਿਆਂ ਨੂੰ ਹੈ, ਪਰ ਪਾਸ ਕੋਈ ਵਿਰਲੇ ਹੁੰਦੇ, ਕਈ ਫੇਲ ਵੀ ਹੋ ਜਾਂਦੇ ਹੈ। ਹੁਣ ਟੀਚਰ ਦੀ ਕਲਾਸ ਤਾਂ ਉਹੀ ਹੁੰਦੀ ਹੈ, ਤਾਂ ਹੈ ਨਹੀਂ ਕਿ ਪਾਸ ਹੋਣ ਵਾਲਿਆਂ ਨੂੰ ਟੀਚਰ ਕੋਈ ਸਪੈਸ਼ਲ ਪੜ੍ਹਾਉਂਦਾ ਹੈ ਤਾਂ ਫੇਲ ਹੋਣ ਵਾਲਿਆਂ ਨੂੰ ਨਹੀਂ ਪੜ੍ਹਾਉਂਦਾ। ਟੀਚਰ ਤਾਂ ਸਭ ਨੂੰ ਉਹੀ ਸਬਕ ਦਿੰਦਾ ਹੈ, ਪਰ ਜਿਹਦੀ ਜੈਸੀ ਸਮਝ ਹੁੰਦੀ ਹੈ ਉਹ ਵੈਸਾ ਸਿੱਖ ਲੈਂਦਾ ਹੈ, ਔਰ ਵੈਸਾ ਹੀ ਫਿਰ ਉਹਨੂੰ ਹਾਸਿਲ ਵੀ ਹੋ ਜਾਂਦਾ ਹੈ। ਹੁਣ ਇੱਧਰ ਜਦੋਂ ਇਸ ਪ੍ਰੇਮੀ ਨੇ ਬਾਬਾ ਫਰੀਦ ਨੂੰ ਕਿਹਾ ਤਾਂ ਤੁਸੀਂ ਵੀ ਸਮਝ ਲਓ, ਕਿਉਂਕਿ ਅਗਰ ਤੁਸੀਂ ਵੀ ਬਾਬਾ ਫਰੀਦ ਦੇ ਬਚਨਾਂ ਨੂੰ ਸਮਝ ਲਿਆ ਕਿ ਉਹ ਕਿਹੜੀ ਚੀਜ਼ ਹੈ ਜਿਹਨੂੰ ਸਮਝ ਲਵਾਂਗੇ, ਸੰਭਾਲ ਲਵਾਂਗੇ, ਤਾਂ ਸਾਡੀ ਜ਼ਿੰਦਗੀ ਖੁਸ਼ੀ ਨਾਲ ਗੁਜ਼ਰ ਸਕਦੀ ਹੈ। ਔਰ ਅਗਰ ਉਸ ਨੂੰ ਨਾ ਸੰਭਾਲਿਆ, ਉਸ ਚੀਜ਼ ਨੂੰ ਨਾ ਸਮਝਿਆ, ਤਾਂ ਹੋਰ ਇਨਸਾਨ ਜੋ ਮਰਜ਼ੀ ਕਰੀ ਜਾਵੇ, ਉਹ ਚੀਜ਼ਾਂ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਨਹੀਂ ਲੈ ਕੇ ਆਣਗੀਆਂ। ਨਹੀਂ ਤਾਂ ਤੁਸੀਂ ਆਪ ਸੋਚ ਕੇ ਦੇਖੋ, ਅੱਜ ਤੁਸੀਂ ਖੁਸ਼ੀ ਚਾਹੁੰਦੇ ਹੋ, ਸਾਰੇ ਚਾਹੁੰਦੇ ਹੋ ਕਿ ਨਹੀਂ? ਇੱਕ ਵਾਰ ਫਿਰ ਪੁੱਛਾਂਗੇ। ਹੁਣ ਖੁਸ਼ੀ ਤੁਸੀਂ ਚਾਹੁੰਦੇ ਹੋ, ਔਰ ਜੀਵਨ 'ਚ ਇਹ ਖੁਸ਼ੀਆਂ ਨੂੰ ਪ੍ਰਾਪਤ ਕਰਨ ਵਾਸਤੇ ਤੁਸੀਂ ਕਿੰਨਾ ਕੁਝ ਰੋਜ਼ ਕਰਦੇ ਹੋ ਕਿ ਨਹੀਂ? ਪਰ ਖੁਸ਼ੀ ਮਿਲਦੀ ਹੈ, ਫਿਰ ਵੀ ਬੰਦਾ ਕਹਿੰਦਾ ਮੈਂ ਦੁਖੀ। ਜਰਾ ਸਮਝਣਾ ਹੈ, ਬਹੁਤ ਕੁਝ ਕਰਦੇ ਹਾਂ ਅਸੀਂ। ਅਗਰ ਦੇਖਿਆ ਜਾਵੇ ਤਾਂ ਹਰ ਇਨਸਾਨ ਖੁਸ਼ੀ ਨੂੰ ਪ੍ਰਾਪਤ ਕਰਨ ਵਾਸਤੇ ਹੀ ਮਿਹਨਤ ਕਰਦਾ ਹੈ, ਪਰ ਬਹੁਤ ਕੁਝ ਕਰਨ ਤੋਂ ਬਾਅਦ ਵੀ ਫਿਰ ਇਨਸਾਨ ਦਾ ਰਿਜ਼ਲਟ ਕੀ ਨਿਕਲਦਾ ਹੈ? ਉਹ ਮੇਰੇ ਜੀਵਨ 'ਚ ਦੁੱਖ ਹੀ ਦੁੱਖ ਹੈ, ਮੇਰੇ ਜੀਵਨ 'ਚ ਤਾਂ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹੈ। ਇਹੀ ਚੀਜ਼ ਬਾਬਾ ਫਰੀਦ ਕਹਿ ਰਿਹਾ, ਕਿਤੇ ਨਾ ਕਿਤੇ ਇਨਸਾਨ ਚੂਕ ਰਿਹਾ ਹੈ, ਕੁਝ ਗਲਤੀ ਕਰ ਰਿਹਾ ਹੈ, ਕਿਉਂਕਿ ਜਿਹੜੀ ਚੀਜ਼ ਨੇ ਉਹਦੇ ਜੀਵਨ 'ਚ ਖੁਸ਼ੀ ਲੈ ਕੇ ਆਣੀ ਹੈ, ਜਦ ਤੱਕ ਉਹ ਚੀਜ਼ ਉਹਦੇ ਜੀਵਨ 'ਚ ਨਹੀਂ ਆਏਗੀ, ਉਦੋਂ ਤੱਕ ਉਹਦੇ ਜੀਵਨ 'ਚ ਖੁਸ਼ੀ ਵੀ ਨਹੀਂ ਆਣੀ। ਹੁਣ ਆਓ ਸਮਝ ਲਈਏ ਉਹ ਕਿਹੜੀ ਚੀਜ਼ ਹੈ। ਜਦੋਂ ਇਸ ਪ੍ਰੇਮੀ ਨੇ ਪੁੱਛਿਆ ਕਿ ਖੁਸ਼ੀ ਨਾਲ ਜ਼ਿੰਦਗੀ ਜੀਣ ਵਾਸਤੇ ਹੈ ਫਰੀਦ ਸਾਈਂ, ਜੀਵਨ 'ਚ ਕਿਹੜੀ ਚੀਜ਼ ਦਾ ਹੋਣਾ ਜ਼ਰੂਰੀ ਹੈ, ਤਾਂ ਉਸ ਲਈ ਬਾਬਾ ਫਰੀਦ ਨੇ ਕਿਹਾ ਕਿ ਅਗਰ ਜੀਵਨ 'ਚ ਖੁਸ਼ੀ ਚਾਹੀਦੀ ਹੈ ਤਾਂ ਸਾਡਾ ਨਜ਼ਰੀਆ ਹੈ ਕਿ ਉਹਦੀ ਜ਼ਿੰਦਗੀ 'ਚ ਹੀ ਖੁਸ਼ੀਆਂ ਆ ਸਕਦੀਆਂ ਹੈ। ਉਹੀ ਖੁਸ਼ੀ ਨਾਲ ਜੀਵਨ ਜੀ ਸਕਦਾ ਹੈ ਜਿਹਦੇ ਜੀਵਨ 'ਚ ਉਹ ਖੁਦਾ ਦਾ, ਉਹ ਪ੍ਰਮਾਤਮਾ ਦਾ ਇਸ਼ਕ ਔਰ ਉਹਦੀ ਰਹਿਮਤ ਹੋਵੇ। ਕਿਹੜੀਆਂ ਦੋ ਚੀਜ਼ਾਂ ਕਹੀਆਂ? ਇਸ਼ਕ ਯਾਨੀ ਪਿਆਰ, ਯਾਨੀ ਮੁਹੱਬਤ, ਔਰ ਦੂਸਰੀ ਚੀਜ਼ ਕਿਹੜੀ ਕਹੀ? ਰਹਿਮਤ। ਕਹਿੰਦੇ ਇਹ ਦੋ ਚੀਜ਼ਾਂ, ਕਿਉਂਕਿ ਪ੍ਰਮਾਤਮਾ ਦੀ, ਉਹ ਪ੍ਰਭੂ ਦੀ ਮੁਹੱਬਤ ਦਿਲ 'ਚ ਹੋਣੀ ਔਰ ਉਹਦੀ ਰਹਿਮਤ ਸਾਡੇ ਉੱਪਰ ਹੋਣੀ, ਇਹ ਦੋ ਚੀਜ਼ਾਂ ਉਹ ਹੈ ਕਿ ਇਸ ਤੋਂ ਬਿਨਾ ਇਨਸਾਨ ਦੇ ਜੀਵਨ 'ਚ ਕਦੀ ਖੁਸ਼ੀ ਆਈ ਨਹੀਂ ਸਕਦੀ। ਹੁਣ ਥੋੜਾ ਚੈੱਕ ਕਰਕੇ ਦੇਖਣਾ ਕਿ ਅਗਰ ਅਸੀਂ ਜੀਵਨ 'ਚ ਖੁਸ਼ੀਆਂ ਚਾਹੁੰਦੇ ਹਾਂ, ਆਨੰਦ ਚਾਹੁੰਦੇ ਹਾਂ, ਤਾਂ ਕੀ ਇਹ ਦੋ ਚੀਜ਼ਾਂ ਸਾਡੇ ਜੀਵਨ 'ਚ ਹੈ? ਜਰਾ ਚੈੱਕ ਕਰੋ, ਕਿਉਂਕਿ ਇੱਕ ਗੱਲ ਯਾਦ ਰੱਖੋ, ਪਰਮਾਤਮਾ ਦੀ ਮੁਹੱਬਤ ਵਾਸਤੇ ਵੀ ਕੁਝ ਕਰਮ ਕਰਨੇ ਪੈਂਦੇ ਆ, ਤਾਂ ਉਹਦੀ ਰਹਿਮਤ ਨੂੰ ਹਾਸਲ ਕਰਨ ਵਾਸਤੇ ਵੀ ਕੁਝ ਕਰਮ ਕਰਨੇ ਪੈਂਦੇ ਹੈ। ਹੁਣ ਜਰਾ ਧਿਆਨ ਦੇਣਾ, ਸਭ ਤੋਂ ਪਹਿਲਾਂ ਸਮਝ ਲਈਏ ਕਿ ਉਹਦੀ ਰਹਿਮਤ ਨੂੰ ਪ੍ਰਾਪਤ ਕਰਨ ਵਾਸਤੇ ਕਿਹੜੇ ਕੰਮ ਕਰਨੇ ਪੈਂਦੇ ਆ, ਉਹਦੀ ਕਿਰਪਾ ਨੂੰ ਪ੍ਰਾਪਤ ਕਰਨ ਵਾਸਤੇ ਕਿਹੜੇ ਕੰਮ ਕਰਨੇ ਪੈਂਦੇ ਆ, ਪਹਿਲਾਂ ਇਹੀ ਸਮਝ ਲਈਏ। ਹੁਣ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ, ਜਰਾ ਹੁਣ ਧਿਆਨ ਦੇਣਾ, ਹੁਣ ਤੁਸੀਂ ਕਈ ਵਾਰ ਘਰ ਦੇ ਵਿੱਚ ਉਹ ਕੰਮ ਕਰਦੇ ਹੋ, ਜਦੋਂ ਪੁੱਛੇ ਕਿਉਂ ਕਰ ਰਿਹਾ ਹਾਂ, ਭਾਈ ਮੈਂ ਆਪਣੇ ਮਾਂ-ਬਾਪ ਦੀ ਖੁਸ਼ੀ ਦੀ ਖਾਤਰ ਕਰ ਰਿਹਾ, ਮੈਂ ਆਪਣੇ ਬੱਚਿਆਂ ਦੀ ਖੁਸ਼ੀ ਦੀ ਖਾਤਰ ਕਰ ਰਿਹਾ ਹਾਂ, ਮੈਂ ਆਪਣੀ ਪਤਨੀ ਦੀ ਖੁਸ਼ੀ ਦੀ ਖਾਤਰ ਕਰ ਰਿਹਾ, ਮੈਂ ਆਪਣੇ ਪਤੀ ਦੀ ਖੁਸ਼ੀ ਦੀ ਖਾਤਰ ਕਰ ਰਿਹਾ। ਬੱਚੇ ਕਹਿਣਗੇ ਮੈਂ ਉਹਦੀ ਖੁਸ਼ੀ ਦੀ ਖਾਤਰ ਕਰ ਰਿਹਾ, ਹੁੰਦਾ ਕਿ ਨਹੀਂ? ਭਾਈ ਆਹ ਕੰਮ ਕਿਉਂ ਕਰ ਰਿਹਾ? ਤਾਂ ਕਿ ਮੇਰੇ ਦੋਸਤ ਨੂੰ ਖੁਸ਼ੀ ਮਿਲੇ, ਤਾਂ ਕਿ ਮੇਰੇ ਪਿਆਰੇ ਨੂੰ ਖੁਸ਼ੀ ਮਿਲੇ। ਹੁਣ ਦੁਨੀਆ ਤੇ ਅਸੀਂ ਉਹ ਸਭ ਕੁਝ ਕਰਦੇ ਹਾਂ ਜਿਹਦੇ ਨਾਲ ਸਾਡੇ ਰਿਸ਼ਤੇਦਾਰਾਂ ਨੂੰ ਖੁਸ਼ੀ ਮਿਲੇ, ਸਾਡੇ ਪਰਿਵਾਰ ਨੂੰ ਖੁਸ਼ੀ ਮਿਲੇ, ਸਾਡੇ ਮਿੱਤਰਾਂ ਨੂੰ ਖੁਸ਼ੀ ਮਿਲੇ। ਪਰ ਜ਼ਰਾ ਸੋਚੋ ਕਿ ਜੀਵਨ 'ਚ ਅਸੀਂ ਉਹ ਵੀ ਕਰਮ ਕਰਦੇ ਹਾਂ ਜਿਹਦੇ ਨਾਲ ਕਹਿ ਸਕੀਏ ਕਿ ਇਹ ਕੰਮ ਮੈਂ ਆਪਣੇ ਮਾਲਿਕ ਦੀ ਖੁਸ਼ੀ ਦੀ ਖਾਤਰ ਕਰ ਰਿਹਾ।
जरा विचार करके देखना। चलो अज दिन च दसो, पिछलियां गल्लां छड्डिए, अज सवेर तो लैके हुण तक कोई ऐसा काम कीता जिस तुसीं कह सको मैं रब दी खुशी दी खातर कीता? सवेरे सवेरे पत्नी चाह बनाती है, लिया के पति मोरे रख दिंदी, पुछया क्यों? ताकि मेरा पति खुश रहे। समझदे हो कि नहीं? माता पिता ने पैरी हथ बच्चे लांदे, पुछो क्यों? ताकि साडे माता पिता खुश रहन। यानी दसना की चाहते हैं, असीं दुनिया दी हर शै नूं खुश करन दी खातर इत्थे तक भी देखिया है कि एक बंदे ने घर च कुत्ता रखिया होवे ना, कुत्ते दी भी संगली फड़ के बंदा घुमाण ले जांदा, क्यों? ताकि मेरा कुत्ता खुश रहे, क्योंकि सैर करके कुत्ते नूं भी चंगा लगदा है। जवाब दिओ, सही है कि नहीं? ये तो कोई पूछे कि कुत्ते नूं रोटी क्यों पांदे आ? भाई इहदी खुशी दी वास्ते, इहनूं रोटी ना पावां, सैर ना करावां तां बेचारा परेशान हो जाएगा, बीमार हो जाएगा। हुण जानवरां तक दी खुशी दी बंदा फिक्र करदा है। हुण इत्थे ही असीं समझना है कि दुनिया दे उपर जो भी कुछ है ना, वो सब दी खुशी दी तुसीं फिक्र कर लो, पर अगर वो रब दी खुशी दी फिक्र ना कीती, जिसने ये दुनिया बनाई है, जिसने ये जीवन दिता है, अगर उन्होंने खुश करने वाला कोई कर्म ना कीता तो तुहाडे जीवन च कदी खुशियां आ ही नहीं सकदियां। कारण की है ये भी जरा समझ लो। परमात्मा रहिंदा किथे है? जवाब दिओ, सानू जवाब दिओ। इन्नी संगत बैठी है, परमात्मा रहिंदा किथे है? हाथ खड़ा करके दसो, परमात्मा किथे रहिंदा है? कमाल दी गल है, बोलो तो सही। फिक्र ना करो, फेल पास की गल नहीं है कि कोई नंबर तुहाडे घटा वधा देने हैं। कम से कम नॉलेज तो होनी चाहिए सानू परमात्मा है किथे, अंदर रहिंदा है। चलो इधरों आ जाइए, अंदर रहिंदा, तुसीं किथे मनदे हो? तां ही तां सुल्तान वाहू ने भी कहा, ना रब अर्श मोला उत्ते, ना रब खाने काबे हू। जरा गौर करना, ना रब इल्म किताबी लभ्या, ना रब विच महराबे हू। गंगा तीरथ मूल ना मिलिया, डिठे पैंडे बे हिसाबे हू। जदा मुर्शद मिलिया बाहू, मुक गए कुल अजाबे हू। सुल्तान बाहू ने भी यह गल क्लीयर कर दी कि ना रब अर्श मुअल्ला उत्ते, कहंदे रब अर्श ते, कहंदे अर्शां ते भी रब है नहीं। कोई कहंदा मक्के रब है, कहंदे ना रब खाने काबे हू। और कई कहंदे किताबां पढ़ो, किताबां विच ज्ञान है, उच रब है। उत्थे सुल्तान बाहू ने वह भी गल क्लीयर कर दी कि ना रब इल्म किताबी लभ्या, इल्मां नूं भी पढ़ के देख लिया, किताबां नूं भी पढ़ के देख लिया, उत्थे भी रब नहीं लभ्या। ना रब विच महराबे हू, महराब कह दिंदे मस्जिद नूं, कि मस्जिद च भी बैठ के देख लिया, उत्थे भी रब नहीं मिलिया। गंगा तीरथ मूल ना मिलिया, डिठे पैंडे बे हिसाबे हू, कि गंगा ते भी चक्कर ला के देख ले, तीर्थां ते भी चक्कर ला के देख ले, पर रब उत्थे भी नहीं मिलिया। फिर नाल ही गल कही सुल्तान वाहू ने कि जद दा मुर्शद मिलिया बाहू, मुक गए कुल अजाबे हू। अजाब कहते तकलीफां, दुख, परेशानियां। जिदा बंदा कहता ना आ फलानी जगह ते चक्कर ला ला के मैं तो दुखी हो गया, गल तो बनी नहीं। तुसीं किसी ऑफिस दे विच जाना होवे, कोई अफसर तुहानूं बुलावे, अज जा जा, कल आ जा, देखिया ना कोर्ट कचहरियां चक्कर बंदा लांदा है, या अफसरां दे चक्कर लांदा है, या मंत्रियां मिनिस्टरां दे घर दे चक्कर ला के पता की कहंदा, मैं तो दुखी हो गया, जा जाके मेरा काम हाले तक बनिया ही नहीं। इदां ही सुल्तान बाहू कहते कि चक्कर ला ला के दुखी हो गए, पर रब किते मिलिया ही नहीं, सिवाए दुख तो पल्ले पिया ही कुछ नहीं। पर जदों कामिल मुर्शद की प्राप्ति हुई, जदों कामिल गुरु मिलिया, तो मेरे सारे अजाब ही, आन जान दे सारे चक्कर ही, आन जान दी सारी पीड़ा ही, कह दिओ की हो गया, खत्म हो गई, मिट गई पीड़ा। हुण ये पीड़ा को मिटाण वास्ते ही, ये पीड़ा तो मुक्ति वास्ते ही तो सतगुर की लोड़ है, मुर्शद की जरूरत है। इसलिए हुण सुल्तान बाहू ने जो कहा ना, वो तो गल इशारा साफ हो जाता कि रब किथे है। हुण दस दिओ किथे है? रब साडे अंदर है, अंदर है ना। हुण जरा एक गल दसो, रब तुहाडे अंदर है, तुहाडा बेटा किथे है? जवाब दिओ। तुहाडी पत्नी किथे है? तुहाडे बच्चे किथे है? तुहाडा पति किथे है? तुहाडे रिश्तेदार किथे? बाहर है। गल थोड़ी क्लीयर करनी है असीं, ताकि तुहानूं पता लगे कि दुनिया नूं खुश करी जाओगे, तुहानूं खुशी क्यों नहीं मिलनी? क्योंकि तुहाडी पत्नी बाहर है, तुहाडे बच्चे बाहर है, तुहाडे मित्र बाहर है, तुहाडा पति बाहर है, तुहाडे रिश्तेदार बाहर है, पर तुहाडा रब तुहाडे अंदर है। रिश्तेदारां नूं खुश करांगे तो बाहर खुशी होएगी उन्हां नूं, पर जे रब नूं खुश करोगे तो तुहाडे अंदर बैठा रब खुश होएगा। जदों अंदर बैठा रब खुश होएगा, तुहानूं आपे ही खुशी हो जाएगी। सोच के देखो जरा, गल तो क्लीयर है ना। अपने अंदर बैठे रब नूं खुश करने वाला बंदा कोई काम करदा नहीं है, कोई नेकी करदा नहीं है, उत्थे बहाने ला दिंदा है। तो दुनिया नूं खुश करन दी खातर बंदा जो मर्जी करी जावे। सोच के देखना, थोड़ा विचार करना इस चीज के बारे। दुनिया नूं खुश करन दी खातर बंदा कोई अद्धी रात नूं रिश्तेदार कह दे ना, आजा अद्धी रात नूं आजा, हाँ भी रिश्तेदार ने बुलाया है, जाना है,
ਕਈ ਵਾਰ ਜਾਗੋ ਹੁੰਦੀ ਹੈ ਨਾ, ਜਾਂਦੇ ਨਾ ਅੱਧੀ ਰਾਤ ਨੂੰ, ਦੇਖਿਆ ਹੈ ਜਾਗੋ ਕੱਢ ਕੇ ਭੰਗੜੇ ਪਾ ਕੇ ਵਾਪਸ ਆਉਂਦੇ ਆ ਵੀ ਕਿੱਥੇ ਗਿਆ ਸੀ, ਰਿਸ਼ਤੇਦਾਰਾਂ ਦੀ ਜਾਗੋ ਸੀ। ਹੁਣ ਰਿਸ਼ਤੇਦਾਰਾਂ ਦੀ ਜਾਗੋ 'ਚ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਾ ਹੋ ਜਾਂਦਾ ਹੈ, ਤਾਂ ਆਪਣੇ ਰੱਬ ਦੀ ਯਾਦ ਵਿੱਚ ਅੱਧੀ ਰਾਤ ਨੂੰ ਉੱਠ ਕੇ ਉਹਦਾ ਸਿਮਰਨ ਨਹੀਂ ਹੁੰਦਾ, ਉਹਦੀ ਬੰਦਗੀ ਨਹੀਂ ਹੁੰਦੀ, ਉਹਦੀ ਭਗਤੀ ਨਹੀਂ ਹੁੰਦੀ। ਜੇ ਤੁਹਾਡੇ ਅੰਦਰ ਬੈਠਾ ਤੁਹਾਡਾ ਰੱਬ ਹੀ ਦੁਖੀ ਰਿਹਾ, ਯਾਨੀ ਉਹ ਖੁਸ਼ ਨਾ ਹੋਇਆ, ਤਾਂ ਤੁਹਾਨੂੰ ਖੁਸ਼ੀ ਕਦੀ ਮਿਲ ਹੀ ਨਹੀਂ ਸਕਦੀ। ਕਿਉਂਕਿ ਜਿਨ੍ਹਾਂ ਨੂੰ ਤੁਸੀਂ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਸਾਰੇ ਬਾਹਰ ਹੈ, ਤਾਂ ਤੁਹਾਡਾ ਸੱਚਾ ਰੱਬ, ਉਹ ਪ੍ਰਮਾਤਮਾ, ਉਹ ਪ੍ਰਭੂ ਤੁਹਾਡੇ ਅੰਦਰ ਹੈ। ਜਦੋਂ ਉਹ ਕੰਮ ਕਰੋਗੇ ਜਿਹਦੇ ਨਾਲ ਉਹਨੂੰ ਖੁਸ਼ੀ ਮਿਲੇ, ਤਾਂ ਫਿਰ ਯਾਦ ਰੱਖੋ ਤੁਹਾਡਾ ਦਿਲ ਆਪ ਹੀ ਖੁਸ਼ ਹੋਏਗਾ। ਸਾਡਾ ਜਲੰਧਰ ਸਤਸੰਗ ਸੀ ਸੰਤੋਖਪੁਰੇ। ਸਤਸੰਗ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ, ਰੈੱਡ ਲਾਈਟ ਤੇ ਗੱਡੀ ਖੜੀ, ਆ ਸੇਵਾਦਾਰ ਨਾਲ ਬੈਠੇ ਸੀ। ਹੁਣ ਉੱਥੇ ਕੋਈ ਮੰਗਣ ਵਾਲੇ ਬੱਚੇ ਆ ਗਏ, ਉਹ ਰੈੱਡ ਲਾਈਟ ਦੇ ਉੱਪਰ ਖੜੇ ਆ, ਤਾਂ ਸਾਰੀਆਂ ਗੱਡੀਆਂ ਡੋਰ ਦਰਵਾਜ਼ਾ ਖੜਕਾ ਰਹੇ, ਸ਼ੀਸ਼ੇ ਤੇ ਹੱਥ ਮਾਰੇ, ਕੁਝ ਦਿਓ। ਆ ਸੇਵਾਦਾਰ ਪਿੱਛੇ ਬੈਠਾ ਸੀ, ਅਸੀਂ ਕਿਹਾ ਡੱਬਾ ਡੁੱਬਾ ਹੈ, ਪ੍ਰਸ਼ਾਦ ਦਿਓ ਇਹਨਾਂ ਨੂੰ। ਮੋਤੀ ਚੂਰ ਦੇ ਲੱਡੂ ਸੀ। ਹੁਣ ਜਦੋਂ ਉਹਨਾਂ ਦੇ ਹੱਥੇ ਲੱਡੂ ਰੱਖੇ, ਕਾਫੀ ਜੀਵ ਸੀ, 2-2 4-4 ਜਦੋਂ ਸਾਰਿਆਂ ਨੂੰ ਦਿੱਤੇ, ਤਾਂ ਉਸ ਲਈ ਅਸੀਂ ਕਿਹਾ ਜੇ ਆਪ ਅਸੀਂ ਖਾਂਦੇ ਨਾ ਤਾਂ ਇੰਨੀ ਖੁਸ਼ੀ ਨਹੀਂ ਮਿਲਣੀ ਸੀ ਜਿੰਨੀ ਇਹਨਾਂ ਨੂੰ ਖਾਂਦਿਆਂ ਦੇਖ ਕੇ ਮਿਲੀ ਹੈ। ਕਹਿਣ ਦਾ ਮਤਲਬ ਕੀ ਹੈ, ਇਹ ਉਹ ਕੰਮ ਹੈ ਜਿਸ ਸਾਡੇ ਰੱਬ ਨੇ ਖੁਸ਼ ਹੋਣਾ ਹੈ। ਤੁਸੀਂ ਆਪ ਰੋਟੀਆਂ ਸੋਨੇ ਦੀ ਥਾਲੀ 'ਚ ਰੱਖ ਕੇ ਖਾ ਲਓ, ਉਹਦੇ ਨਾਲ ਤੁਹਾਡਾ ਪੇਟ ਜ਼ਰੂਰ ਭਰੇਗਾ, ਪਰ ਸੰਤੁਸ਼ਟੀ, ਸ਼ਾਂਤੀ, ਸਕੂਨ, ਖੁਸ਼ੀ ਤੁਹਾਨੂੰ ਉਦੋਂ ਮਿਲਣੀ ਜਦੋਂ ਕਿਸੇ ਭੁੱਖੇ ਨੂੰ ਖਾਣਾ ਖਿਲਾਓਗੇ, ਚਾਹੇ ਉਹਨੂੰ ਇੱਕ ਰੁੱਖੀ ਰੋਟੀ ਦੇ ਦਿਓ। ਕਿਉਂਕਿ ਉਹ ਕੰਮ ਤੁਸੀਂ ਰੱਬ ਦੀ ਖੁਸ਼ੀ ਦੀ ਖਾਤਰ ਕਰ ਰਹੇ ਹੋ, ਉਹ ਕੰਮ ਤੁਸੀਂ ਪਰਮਾਤਮਾ ਪ੍ਰਭੂ ਦੀ ਖੁਸ਼ੀ ਦੀ ਖਾਤਰ ਕਰ ਰਹੇ ਹੋ। ਔਰ ਜਦੋਂ ਉਹਦੀ ਖੁਸ਼ੀ ਦਾ ਅਸੀਂ ਖਿਆਲ ਰੱਖਾਂਗੇ ਤਾਂ ਤੁਹਾਡੇ ਜੀਵਨ 'ਚ ਆਪ ਹੀ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ। ਤੁਸੀਂ ਹੈਰਾਨ ਰਹਿ ਜਾਓਗੇ, ਤੁਸੀਂ ਹੈਰਾਨ ਰਹਿ ਜਾਓਗੇ ਕਿ ਹੁਣ ਮੈਨੂੰ ਉਹ ਖੁਸ਼ੀਆਂ ਮਿਲ ਰਹੀਆਂ ਜੋ ਅੱਜ ਤੋਂ ਪਹਿਲਾਂ ਮੈਨੂੰ ਕਦੀ ਮਿਲੀਆਂ ਹੀ ਨਹੀਂ ਸੀ। ਕਿਉਂਕਿ ਜਦੋਂ ਅਸੀਂ ਆਪਣੇ ਮਾਲਿਕ, ਆਪਣੇ ਪਰਮਾਤਮਾ ਪ੍ਰਭੂ ਦੀ ਖੁਸ਼ੀ ਦੇ ਮਾਰਗ ਤੇ ਚੱਲ ਪੈਂਦੇ ਹਾਂ, ਫਰਜ਼ ਕਰੋ ਤੁਹਾਡੀ ਜ਼ੁਬਾਨ ਤੇ ਹਮੇਸ਼ਾ ਕ੍ਰੋਧ ਰਹਿੰਦਾ ਹੈ, ਯਾਨੀ ਗਾਲੀ ਗਲੋਚ ਰਹਿੰਦਾ ਹੈ, ਬੁਰੇ ਸ਼ਬਦ ਰਹਿੰਦੇ ਹੈ, ਤਾਂ ਜੇ ਤੁਸੀਂ ਸੋਚੋ ਕਿ ਅੱਜ ਤੋਂ ਮੈਂ ਰੱਬ ਦੀ ਖਾਤਰ ਬੁਰਾ ਬੋਲਣਾ ਛੱਡ ਦਿੱਤਾ, ਤਾਂ ਫਿਰ ਦੇਖੋ ਤੁਹਾਨੂੰ ਕੀ ਖੁਸ਼ੀ ਮਿਲੇਗੀ। ਜਿੱਦਾਂ ਇੱਥੇ ਇੱਕ ਕਹਾਣੀ ਯਾਦ ਆ ਗਈ ਸਾਨੂੰ ਬੜੀ ਪਿਆਰੀ, ਕਿ ਇੱਕ ਫਕੀਰ ਸੀ, ਉਹ ਫਕੀਰਾਂ ਦਾ ਇੱਕ ਸੇਵਕ, ਸੇਵਾ ਬਹੁਤ ਕਰਦਾ ਸੀ, ਪਰ ਉਹਨੂੰ ਇੱਕ ਮਾੜੀ ਆਦਤ ਸੀ। ਮਾੜੀ ਆਦਤ ਸੀ ਕਿ ਉਹਨੂੰ ਕ੍ਰੋਧ ਬੜਾ ਆ ਜਾਂਦਾ ਸੀ, ਔਰ ਗੁੱਸੇ ਵਿੱਚ ਉਹ ਬੋਲ ਗਲਤ ਬੋਲ ਦਿੰਦਾ ਸੀ। ਯਾਨੀ ਕਈਆਂ ਨਾਲ ਲੜ ਕੇ ਕਦੀ ਉਹਨਾਂ ਗੁੱਸੇ 'ਚ ਗਾਲੀ ਦੇ ਦੇਣੀ, ਕਿਸੇ ਨੂੰ ਬੁਰਾ ਬੋਲ ਦੇਣਾ। ਤਾਂ ਫਕੀਰਾਂ ਨੇ ਕਈ ਵਾਰ ਸੋਚਿਆ ਕਿ ਇਹਦੀ ਇਹ ਕਮੀ ਹੈ, ਜਦ ਤੱਕ ਇਹ ਕਮੀ ਇਹਦੀ ਦੂਰ ਨਹੀਂ ਹੋਏਗੀ ਉਦੋਂ ਤੱਕ ਇਹਦੀ ਗੱਲ ਨਹੀਂ ਬਣਨੀ। ਪਰ ਹੁਣ ਕਿੱਦਾਂ ਕੀਤਾ ਜਾਵੇ, ਕਿਉਂਕਿ ਸਾਡੇ ਮੂਹਰੇ ਤਾਂ ਬੜਾ ਮਿੱਠਾ ਮਿੱਠਾ ਬੋਲਦਾ ਹੈ। ਜਿੱਦਾਂ ਹੁਣ ਕਈ ਵਾਰ ਦੇਖਿਆ ਨਾ ਕਿ ਸੰਤਾਂ ਫਕੀਰਾਂ ਦੇ ਮੂਹਰੇ ਜਾਂ ਗੁਰੂ ਘਰ ਦੇ ਵਿੱਚ ਤਾਂ ਬੜਾ ਬੰਦਾ ਸੇਵਾ ਕਰਦਾ, ਹੱਥ ਜੋੜ ਕੇ ਖੜਦਾ ਹੈ, ਜਦੋਂ ਥੋੜਾ ਬਾਹਰ ਆਉਂਦਾ ਹੈ ਤਾਂ ਫਿਰ ਕਹਿੰਦਾ ਆ ਜਾ, ਕੌਣ ਹੈ, ਦੇਖ ਲੈਂਦੇ ਤੈਨੂੰ ਵੀ, ਫਿਰ ਲੜਨ ਨੂੰ ਤਿਆਰ ਹੋ ਜਾਂਦਾ ਹੈ। ਤੁਸੀਂ ਤਾਂ ਨਹੀਂ ਇੱਦਾਂ ਕਰਦੇ? ਕੋਈ ਨਹੀਂ, ਚੈੱਕ ਕਰਨਾ ਪੈਣਾ ਤੁਹਾਨੂੰ, ਕਿਉਂਕਿ ਇਦਾਂ ਕਰਕੇ ਤੁਸੀਂ ਆਪਣੇ ਜੀਵਨ ਨੂੰ ਪਰੇਸ਼ਾਨੀਆਂ ਨਾਲ ਭਰ ਲਓਗੇ, ਆਪਣੇ ਜੀਵਨ ਨੂੰ ਤਕਲੀਫਾਂ ਨਾਲ ਭਰ ਲਓਗੇ। ਜੇ ਰੱਬ ਦੀ ਖੁਸ਼ੀ ਚਾਹੀਦੀ, ਉਹ ਸੱਚੇ ਪ੍ਰਭੂ ਨੂੰ ਖੁਸ਼ ਕਰਨਾ ਹੈ, ਤਾਂ ਫਿਰ ਯਾਦ ਰੱਖੋ ਕਿ ਉਹਦੀ ਖੁਸ਼ੀ ਦੀ ਖਾਤਰ ਤਾਂ ਉਹਦੇ ਪਿਆਰਿਆਂ ਨੇ ਬੜੀਆਂ ਬੜੀਆਂ ਕੁਰਬਾਨੀਆਂ ਵੀ ਦਿੱਤੀਆਂ ਕਿ ਨਹੀਂ। ਇਤਿਹਾਸ ਪੜ੍ਹ ਕੇ ਦੇਖ ਲਓ, ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਦੀ ਜ਼ਿੰਦਗੀ, ਕਿ ਉਹਨਾਂ ਨੇ ਆਪਣੇ ਸੱਚੇ ਰੱਬ ਨੂੰ ਖੁਸ਼ ਕਰਨ ਦੀ ਖਾਤਰ ਆਪਣੀਆਂ ਵੀ, ਆਪਣੇ ਪਰਿਵਾਰਾਂ ਦੀਆਂ ਵੀ ਕੁਰਬਾਨੀਆਂ ਹੱਸ ਕੇ ਦੇ ਦਿੱਤੀਆਂ। ਸਿਰਫ ਕੀ ਸੀ ਕਿ ਸਾਡਾ ਰੱਬ ਖੁਸ਼ ਰਵੇ। ਹੁਣ ਇੱਥੇ ਫਕੀਰਾਂ ਨੇ ਜਦੋਂ ਦੇਖਿਆ ਕਿ ਸਾਡੇ ਸਾਹਮਣੇ ਤਾਂ ਬੜਾ ਵਧੀਆ ਰਹਿੰਦਾ ਹੈ, ਪਰ ਪਿੱਛੋਂ ਕਈ ਸ਼ਿਕਾਇਤਾਂ ਇਹਦੀਆਂ ਆਉਂਦੀਆਂ ਹੈ, ਪਰ ਜੇ ਇਹਨੂੰ ਕਹਿੰਦੇ ਆ ਤਾਂ ਫਿਰ ਇਹਨੂੰ ਕਿਤੇ ਤਕਲੀਫ ਵੀ ਨਾ ਹੋਵੇ, ਕਿਉਂਕਿ ਪਿਆਰ ਵੀ ਸਾਡੇ ਨਾਲ ਬੜਾ ਕਰਦਾ, ਇਸ ਲਈ ਤਰੀਕੇ ਨਾਲ ਹੀ ਸਮਝਾਉਣਾ ਪੈਣਾ ਇਹਨੂੰ। ਹੁਣ ਉਹ ਜਿਹੜਾ ਆਦਮੀ ਸੀ ਉਹਨੂੰ ਜਾਣਕਾਰੀ ਬੜੀ ਸੀ, ਜਿੱਦਾਂ ਜਾਨਵਰਾਂ ਦੀ ਜਾਣਕਾਰੀ, ਪਸ਼ੂਆਂ ਦੀ ਜਾਣਕਾਰੀ। ਹੁਣ ਇੱਕ ਵਾਰ ਫਕੀਰਾਂ ਨੇ ਇੱਕ ਜਾਨਵਰ ਖਰੀਦਣਾ ਸੀ, ਸਮਝ ਲਓ ਘੋੜਾ ਖਰੀਦਣਾ ਸੀ ਇੱਕ, ਤਾਂ ਉਹਨੂੰ ਕਹਿੰਦੇ ਚੱਲ ਚਲੀਏ ਘੋੜਾ ਖਰੀਦਣਾ ਆਪਾਂ, ਕਿਉਂਕਿ ਤੈਨੂੰ ਜਾਨਵਰਾਂ ਬੜੀ ਜਾਣਕਾਰੀ ਹੈ, ਪਸ਼ੂਆਂ ਬਾਰੇ, ਕੋਈ ਚੰਗਾ ਜਿਹਾ ਘੋੜਾ ਦੇਖ ਕੇ ਖਰੀਦਣਾ ਹੈ। ਹੁਣ ਚਲੇ ਗਏ ਉਸ ਜਗ੍ਹਾ ਜਿੱਥੇ ਘੋੜੇ ਵਿਕਦੇ ਆ, ਬਾਜ਼ਾਰ ਦੇ ਵਿੱਚ ਕਾਫੀ ਘੋੜੇ ਖੜੇ ਆ। ਹੁਣ ਫਕੀਰ ਇਹਨੂੰ ਕਹਿੰਦੇ ਚੱਲ ਵੀ ਦੇਖ ਲੈ, ਕੋਈ ਵਧੀਆ ਜਿਹਾ ਘੋੜਾ ਚੈੱਕ ਕਰ ਲੈ, ਦੇਖ ਲੈ, ਫਿਰ ਉਹੀ ਲੈ ਲਵਾਂਗੇ। ਹੁਣ ਤੁਹਾਨੂੰ ਪਤਾ ਨਾ, ਕੋਈ ਮੱਝ ਲੈਣ ਜਾਂਦਾ, ਕੋਈ ਗਊ ਲੈਣ ਜਾਂਦਾ, ਕੋਈ ਘੋੜਾ ਲੈਣ ਜਾਂਦਾ, ਬੰਦਾ ਕਿੱਦਾਂ ਚੈੱਕ ਕਰਦਾ? ਉਹਦੇ ਖੁਰ ਦੇਖਦਾ ਹੈ, ਖੁਰ ਠੀਕ ਹੈ, ਉਹਦੇ ਦੰਦ ਦੇਖਦਾ, ਮੂੰਹ ਖੋਲ ਕੇ ਦੰਦ ਠੀਕ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਉਹਦੀਆਂ ਅੱਖਾਂ ਚੈੱਕ ਕਰਦਾ ਹੈ ਕਿ ਅੱਖਾਂ ਠੀਕ ਹੈ। ਜਿੱਦਾਂ ਨੱਥੂ ਲਾਲ, ਉਹਨਾਂ ਮੱਝ ਵੇਚਣੀ ਸੀ ਤਾਂ ਉਹਦੀ ਮੱਝ ਦੀ ਇੱਕ ਅੱਖ ਹੈ ਨਹੀਂ ਸੀ। ਇੱਕ ਆਦਮੀ ਖਰੀਦਣ ਆਇਆ, ਕਹਿੰਦਾ ਜੀ ਕਿੰਨੇ ਪੈਸੇ? ਨੱਥੂ ਲਾਲ ਕਹਿੰਦਾ 50,000 ਰੁਪਇਆ। ਉਹ ਕਹਿੰਦਾ ਮੈਂ ਤਾਂ ਇਹਦਾ 25 ਦੇਣਾ ਹੈ। ਨੱਥੂ ਲਾਲ ਕਹਿੰਦਾ ਕਿਉਂ? ਕਹਿੰਦਾ ਇੱਕ ਅੱਖ ਤਾਂ ਇਹਦੀ ਕਾਣੀ ਹੈ, ਅੱਖਾਂ ਦੋ ਹੁੰਦੀਆਂ ਤਾਂ 50,000 ਦਿੰਦਾ, ਇੱਕ ਅੱਖ ਕਾਣੀ, ਇਸ ਲਈ 25 ਦੇਣਾ ਹੈ। ਉਹ ਨੱਥੂ ਲਾਲ ਕਹਿੰਦਾ ਇੱਕ ਗੱਲ ਦੱਸ, ਤੂੰ ਇਹਦਾ ਦੁੱਧ ਲੈਣਾ ਜਾਂ ਨੈਣ ਮਟੱਕਾ ਕਰਨਾ ਇਹਦੇ ਨਾਲ? ਤੂੰ ਹੈ ਦੁੱਧ ਚੋਣਾ ਨਾ, ਗੱਲ ਤਾਂ ਦੁੱਧ ਦੀ ਹੈ, ਇਸ ਕਰਕੇ ਇੱਕ ਅੱਖ ਕਾਣੀ ਦਾ ਕੀ ਹੋਇਆ?
ਤੂੰ ਨੈਣ ਮਟੱਕਾ ਥੋੜੀ ਇਹਦੇ ਨਾਲ ਕਰਨਾ। ਇਸ ਕਰਕੇ ਇੱਧਰ ਇਹ ਤਾਂ ਹਸੀ ਵਾਲੀ ਗੱਲ ਸੀ, ਕਿਉਂਕਿ ਖੁਸ਼ ਰਿਹਾ ਕਰੋ ਥੋੜਾ ਜਿਹਾ। ਪ੍ਰਮਾਤਮਾ ਤੁਹਾਡੇ ਅੰਦਰ ਬੈਠਾ, ਜਦੋਂ ਤੁਸੀਂ ਸਮਾਈਲ ਕਰਦੇ ਹੋ ਨਾ, ਹੱਸਦੇ ਹੋ, ਤੁਹਾਡੇ ਅੰਦਰ ਬੈਠਾ ਤੁਹਾਡਾ ਰੱਬ ਹੱਸਦਾ ਹੈ। ਹੱਸ ਕੇ ਦਿਖਾਓਗੇ ਥੋੜਾ ਜਿਹਾ। ਕਿਹੜਾ ਆਪਣੇ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ? ਤਾਂ ਪਹਿਲਾਂ ਇੱਥੋਂ ਹੀ ਖੁਸ਼ ਰਿਹਾ ਕਰੋ ਥੋੜਾ ਜਿਹਾ। ਜਿੰਨਾ ਤੁਸੀਂ ਦੁਖੀ ਹੋ ਕੇ, ਉਦਾਸ ਹੋ ਕੇ ਬੈਠੇ ਰਹਿੰਦੇ ਹੋ, ਫਿਰ ਕਹਿੰਦੇ ਰੱਬ ਸਾਡੇ ਅੰਦਰ ਹੈ। ਤੇ ਜੇ ਰੱਬ ਅੰਦਰ ਹੈ, ਤੁਸੀਂ ਉਦਾਸ ਹੋਵੋਗੇ, ਤਾਂ ਕੀ ਅੰਦਰ ਬੈਠਾ ਉਹ ਉਦਾਸ ਨਹੀਂ ਹੋਏਗਾ? ਕੀ ਅੰਦਰ ਬੈਠਾ ਉਹ ਪਰੇਸ਼ਾਨ ਨਹੀਂ ਹੋਏਗਾ? ਉਹ ਏਡਾ ਵੱਡਾ ਪਰਮਾਨੰਦ ਤੁਹਾਡੇ ਅੰਦਰ ਬੈਠਾ ਹੋਵੇ ਤਾਂ ਤੁਸੀਂ ਐਵੇਂ ਹਾਏ ਹਾਏ ਕਰੀ ਜਾਂਦੇ ਹੋ, ਚਿੰਤਾ ਕਰੀ ਜਾਂਦੇ ਹੋ। ਤੁਹਾਨੂੰ ਤਾਂ ਦਿਲ ਤੇ ਹੱਥ ਰੱਖ ਕੇ ਕਹਿਣਾ ਚਾਹੀਦਾ ਹੈ ਕਿ ਮੈਨੂੰ ਕਿਸੇ ਦਾ ਡਰ ਨਹੀਂ ਹੈ, ਮੈਨੂੰ ਕੋਈ ਚਿੰਤਾ ਨਹੀਂ ਹੈ, ਕਿਉਂਕਿ ਮੇਰਾ ਮਾਲਿਕ ਉਹ ਮੇਰੇ ਅੰਦਰ ਵਸਦਾ ਹੈ। ਮੈਂ ਕਿਉਂ ਚਿੰਤਾ ਕਰਾਂ, ਮੈਂ ਕਿਉਂ ਡਰਾਂ ਜਦ ਮੇਰਾ ਮਾਲਿਕ ਮੇਰੇ ਅੰਦਰ ਵਸਦਾ ਹੈ। ਨਾ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣਹਾਰ। ਡੋਲਦਾ ਕਿਉਂ ਹੈ, ਚਿੰਤਾ ਕਿਉਂ ਕਰਦਾ ਹੈ? ਆਪਣੇ ਸਿਰਜਣਹਾਰ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਕਿ ਮੇਰਾ ਮਾਲਿਕ ਹਰ ਕਦਮ ਤੇ ਮੇਰੇ ਨਾਲ ਹੈ। ਹੁਣ ਫਕੀਰਾਂ ਨੇ ਕਿਹਾ ਉਸ ਨੂੰ ਕੋਈ ਚੰਗਾ ਜਿਹਾ ਘੋੜਾ ਦੇਖ ਲਾ। ਹੁਣ ਉਹ ਵੀ ਕੱਲੇ ਕੱਲੇ ਘੋੜੇ ਕੋ ਜਾਵੇ, ਕਦੀ ਉਹਦੇ ਖੁਰ ਚੱਕੇ, ਕਦੀ ਪਿੱਛੇੋਂ ਦੇਖੇ ਪੂਛ ਚੱਕ ਕੇ, ਕਦੀ ਅੱਗੇੋਂ ਦੇਖੇ ਮੂੰਹ ਖੋਲ ਕੇ, ਕਦੀ ਉਹ ਕਿੱਦਾਂ ਚੈੱਕ ਕਰੇ, ਕਦੀ ਹੱਥ ਮਾਰ ਕੇ ਉੱਪਰ ਦੇਖੇ ਕਿ ਜਾਨ ਹੈ ਕਿ ਨਹੀਂ ਇਹ 'ਚ। ਹੁਣ ਜਦੋਂ ਅੱਗੇ ਜਾਂਦਾ ਕਹਿੰਦਾ ਮਹਾਰਾਜ ਇਹ ਤੁਹਾਡੇ ਲਾਇਕ ਹੈ ਨਹੀਂ, ਅੱਗੇ ਚੱਲਦੇ ਹਾਂ। ਹੁਣ ਜਿਹਨੂੰ ਰਿਜੈਕਟ ਕਰ ਦਿੰਦਾ ਹੈ, ਰਿਜੈਕਟ ਦਾ ਮਤਲਬ ਉਹ ਕਹਿੰਦਾ ਜਾਂਦਾ ਤੁਹਾਡੇ ਲਾਇਕ ਹੈ ਨਹੀਂ। ਹੁਣ ਅੱਗੇ ਜਦੋਂ ਜਾਂਦੇ ਤਾਂ ਫਕੀਰ ਉਸ ਘੋੜੇ ਕੋ ਜਾਂਦੇ, ਉਹਦੇ ਮੂੰਹ ਦੇ ਕੋਲ ਕੰਨ ਏਦਾਂ ਕਰਕੇ ਕੁਝ ਸੁਣਦੇ ਆ, ਯਾਨੀ ਘੋੜੇ ਦੇ ਮੂੰਹ ਦੇ ਕੋਲ ਏਦਾਂ ਕੰਨ ਲੈ ਜਾਂਦੇ ਕੁਝ ਸੁਣਦੇ ਹੋਏ। ਹੁਣ ਜਦੋਂ ਅੱਗੇ ਜਾ ਰਿਹਾ ਉਹ ਦੂਜੇ ਘੋੜੇ ਨੂੰ ਦੇਖਣ, ਦੇਖਦਾ ਕਹਿੰਦਾ ਮਹਾਰਾਜ ਇਹ ਤੁਸੀਂ ਕੀ ਸੁਣ ਰਹੇ ਹੋ? ਫਕੀਰ ਕਹਿੰਦੇ ਘੋੜਾ ਕੁਝ ਕਹਿ ਰਿਹਾ ਹੈ, ਉਹ ਸੁਣ ਰਹੇ ਆ, ਚੱਲ ਅੱਗੇ, ਕੋਈ ਗੱਲ ਨਹੀਂ, ਇਹ ਸਾਡੇ ਨਾਲ ਘੋੜੇ ਦੀ ਗੱਲ ਹੈ, ਤੂੰ ਅੱਗੇ ਚੱਲ। ਅਗਲੇ ਘੋੜੇ ਕੋ ਗਏ, ਉਹਨੂੰ ਵੀ ਚੰਗੀ ਤਰ੍ਹਾਂ ਚੈੱਕ ਕੀਤਾ, ਖੁਰ ਦੇਖੇ, ਮੂੰਹ ਦੇਖੇ, ਅੱਖਾਂ ਦੇਖੀਆਂ, ਕਹਿੰਦਾ ਹੱਥ ਮਾਰ ਕੇ ਕਹਿੰਦਾ ਮਹਾਰਾਜ ਇਹ ਵੀ ਤੁਹਾਡੇ ਲਾਇਕ ਨਹੀਂ, ਅੱਗੇ ਚਲੋ। ਤੀਜੇ ਵੱਲ ਵੀ ਵਧਿਆ, ਫਕੀਰ ਦੂਜੇ ਘੋੜੇ ਕੋ ਗਏ, ਉਹਦੇ ਮੂੰਹ ਦੇ ਕੋਲ ਕੰਨ ਲੈ ਕੇ ਗਏ, ਸੁਣਿਆ ਕੁਛ। ਫਿਰ ਉਹ ਕਹਿੰਦਾ ਮਹਾਰਾਜ ਇਹਦੇ ਵੀ ਤੁਸੀਂ ਮੂੰਹ ਦੇ ਕੋਲ ਕੰਨ ਲਿਜਾ ਕੇ ਸੁਣ ਰਹੇ ਹੋ, ਗੱਲ ਕੀ ਹੈ? ਫਕੀਰ ਕਹਿੰਦੇ ਤੈਨੂੰ ਕਹਿੰਦਾ ਤੇਰੇ ਮਤਲਬ ਦੀ ਹੈ ਨਹੀਂ, ਸਾਡੇ ਮਤਲਬ ਦੀ ਹੈ, ਚੱਲ ਤੂੰ ਅੱਗੇ। ਤੀਜੇ ਘੋੜੇ ਕੋ ਗਏ, ਤੀਜੇ ਘੋੜੇ ਨੂੰ ਦੇਖਿਆ, ਕਿਉਂਕਿ ਉੱਥੇ ਕਈ ਘੋੜੇ ਖੜੇ ਸੀ। ਤੀਜੇ ਘੋੜੇ ਨੂੰ ਵੀ ਕਹਿੰਦਾ ਮਹਾਰਾਜ ਇਹ ਵੀ ਤੁਹਾਡੇ ਲਾਇਕ ਹੈ ਨਹੀਂ। ਫਕੀਰ ਫਿਰ ਅੱਗੇ ਵਧੇ, ਔਰ ਫਿਰ ਫਕੀਰਾਂ ਨੇ ਘੋੜੇ ਦੇ ਮੂੰਹ ਦੇ ਕੋਲ ਕੰਨ ਲਿਜਾ ਕੇ ਸੁਣਿਆ। ਹੁਣ ਤਾਂ ਉਹ ਰੁਕ ਹੀ ਗਿਆ, ਕਹਿੰਦਾ ਮਹਾਰਾਜ ਇੱਕ ਗੱਲ ਦੱਸੋ ਮੈਨੂੰ, ਹੁਣ ਮੈਂ ਅੱਗੇ ਤਾਂ ਵਧਣਾ ਆ, ਅਗਲਾ ਘੋੜਾ ਤਾਂ ਦੇਖਣਾ, ਪਹਿਲਾਂ ਮੈਨੂੰ ਦੱਸੋ ਤੁਸੀਂ ਘੋੜਿਆਂ ਦੇ ਮੂੰਹ ਦੇ ਕੋਲ ਕੰਨ ਲਿਜਾ ਕੇ ਕੀ ਕਹਿੰਦੇ ਹੋ ਜਾਂ ਸੁਣਦੇ ਹੋ, ਕਰਦੇ ਕੀ ਹੋ ਤੁਸੀਂ? ਫਕੀਰ ਕਹਿੰਦੇ ਤੈਨੂੰ ਕਿਹਾ, ਤੈਨੂੰ ਇਹਦੇ ਨਾਲ ਕੀ ਮਤਲਬ, ਤੂੰ ਅੱਗੇ ਚੱਲ, ਤੈਨੂੰ ਇਹਦੇ ਨਾਲ ਕੀ ਮਤਲਬ, ਤੂੰ ਘੋੜਾ ਦੇਖ। ਕਹਿੰਦਾ ਨਹੀਂ ਮਹਾਰਾਜ ਮਤਲਬ ਕਿਉਂ ਨਹੀਂ ਹੈ, ਮੈਂ ਤੁਹਾਡੇ ਨਾਲ ਆਇਆ ਹਾਂ, ਮੈਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਆ ਘੋੜਿਆਂ ਦੇ ਮੂੰਹ ਦੇ ਲਾਗੇ ਆਪਣਾ ਕੰਨ ਲਿਜਾ ਕੇ ਉਹਨਾਂ ਨੇ ਕੀ ਗੁੜ-ਗੁੜ ਕਰਦੇ ਹੋ। ਕਿਉਂਕਿ ਫਕੀਰ ਬੋਲਦੇ ਆ ਕੁਝ ਹੌਲੀ ਹੌਲੀ। ਫਕੀਰ ਕਹਿੰਦੇ ਉਹ ਰਹਿਣ ਦੇ, ਪਰਦੇ ਦੀਆਂ ਗੱਲਾਂ ਆ। ਕਹਿੰਦਾ ਨਹੀਂ ਮਹਾਰਾਜ ਪਰਦਾ ਚੱਕਣਾ ਹੀ ਪੈਣਾ, ਚੱਕੋ ਪਰਦਾ, ਫੇਰ ਹੀ ਅੱਗੇ ਦੇਖਣਾ ਮੈਂ ਚੌਥਾ ਘੋੜਾ। ਫਕੀਰ ਕਹਿੰਦੇ ਵੇ ਸੁਣ, ਇਹ ਘੋੜੇ ਮੈਨੂੰ ਕਹਿੰਦੇ ਆ, ਜਦੋਂ ਤੂੰ ਇਹਨੂੰ ਚੈੱਕ ਕਰਕੇ ਕਹਿੰਦਾ ਨਾ ਮਹਾਰਾਜ ਇਹ ਤੁਹਾਡੇ ਲਾਇਕ ਹੈ ਨਹੀਂ, ਤਾਂ ਘੋੜੇ ਮੈਨੂੰ ਕਹਿੰਦੇ ਆ ਕਿ ਮਹਾਰਾਜ ਜਰਾ ਆਪਣੇ ਸੇਵਕ ਨੂੰ ਵੀ ਪੁੱਛ ਲਓ, ਸਾਨੂੰ ਤਾਂ ਚੈੱਕ ਕਰ ਕਰਕੇ ਕਹੀ ਜਾਂਦੇ ਚ ਆਹ ਕਮੀ ਹੈ, ਚ ਆਹ ਕਮੀ ਹੈ, ਇਹਦੇ ਦੰਦ ਨਹੀਂ ਚੰਗੇ, ਖੁਰ ਨਹੀਂ ਚੰਗੇ, ਇਦਾਂ ਨਹੀਂ ਚੰਗਾ, ਇਹ ਤੁਹਾਡੇ ਲਾਇਕ ਨਹੀਂ ਹੈ। ਤਾਂ ਜਿਹੜੀਆਂ ਇਹਦੇ ਅੰਦਰ ਕ੍ਰੋਧ ਹੈ, ਨਫ਼ਰਤ ਹੈ, ਬੁਰਾਈ ਹੈ, ਇਹ ਜਿਹੜਾ ਤੁਹਾਡੇ ਲਾਇਕ ਹੈ ਵੀ ਤਾਂ ਤੁਹਾਡੇ ਨਾਲ ਹੀ ਘੁੰਮਦਾ ਪਿਆ ਹੈ। ਇਹ ਤੁਹਾਡੇ ਲਾਇਕ ਹੈ ਕੋਈ ਜਿਹਦੇ ਅੰਦਰ ਇੰਨੀਆਂ ਬੁਰਾਈਆਂ ਹੈ, ਗੱਲ ਗੱਲ ਤੇ ਗੁੱਸਾ ਕਰਦਾ, ਗੱਲ ਗੱਲ ਤੇ ਬੁਰੇ ਸ਼ਬਦ ਬੋਲਦਾ ਹੈ, ਸਾਡੀਆਂ ਕਮੀਆਂ ਤਾਂ ਦੱਸੀ ਜਾਂਦਾ ਹੈ ਕਿ ਘੋੜੇ ਅੰਦਰ ਆਹ ਕਮੀ ਹੈ, ਤੁਹਾਡੇ ਲਾਇਕ ਨਹੀਂ। ਆਪਣੀ ਕਮੀ ਦੇਖੀਏ ਨਾ ਕਿ ਆਪ ਕਮੀਆਂ ਨਾਲ ਭਰਿਆ ਹੈ, ਜਦ ਇਹ ਕਮੀਆਂ ਨਾਲ ਭਰਿਆ ਹੋ ਕੇ ਤੁਹਾਡੇ ਨਾਲ ਘੁੰਮ ਸਕਦਾ ਤਾਂ ਅਸੀਂ ਕਿਉਂ ਨਹੀਂ? ਸਮਝ ਆ ਰਹੀ ਹੈ ਸਾਡੀ ਗੱਲ? ਹੁਣ ਜਦੋਂ ਇੰਨੀ ਗੱਲ ਕਹੀ ਤਾਂ ਉਸਲੇ ਉਹਦੇ ਦਿਲ ਤੇ ਚੋਟ ਵੱਜੀ, ਉਸਲੇ ਦਿਲ ਤੇ ਚੋਟ ਵੱਜੀ, ਕਿਉਂਕਿ ਕੁਝ ਗੱਲਾਂ ਹੁੰਦੀਆਂ ਹੈ, ਕੁਝ ਅਸਰ ਹੁੰਦੇ ਹੈ ਕਿ ਜਦੋਂ ਉਹ ਗੱਲ ਦੀ ਸੱਟ ਦਿਲ ਤੇ ਵੱਜਦੀ ਹੈ ਤਾਂ ਫੇਰ ਹੀ ਇਨਸਾਨ ਦੀ ਜ਼ਿੰਦਗੀ ਬਦਲਦੀ ਹੈ। ਹੁਣ ਅਸੀਂ ਵੀ ਥੋੜਾ ਚੈੱਕ ਕਰਨਾ ਹੈ ਕਿ ਹਰ ਚੀਜ਼ ਅਸੀਂ ਲੈਂਦੇ ਆ, ਫਰੂਟ ਲੈਣ ਜਾਂਦੇ ਆ, ਦੇਖਦੇ ਆ ਫਰੂਟ ਸਾਡੇ ਲਾਇਕ ਹੈ ਜਾਂ ਨਹੀਂ, ਦੇਖਦੇ ਆ ਕਿ ਨਹੀਂ? ਅੱਛਾ ਤੁਸੀਂ ਫਰੂਟ ਉਹਦੇ ਚੱਕ ਕੇ ਲੈ ਲੈਂਦੇ ਹੋ ਜਾਂ ਪਹਿਲਾਂ ਚੈੱਕ ਕਰਦੇ ਹੋ ਸੇਬ ਗਲਿਆ ਤਾਂ ਨਹੀਂ, ਸੇਬ ਦਾਗੀ ਤਾਂ ਨਹੀਂ, ਔਰੰਜ ਠੀਕ ਹੈ, ਅੰਗੂਰ ਠੀਕ ਹੈ, ਜੋ ਵੀ ਤੁਸੀਂ ਲੈਣਾ ਹੋਵੇ, ਸਮਝਦੇ ਹੋ ਕਿ ਨਹੀਂ? ਮੈਂਗੋ ਲੈਣਾ ਹੋਵੇ, ਲੀਚੀ ਲੈਣੀ ਹੋਵੇ, ਕੋਈ ਵੀ ਚੀਜ਼ ਲੈਣੀ ਹੋਵੇ, ਤੁਸੀਂ ਹਰ ਚੀਜ਼ ਨੂੰ ਤੁਸੀਂ ਦੇਖਦੇ ਹੋ, ਤਾਂ ਤੁਸੀਂ ਦੇਖਦੇ ਹੋ ਸਾਫ਼ ਸੁਥਰਾ ਹੈ ਕਿ ਨਹੀਂ, ਉਹਨੂੰ ਸਮਝਦੇ ਹੋ ਕਿ ਨਹੀਂ? ਔਰ ਕਈ ਵਾਰ ਤਾਂ ਦੇਖਿਆ ਜਦੋਂ ਛੋਟੇ ਛੋਟੇ ਫਲ ਹੁੰਦੇ, ਲੀਚੀ ਬੰਦਾ ਛਿਲ ਕੇ ਖਾ ਕੇ ਵੀ ਦੇਖਦਾ ਕਿ ਸਵਾਦ ਵੀ ਹੈ ਜਾਂ ਖੱਟੀ ਹੈ, ਮਿੱਠੀ ਕਿੱਦਾਂ ਦੀ ਹੈ। ਸਮਝ ਆ ਰਹੀ ਹੈ ਸਾਡੀ ਗੱਲ? ਚੈੱਕ ਕਰਦੇ ਹੋ ਜਾਂ ਨਹੀਂ? ਜਵਾਬ ਕਿਉਂ ਨਹੀਂ ਦਿੰਦੇ ਤੁਸੀਂ? ਚੈੱਕ ਕਰਦੇ ਹੋ? ਹੁਣ ਜ਼ਰਾ ਸੋਚੋ, ਜੇ ਛੋਟਾ ਜਿਹਾ ਫਰੂਟ ਲੈਣ ਦੇ ਵਾਸਤੇ ਅਸੀਂ ਦੇਖਦੇ ਹਾਂ ਸਾਡੇ ਲਾਇਕ ਹੈ ਜਾਂ ਨਹੀਂ, ਤਾਂ ਫਿਰ ਅਸੀਂ ਇਹ ਕਿਉਂ ਨਹੀਂ ਆਪਣੇ ਜੀਵਨ ਬਾਰੇ ਸੋਚਦੇ ਕਿ ਅਸੀਂ ਉਹ ਕਰਮ ਕਰਦੇ ਹਾਂ ਕਿ ਆਪਣੇ ਮਾਲਕ ਦੇ ਲਾਇਕ ਹੋ ਸਕੀਏ? ਸਮਝਦੇ ਹੋ ਕਿ ਨਹੀਂ? ਚੀਜ਼ਾਂ ਅੰਦਰ ਤਾਂ ਅਸੀਂ ਬਹੁਤ ਕਮੀਆਂ ਕੱਢਦੇ ਹਾਂ, ਨੁਕਸ ਕੱਢਦੇ ਹਾਂ, ਬਹੁਤ ਕੁਝ ਕਹਿੰਦੇ ਹਾਂ, ਪਰ ਕੀ ਅਸੀਂ ਉਹ ਕਰਮ ਕਰਦੇ ਹਾਂ ਕਿ ਕੱਲ ਨੂੰ ਸਾਡਾ ਮਾਲਿਕ ਕਹਿ ਸਕੇ ਕਿ ਹਾਂ ਬਈ ਇਹਨੇ ਉਹ ਕਰਮ ਕੀਤੇ ਆ, ਮੇਰੇ ਲਾਇਕ ਹੈ? नहीं तो जितना जीसस क्राइस्ट ने किया है कि अगर तुम क्षमा करोगे तो तुम्हें भी क्षमा
किया जाएगा, अगर तुम दया करोगे तो तुम पर भी दया की जाएगी। ਹੁਣ ਉਹ ਦੱਸਦੇ ਆ ਕਿ ਜੇ ਤੂੰ ਦੂਜਿਆਂ ਨੂੰ ਮਾਫ ਕਰੇਗਾ ਫਿਰ ਰੱਬ ਤੈਨੂੰ ਮਾਫ ਕਰੇਗਾ, ਜੇ ਤੂੰ ਦੂਜਿਆਂ ਨੂੰ क्षमा ਕਰੇਗਾ ਫਿਰ ਤੈਨੂੰ ਰੱਬ क्षमा ਕਰੇਗਾ, ਜੇ ਤੂੰ ਦੂਜਿਆਂ ਤੇ ਦਇਆ ਕਰੇਗਾ ਤਾਂ ਫਿਰ ਰੱਬ ਤੇਤੇ ਦਇਆ ਕਰੇਗਾ। ਜਿੱਦਾਂ ਹਜ਼ੂਰ ਗੌਸ ਨੂੰ ਪੀਰਾਂ ਨੇ ਪੀਰ ਜਨਾਬ ਦਸਤਗੀਰ ਹਜ਼ੂਰ ਨੂੰ ਉਹਨਾਂ ਦੇ ਇੱਕ ਸੇਵਕ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਕਹਿੰਦੇ ਹੋ ਕਿ ਮਾਫ ਕਰੋ, ਕਿੰਨੀ ਕੁ ਵਾਰ ਬੰਦੇ ਨੂੰ ਮਾਫ ਕਰਨਾ ਚਾਹੀਦਾ ਹੈ? ਇੱਕ ਵਾਰ ਗਲਤੀ ਕਰੇ ਮਾਫ ਕਰ ਦਿੱਤਾ, ਦੂਜੀ ਵਾਰ ਕਰੇ ਮਾਫ ਕਰ ਦਿੱਤਾ, ਤੀਜੀ ਵਾਰ ਕਰੇ ਮਾਫ ਕਰ ਦਿੱਤਾ, ਕਿ ਇਹ ਦੱਸੋ ਕਿ ਕਿੰਨੀ ਕੁ ਵਾਰ ਗਲਤੀ ਤੇ ਬੰਦੇ ਨੂੰ ਮਾਫ ਕਰਨਾ ਚਾਹੀਦਾ ਹੈ? ਤਾਂ ਹਜ਼ੂਰ ਨੇ ਮੁਸਕਰਾ ਕੇ ਕਿਹਾ, ਕਹਿੰਦੇ ਤੂੰ ਪੁੱਛ ਰਿਹਾ ਹੈ ਕਿ ਇਨਸਾਨ ਦੂਜੇ ਨੂੰ ਕਿੰਨੀ ਕੁ ਵਾਰ ਮਾਫ ਕਰੇ? ਕਿੰਨੀ ਕੁ ਵਾਰ? ਤਾਂ ਸੁਣ, ਜਿੰਨੀ ਵਾਰ ਤੂੰ ਚਾਹੁੰਦਾ ਤੇਰਾ ਰੱਬ ਤੈਨੂੰ ਮਾਫ ਕਰੇ, ਉਨੀ ਵਾਰ ਤੂੰ ਦੂਜੇ ਨੂੰ ਮਾਫ ਕਰ। ਸਮਝ ਆ ਰਹੀ ਹੈ ਸਾਡੀ ਗੱਲ? ਹੁਣ ਰੱਬ ਤੋਂ ਤਾਂ ਅਸੀਂ ਚਾਹੁੰਦੇ ਆ ਮੈਂ 100 ਗਲਤੀਆਂ ਕਰਾਂ, ਰੱਬ ਤਾਂ ਵੀ ਮੈਨੂੰ ਮਾਫ ਕਰ ਦੇਵੇ, ਪਰ ਦੂਜਾ ਇੱਕ ਗਲਤੀ ਕਰੇ ਤਾਂ ਅਸੀਂ ਕੀ ਕਰਦੇ ਆ? ਉਹਨੂੰ ਗਾਲੀ ਦਿੰਦੇ ਆ, ਇੱਥੇ ਤੱਕ ਕਿ ਝਗੜੇ ਹੋ ਜਾਂਦੇ ਆ ਕਿ ਕੋਰਟ ਕਚਹਿਰੀਆਂ ਤੱਕ ਗਲਤੀਆਂ ਗੱਲਾਂ ਪਹੁੰਚ ਜਾਂਦੀਆਂ ਹੈ, ਜ਼ਿੰਦਗੀ ਨਫ਼ਰਤ ਨਾਲ ਭਰ ਜਾਂਦੀ ਹੈ। ਹੁਣ ਅਸੀਂ ਅਗਰ ਪ੍ਰਮਾਤਮਾ ਨੂੰ ਖੁਸ਼ ਕਰਨਾ ਹੈ ਤਾਂ ਇਹ ਗੱਲ ਯਾਦ ਰੱਖੋ ਕਿ ਜੇ ਅਸੀਂ ਉਹਦੀ ਰਹਿਮਤ ਚਾਹੁੰਦੇ ਆ, ਕਿਰਪਾ ਚਾਹੁੰਦੇ ਆ, ਤਾਂ ਫਿਰ ਸਾਨੂੰ ਉਹ ਕਰਮ ਵੀ ਦੱਸਦੇ ਹੁਣ ਕੀ ਕਰਨਾ ਹੈ, ਕਰਨੇ ਪੈਣਗੇ। ਕਰਨੇ ਪੈਣਗੇ ਕਿ ਨਹੀਂ? ਹੁਣ ਤੁਸੀਂ ਚਾਹੁੰਦੇ ਹੋ ਰੱਬ ਤੁਹਾਡੇ ਤੇ ਦਇਆ ਕਰੇ, ਚਾਹੁੰਦੇ ਹੋ ਤਾਂ ਫਿਰ ਹੁਣ ਤੁਸੀਂ ਅੱਜ ਤੋਂ ਫੈਸਲਾ ਕਰ ਲਓ ਕਿ ਮੈਂ ਵੀ ਦੂਜਿਆਂ ਤੇ ਦਇਆ ਕਰਨੀ, ਮੈਂ ਕਿਸੇ ਤੇ ਜ਼ੁਲਮ ਨਹੀਂ ਕਰਨਾ। ਸਮਝਦੇ ਹੋ ਕਿ ਨਹੀਂ? ਕਈ ਵਾਰ ਅਸੀਂ ਦੇਖਿਆ ਕੁੱਤਾ ਬੈਠਾ ਹੋਵੇ ਤਾਂ ਬੰਦਾ ਜਾਂਦਾ ਪੱਥਰ ਚੱਕ ਕੇ ਉਹਦੇ ਮਾਰ ਦਿੰਦਾ ਹੈ, ਉਹਦੇ ਮਨ 'ਚ ਦਇਆ ਹੀ ਹੈ ਨਹੀਂ। ਇੱਥੇ ਤੱਕ ਕਿ ਇੱਕ ਫਕੀਰ ਸੀ, ਜਰਾ ਗੌਰ ਕਰਨਾ, ਆਪਣੇ ਸੇਵਕਾਂ ਨਾਲ ਜਾ ਰਹੇ ਸੀ, ਕੀ ਦੇਖਿਆ? ਛੋਟੀ ਜਿਹੀ ਪੱਗ ਡੰਡੀ ਸੀ, ਇੱਧਰ ਵੀ ਝਾੜੀਆਂ ਉੱਧਰ ਵੀ ਝਾੜੀਆਂ, ਸਾਹਮਣੇ ਕੁੱਤੀ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਰਹੀ ਉਸੇ ਰਸਤੇ 'ਚ, ਛੋਟੇ ਛੋਟੇ ਕਤੂਰੇ ਹੈ, ਦੁੱਧ ਪੀ ਰਹੇ ਆਪਣੀ ਮਾਂ ਦਾ। ਫਕੀਰਾਂ ਨੇ ਜਦੋਂ ਦੂਰੋਂ ਦੇਖਿਆ, ਫਕੀਰ ਰੁਕੇ, ਕਹਿੰਦੇ ਆਓ ਘੁੰਮ ਕੇ ਚੱਲਦੇ ਆ। ਕਹਿੰਦੇ ਮਹਾਰਾਜ ਝਾੜੀਆਂ ਆ, ਝਾੜੀਆਂ ਵਿੱਚ ਦੀ ਜਾਵਾਂਗੇ ਕੰਡੇ ਲੱਗਣਗੇ। ਉਹ ਕਹਿੰਦੇ ਕੋਈ ਨਹੀਂ, ਅਸੀਂ ਇਨਸਾਨ ਹੈ, ਰਸਤਾ ਬਣਾ ਲਵਾਂਗੇ, ਪਰ ਜੇ ਇੱਧਰ ਹੀ ਜਾਂਦੇ ਆ ਤਾਂ ਦੇਖੋ ਉਹ ਜਾਨਵਰ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਰਿਹਾ, ਉਹਨਾਂ ਨੂੰ ਪਰੇਸ਼ਾਨੀ ਆਏਗੀ। ਉਹ ਫਕੀਰ ਤਾਂ ਇੰਨੀ ਵੀ ਚੀਜ਼ ਦਾ ਖਿਆਲ ਰੱਖਦੇ ਆ ਕਿ ਮੇਰੀ ਵਜ੍ਹਾ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ। ਤਾਂ ਬੰਦਾ ਕੀ ਕਰਦਾ ਹੈ? ਬੰਦਾ ਮਜ਼ੇ ਲੈਂਦਾ ਦੂਜਿਆਂ ਨੂੰ ਪਰੇਸ਼ਾਨੀ ਦੇਖ ਕੇ, ਦੂਜਿਆਂ ਦੇ ਪੱਥਰ ਮਾਰ ਕੇ, ਦੂਜਿਆਂ ਨੂੰ ਤਕਲੀਫ ਦੇ ਕੇ ਬੰਦਾ ਖੁਸ਼ ਹੁੰਦਾ ਕਿ ਦੇਖਿਆ ਉਹ ਦੇਖ ਦੇਖ ਇਦਾਂ ਹੋਣੀ ਹੈ, ਹੋ ਜਾਂਦਾ ਕਿ ਨਹੀਂ? ਜਵਾਬ ਦਿਓ ਸਾਨੂੰ। ਇਸ ਕਰਕੇ ਹੁਣ ਜੇ ਦੂਜਿਆਂ ਨੂੰ ਤੁਸੀਂ ਤਕਲੀਫ ਦੇ ਕੇ ਆਪ ਖੁਸ਼ ਰਹੋਗੇ, ਸੋਚੋਗੇ ਕਿ ਇਹ ਮੈਨੂੰ ਖੁਸ਼ੀ ਹੋਣੀ, ਤਾਂ ਯਾਦ ਰੱਖੋ ਕਿਸੇ ਨੂੰ ਤਕਲੀਫ ਦੇ ਕੇ ਤੁਹਾਡੇ ਜੀਵਨ 'ਚ ਖੁਸ਼ੀ ਕਦੀ ਆ ਹੀ ਨਹੀਂ ਸਕਦੀ। ਉਸ ਲਈ ਤੁਸੀਂ ਥੋੜਾ ਹੱਸ ਜ਼ਰੂਰ ਲਾਓਗੇ ਕਿਸੇ ਨੂੰ ਤਕਲੀਫ ਦੇ ਕੇ। ਬਸ ਫਰਜ਼ ਕਰੋ ਕੁੱਤੇ ਦੇ ਪੱਥਰ ਮਾਰ ਕੇ ਤੁਸੀਂ ਹੱਸ ਜ਼ਰੂਰ ਲਾਓਗੇ, ਪਰ ਉਹੀ ਜਿਹੜੀ ਤੁਹਾਡੀ ਕਰਨੀ ਹੈ ਨਾ ਅੱਗੇ ਜਾ ਕੇ, ਉਹ ਪੱਥਰ ਤੁਹਾਡੇ ਵੀ ਪੈਣੇ ਆ, ਕਿਉਂਕਿ ਉਹ ਸੱਟਾਂ ਚਾਹੇ ਕਿਸੇ ਰੂਪ 'ਚ ਵੀ ਹੋਵੇ। ਇਹੀ ਤਾਂ ਕਿਹਾ ਹੈ ਗੁਰੂਆਂ ਰਹਿਬਰਾਂ ਨੇ ਵੀ ਕਿ ਜੈਸਾ ਬੀਜੇ ਸੋ ਲੁਣੇ, ਕਰਮਾ ਸੰਧਣਾ ਖੇਤ, ਜਾਂ ਜੈਸੀ ਕਰਨੀ ਵੈਸੀ ਭਰਨੀ। ਹੁਣ ਤੁਸੀਂ ਭਰਨੀ ਕਿੱਦਾਂ ਦੀ ਚਾਹੁੰਦੇ ਹੋ? ਬੰਦਾ ਭਰਨੀ ਤਾਂ ਚੰਗੀ ਚਾਹੁੰਦਾ ਕਿ ਮੈਨੂੰ ਤਾਂ ਚੰਗਾ ਮਿਲੇ, ਪਰ ਮੈਂ ਕਰਨੀ ਉਹ ਕਰਾਂ ਜੋ ਮੈਨੂੰ ਪਸੰਦ ਹੈ। ਆਪਣੀ ਪਸੰਦ ਦੀ ਕਰਨੀ ਨਾ ਕਰੋ, ਇਹ ਦੇਖੋ ਕਿ ਮੇਰੇ ਰੱਬ ਨੂੰ ਕੀ ਪਸੰਦ ਹੈ, ਮੇਰੇ ਪ੍ਰਮਾਤਮਾ ਪ੍ਰਭੂ ਨੂੰ ਕੀ ਪਸੰਦ ਹੈ। ਜਦੋਂ ਮੈਂ ਉਹਦੀ ਪਸੰਦ ਵਾਲਾ ਕਰਮ ਕਰੂੰਗਾ ਤਾਂ ਫਿਰ ਉਹ ਵੀ ਖੁਸ਼ ਹੋਏਗਾ, ਤਾਂ ਮੇਰੇ ਅੰਦਰ ਬੈਠਾ ਜੇ ਮੇਰਾ ਰੱਬ ਖੁਸ਼ ਹੈ ਤਾਂ ਮੇਰੇ ਜੀਵਨ 'ਚ ਆਪੇ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਣੀਆਂ। ਜੇ ਵਿਚਾਰ ਕਰਿਆ ਕਰੋ ਕਿ ਅਸੀਂ ਉਹ ਕਰਮ ਕਰੀਏ ਕਿ ਜਿਹਦੇ ਨਾਲ ਸਾਡਾ ਪ੍ਰਮਾਤਮਾ, ਸਾਡਾ ਪ੍ਰਭੂ ਖੁਸ਼ ਹੋਵੇ। ਉਹ ਕਰਮ ਕਦੀ ਨਾ ਕਰੀਏ ਕਿ ਜਿਹਦੇ ਨਾਲ ਉਹ ਨਾਰਾਜ਼ ਹੋਵੇ ਜਾਂ ਉਹ ਸਾਡੇ ਤੋਂ ਦੂਰ ਹੋਵੇ। ਇਸ ਲਈ ਜਿੰਨਾ ਹੋ ਸਕੇ ਆਪਣੇ ਆਪ ਨੂੰ ਦਿਆਲੂ ਬਣਾਓ। ਦਿਆਲੂ ਦਾ ਮਤਲਬ ਕਿ ਮੈਂ ਕਿਸੇ ਤੇ ਜ਼ੁਲਮ ਨਾ ਕਰਾਂ, ਮੈਂ ਕਿਸੇ ਨੂੰ ਕੋਈ ਤਕਲੀਫ ਨਾ ਦੇਵਾਂ। ਮੇਰੀ ਵਜ੍ਹਾ ਨਾਲ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਮੇਰੀ ਵਜ੍ਹਾ ਨਾਲ ਕਿਸੇ ਨੂੰ, ਨਾ ਮੇਰੀ ਬਾਣੀ ਤੋਂ, ਨਾ ਮੇਰੀ ਕਰਨੀ ਤੋਂ, ਯਾਨੀ ਕਿਸੇ ਤਰ੍ਹਾਂ ਨਾਲ ਵੀ ਕਿਸੇ ਦਾ ਦਿਲ ਨਾ ਦੁਖੇ ਮੇਰੀ ਵਜ੍ਹਾ ਨਾਲ। ਮੈਂ ਇਹੀ ਕੋਸ਼ਿਸ਼ ਕਰਾਂ, ਸਮਝਦੇ ਹੋ? ਪਰ ਹਾਂ ਕਈ ਵਾਰ ਇਦਾਂ ਵੀ ਹੁੰਦਾ ਹੈ, ਕਈ ਬੁਰੇ ਹੁੰਦੇ ਹੈ, ਮਾੜੇ ਹੁੰਦੇ ਹੈ, ਕੋਈ ਸ਼ਰਾਬੀ ਹੁੰਦਾ, ਕੋਈ ਜੁਆਰੀ ਹੁੰਦਾ, ਉਹਨੂੰ ਆ ਕੇ ਤੁਹਾਨੂੰ ਕਵੇ ਹਾਂ 5000 ਰੁਪਏ ਦੇ ਜੂਆ ਖੋਲਣਾ ਨਹੀਂ ਤਾਂ ਮੇਰਾ ਦਿਲ ਦੁਖਣਾ ਹੈ, ਤਾਂ ਤੁਸੀਂ ਕਹੋ ਲਈ ਮਾਲਕਾਂ ਨੇ ਕਿਹਾ ਦਿਲ ਨਹੀਂ ਦੁਖਣਾ, ਲੈ 5000। ਉਹ ਗਲਤ ਹੈ। ਗਲਤ ਵਿੱਚ ਕਿਸੇ ਦਾ ਸਾਥ ਦੇਣਾ ਉਹ ਗਲਤ ਹੈ। ਸਮਝਦੇ ਹੋ ਕਿ ਨਹੀਂ? ਜਦੋਂ ਕਰਮ ਕਰੋ ਖੁਸ਼ੀ ਦਾ ਖਿਆਲ ਰੱਖੋ, ਤਾਂ ਇਹ ਵੀ ਦੇਖੋ ਕਿ ਇਹ ਜੋ ਮੈਂ ਕਰ ਰਿਹਾ ਇਹ ਕਰਮ ਮੇਰਾ ਮੇਰੇ ਰੱਬ ਦੇ ਨੇੜੇ ਲਿਜਾਣ ਵਾਲਾ ਹੈ ਜਾਂ ਮੇਰੇ ਰੱਬ ਤੋਂ ਦੂਰ ਕਰਨ ਵਾਲਾ ਹੈ। ਹੁਣ ਕੋਈ ਸ਼ਰਾਬੀ ਹੋਵੇ ਕਿ ਲੈ ਮੈਨੂੰ ਤਾਂ ਸ਼ਰਾਬ ਪੀ ਕੇ ਖੁਸ਼ੀ ਮਿਲਦੀ ਹੈ, ਜੇ ਮੈਨੂੰ ਪੈਸੇ ਨਾ ਦਿੱਤੇ, ਮੈਨੂੰ ਸ਼ਰਾਬ ਨਾ ਮਿਲੀ, ਮੇਰਾ ਦਿਲ ਦੁਖੀ ਹੋਣਾ ਹੈ। ਹੁਣ ਸੋਚੋ ਜਿਹਨੂੰ ਸ਼ਰਾਬ ਵਾਸਤੇ ਪੈਸੇ ਦਿੰਦਾ ਤਾਂ ਨੇਕੀ ਹੈ ਜਾਂ ਬੁਰਾਈ ਹੈ, ਇਹ ਵੀ ਸੋਚਣਾ ਨਾਲ ਨਾਲ। ਕਿਉਂਕਿ ਦੁਨੀਆ ਦੇ ਉੱਪਰ ਬਹੁਤ ਐਸੇ ਕਰਮ ਹੈ, ਕਿਉਂਕਿ ਕਈ ਇਨਸਾਨ ਐਸੇ ਜਿਨ੍ਹਾਂ ਨੂੰ ਬੁਰਾ ਕਰਨ 'ਚ ਖੁਸ਼ੀ ਮਿਲਦੀ ਹੈ, ਪਰ ਉਹਨਾਂ ਦੀ ਖੁਸ਼ੀ ਦੀ ਖਾਤਰ ਸਾਥ ਨਾ ਦਿਓ, ਕਿਉਂਕਿ ਉਹ ਬੁਰਾ ਕਰਮ ਉਹਨਾਂ ਵਾਸਤੇ ਹੀ ਮਾੜਾ, ਤਾਂ ਤੁਹਾਨੂੰ ਵੀ ਤੁਹਾਡੇ ਰੱਬ ਦੀਆਂ ਰਹਿਮਤਾਂ ਤੋਂ ਦੂਰ ਕਰ ਦੇਗਾ। ਇਸ ਲਈ ਜਦ ਵੀ ਕੋਈ ਕਰਮ ਕਰਨਾ ਹੈ
ਤਾਂ ਨਾਲ ਇਹ ਵੀ ਵਿਚਾਰ ਕਰਨਾ ਹੈ ਕਿ ਇਹ ਮੇਰੇ ਮਾਲਿਕ ਦੀਆਂ, ਮੇਰੇ ਪ੍ਰਮਾਤਮਾ, ਮੇਰੇ ਪ੍ਰਭੂ ਦੀਆਂ ਨਜ਼ਰਾਂ 'ਚ ਇਹ ਕਰਮ ਮੈਨੂੰ ਉੱਚਾ ਕਰਨ ਵਾਲਾ ਹੈ ਜਾਂ ਗਿਰਾਉਣ ਵਾਲਾ ਹੈ, ਉਹਦੇ ਨੇੜੇ ਕਰਨ ਵਾਲਾ ਹੈ ਜਾਂ ਉਤੋਂ ਦੂਰ ਲੈ ਕੇ ਜਾਣ ਵਾਲਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ, ਕਿਉਂਕਿ ਵੈਸੇ ਵੀ ਕਿਹਾ ਗਿਆ ਹੈ ਕਿ ਜਿੱਦਾਂ ਦੱਸਿਆ, ਜੇ ਜੀਵਨ 'ਚ ਖੁਸ਼ੀ ਚਾਹੀਦੀ, ਉਹਦੀ ਰਹਿਮਤ ਚਾਹੀਦੀ, ਜਿੱਦਾਂ ਬਾਬਾ ਫਰੀਦ ਨੇ ਕਿਹਾ ਨਾ ਕਿ ਜੀਵਨ 'ਚ ਖੁਸ਼ੀ ਉਹਨਾਂ ਦੀ ਆਉਂਦੀ ਹੈ ਜਿਨ੍ਹਾਂ ਦੇ ਕੋਲ ਦੋ ਚੀਜ਼ਾਂ ਹੈ, ਇੱਕ ਉਹਦਾ ਇਸ਼ਕ ਔਰ ਦੂਜਾ ਉਹਦੀ ਰਹਿਮਤ। ਕਿਉਂਕਿ ਤਾਂ ਹੀ ਗੁਰੂਆਂ ਨੇ ਵੀ ਕਿਹਾ ਕਿ ਮਿਹਨਤ ਮੇਰੀ ਤਾਂ ਰਹਿਮਤ ਤੇਰੀ, ਕਿ ਤੇਰੀ ਰਹਿਮਤ ਨਾਲ ਹੀ ਇਹ ਜੀਵਨ 'ਚ ਖੁਸ਼ੀਆਂ ਆਣੀਆਂ ਹੈ, ਸੁਧਾਰ ਆਣਾ ਹੈ, ਜੀਵਨ 'ਚ ਬਰਕਤਾਂ ਆਣੀਆਂ ਹੈ। ਕਿਉਂਕਿ ਬਰਕਤ ਇਨਸਾਨ ਦੇ ਹੱਥ 'ਚ ਨਹੀਂ ਹੁੰਦੀ, ਤੰਦਰੁਸਤੀ ਇਨਸਾਨ ਦੇ ਹੱਥ 'ਚ ਨਹੀਂ ਹੁੰਦੀ, ਕਾਮਯਾਬੀ ਇਨਸਾਨ ਦੇ ਹੱਥ 'ਚ ਨਹੀਂ ਹੁੰਦੀ। ਇਹ ਕਾਮਯਾਬੀ, ਇਹ ਤੰਦਰੁਸਤੀ, ਇਹ ਬਰਕਤ, ਇਹ ਸ਼ਾਂਤੀ, ਸਕੂਨ ਹੈ ਉਹਦੀ ਜਿੱਥੇ ਰਹਿਮਤ ਹੁੰਦੀ ਨਾ ਉੱਥੇ ਹੁੰਦਾ ਹੈ। ਇਹ ਗੱਲ ਯਾਦ ਰੱਖੋ ਹਮੇਸ਼ਾ। ਹੁਣ ਕਈ ਵਾਰ ਬੰਦਾ ਕਹਿੰਦਾ ਮੇਰੇ ਕੋਲ ਪੈਸਾ ਵੀ ਹੈ, ਮੇਰੇ ਕੋਲ ਕਾਰ ਵੀ ਹੈ, ਗੱਡੀ ਵੀ ਹੈ, ਰੋਟੀ ਵੀ ਹੈ, ਜਾਨੀ ਖਾਣ ਨੂੰ ਵੀ ਹੈ, ਪਾਣ ਨੂੰ ਵੀ ਹੈ, ਮਕਾਨ ਵੀ ਹੈ, ਸਭ ਕੁਝ ਹੈ, ਪਰ ਬਰਕਤ ਹੈ ਨਹੀਂ, ਪਰ ਸ਼ਾਂਤੀ ਹੈ ਨਹੀਂ, ਪਰ ਘਰ 'ਚ ਪਿਆਰ ਹੈ ਨਹੀਂ, ਘਰ 'ਚ ਖੁਸ਼ੀ ਹੈ ਨਹੀਂ। ਤਾਂ ਇਹਦਾ ਮਤਲਬ ਇਹ ਸਮਝ ਲਓ ਕਿ ਹੋਰ ਸਭ ਕੁਝ ਹੈ, ਬਸ ਉਹਦੀ ਰਹਿਮਤ ਦੀ ਕਮੀ ਹੈ। ਕਿਉਂਕਿ ਜਿੱਥੇ ਉਹਦੀ ਰਹਿਮਤ ਦੀ ਕਮੀ ਆਉਂਦੀ ਹੈ ਨਾ ਉੱਥੇ ਹੀ ਇਹ ਚੀਜ਼ਾਂ ਆਉਂਦੀਆਂ। ਇਸ ਲਈ ਇਹ ਥੋੜਾ ਵਿਚਾਰ ਕਰਨਾ ਹੈ ਅਸੀਂ ਕਿ ਫਿਰ ਇੱਕ ਵਾਰ ਕਵਾਂਗੇ ਕਿ ਜਿੱਦਾਂ ਦੁਨੀਆ ਨੂੰ ਖੁਸ਼ ਕਰਨ ਦੀ ਖਾਤਰ ਅਸੀਂ ਯਤਨ ਕਰਦੇ ਹਾਂ, ਥੋੜਾ ਯਤਨ, ਥੋੜੀ ਮਿਹਨਤ, ਥੋੜੀ ਕੋਸ਼ਿਸ਼ ਇਹ ਵੀ ਕਰਿਆ ਕਰੋ ਕਿ ਮੈਂ ਆਪਣੇ ਮਾਲਿਕ ਨੂੰ ਖੁਸ਼ ਕਰਾਂ। ਔਰ ਇੱਕ ਵਾਰ ਉਹਨੂੰ ਖੁਸ਼ ਕਰਕੇ ਦੇਖੋ ਤਾਂ ਫਿਰ ਤੁਸੀਂ ਪਾਓਗੇ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੁੰਦਾ ਚਲਾ ਜਾਏਗਾ, ਤੁਹਾਡੇ ਜੀਵਨ 'ਚ ਕਮੀ ਕੋਈ ਨਹੀਂ ਰਹੇਗੀ। ਤਾਂ ਹੀ ਤਾਂ ਮੀਆਂ ਮੁਹੰਮਦ ਬਖਸ਼ ਨੇ ਵੀ ਕਿਹਾ ਹੈ ਕਿ ਅੱਬਲ ਹਮਦ ਸਨਾ ਖੁਦ ਇਲਾਹੀ, ਜੋ ਮਾਲਿਕ ਹਰ ਹਰਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਹੀਂ ਹਰਦਾ। जरा गौर करना, ये मियाँ मुहम्मद बख्श सूफी शायर होए है, बड़ी उन्होंने प्यारी गल दसी है सानू कि अगर तू अपने जीवन च जितना चाहता है, कामयाबी चाहता है, सफलता चाहता है, तो तेरी जित किदां हो सकती है, तेनू कामयाबी किदां मिल सकती है, तेरे जीवन च रहमतां किदां आ सकती हैं। अव्वल हमद सना इलाही, हमदो सना करना यानी परमात्मा का गुणगान करना, परमात्मा के दसे हुए मार्ग ते चलना, ओदी खुशी दे मार्ग ते चलना, इहनू कह दिंदे हमदो सना। कहते सब तो पहला अब्बल यानी एक नंबर ते, पहले नंबर ते तू की करना है, ਉਹਨੂੰ ਯਾਦ ਕਰਨਾ ਹੈ, ਉਹਦਾ ਜ਼ਿਕਰ ਕਰਨਾ ਹੈ, ਉਹਦਾ ਸਿਮਰਨ ਕਰਨਾ ਹੈ, ਔਰ ਦੂਜਾ ਉਹਦੀ ਖੁਸ਼ੀ ਵਾਲੇ ਕੰਮ ਕਰਨੇ ਹੈ। ਕਿਉਂਕਿ ਉਹੀ ਤਾਂ ਹੈ ਜੋ ਮਾਲਿਕ ਹਰ ਦਾ, ਕਿਉਂਕਿ ਹਰ ਦਾ ਮਤਲਬ ਇਹਦਾ ਵੀ ਉਹੀ ਮਾਲਿਕ ਹੈ, ਉਹਦਾ ਵੀ ਉਹੀ ਮਾਲਿਕ ਹੈ, ਉਹਦਾ ਵੀ ਉਹੀ ਮਾਲਿਕ ਹੈ। ਪੇੜ ਪੌਦੇ ਪਸ਼ੂ ਪੰਛੀ ਹਰ ਸ਼ੈ ਦਾ ਮਾਲਿਕ, ਸਭ ਦਾ ਮਾਲਿਕ ਉਹੀ ਹੈ ਨਾ, ਇੱਕੋ ਹੀ। ਉਹ ਕਹਿੰਦੇ ਉਹ ਮਾਲਿਕ ਦੀ ਹਮਦ ਕਰ, ਉਹਨੂੰ ਯਾਦ ਕਰ, ਉਹਦੀ ਖੁਸ਼ੀ ਵਾਲੇ ਕਰਮ ਕਰ ਜੋ ਸਭ ਦਾ ਮਾਲਿਕ ਹੈ। ਕਿਉਂਕਿ ਜਿਹੜਾ ਉਹਨੂੰ ਯਾਦ ਕਰਦਾ ਹੈ, ਉਹਦੀ ਖੁਸ਼ੀ ਵਾਲੇ ਕਰਮ ਕਰਦਾ ਹੈ, ਤਾਂ ਫਿਰ ਕੀ ਹੁੰਦਾ ਹੈ, ਹਰ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਹੀਂ ਹਰਦਾ। ਫਿਰ ਕਹਿੰਦੇ ਕਿਸੇ ਮੈਦਾਨ ਵੀ ਉਹਨੂੰ ਹਾਰ ਮਿਲਦੀ ਨਹੀਂ ਹੈ, ਹਰ ਪਾਸੇ ਉਹਦੀ ਜਿੱਤ ਹੀ ਹੁੰਦੀ ਹੈ, ਹਰ ਪਾਸੇ ਉਹਨੂੰ ਕਾਮਯਾਬੀ ਮਿਲਦੀ ਹੈ। ਕਿਉਂਕਿ ਜਦੋਂ ਉਹਦੀ ਰਹਿਮਤ ਦਾ ਸਾਥ ਹੋਵੇ ਤਾਂ ਫਿਰ ਇਹ ਕਿੱਦਾਂ ਹੋ ਸਕਦਾ ਹੈ, ਜਦੋਂ ਉਹਦੀ ਰਹਿਮਤ ਤੱਕ ਇਨਸਾਨ ਪਹੁੰਚ ਜਾਵੇ ਤਾਂ ਫਿਰ ਇਹ ਕਿੱਦਾਂ ਹੋ ਸਕਦਾ ਕਿ ਇਨਸਾਨ ਦੀ ਹਾਰ ਹੋ ਜਾਵੇ। ਤਾਂ ਹੀ ਤਾਂ ਉਹਨੇ ਅਗਲੀ ਲਾਈਨ 'ਚ ਵੀ ਕਿਹਾ, ਬੜਾ ਪਿਆਰਾ ਕਿਹਾ ਹੈ ਕਿ ਮੰਗਤਿਆਂ ਕੋਲੋਂ ਮੰਗਣ ਵਾਲਾ ਰਹਿੰਦਾ ਹਮੇਸ਼ਾ ਖਾਲੀ, ਮੰਗਤਿਆਂ ਕੋਲੋਂ ਮੰਗਣ ਵਾਲਾ ਰਹਿੰਦਾ ਹਮੇਸ਼ਾ ਖਾਲੀ। ਉਹ ਕੀ ਦੇਵੇ ਦਾਤ ਮੁਹੰਮਦ ਬਖਸ਼ਾ ਜਿਹੜਾ ਆਪ ਸਵਾਲੀ। ਜਰਾ ਗੌਰ ਕਰਨਾ ਅਗਲੀ ਲਾਈਨ 'ਚ ਕੀ ਕਿਹਾ, ਉਹ ਕੀ ਦੇਵੇ ਦਾਤ ਮੁਹੰਮਦ ਬਖਸ਼ਾ ਜਿਹੜਾ ਆਪ ਸਵਾਲੀ। ਉਹ ਕਹਿੰਦੇ ਤੂੰ ਮੰਗਤਿਆਂ ਕੋਲੋਂ ਮੰਗ ਰਿਹਾ ਹੈ, ਨਹੀਂ ਤਾਂ ਜਰਾ ਗੌਰ ਕਰਕੇ ਦੇਖੋ, ਇਹ ਗੱਲ ਬੜੀ ਸਮਝਣ ਵਾਲੀ ਹੈ। ਬੰਦਾ ਪਤਾ ਕੀ ਕਹਿੰਦਾ ਹੈ, ਉਹ ਮੈਨੂੰ ਖੁਸ਼ੀ ਨਹੀਂ ਦਿੰਦਾ। ਸਮਝਦੇ ਹੋ ਕਿ ਨਹੀਂ? ਤੁਸੀਂ ਖੁਸ਼ੀ ਕਿੱਥੋਂ ਮੰਗਦੇ ਹੋ? ਦੂਜਿਆਂ ਕੋਲੋਂ ਖੁਸ਼ੀ ਮੰਗਦੇ ਹੋ। ਜਿਹਦਾ ਫਰਜ਼ ਕਰੋ, ਉਦਾਹਰਨ ਲੈ ਲਓ, ਪਤਨੀ ਕਹੇਗੀ ਪਤੀ ਮੈਨੂੰ ਖੁਸ਼ ਨਹੀਂ ਰੱਖਦਾ, ਤਾਂ ਪਤੀ ਕਹੇ ਪਤਨੀ ਮੈਨੂੰ ਖੁਸ਼ ਨਹੀਂ ਰੱਖਦੀ। ਮਾਤਾ ਪਿਤਾ ਕਹਿਣਗੇ ਬੱਚੇ ਸਾਨੂੰ ਖੁਸ਼ ਨਹੀਂ ਰੱਖਦੇ, ਬੱਚੇ ਕਹਿਣਗੇ ਮਾਤਾ ਪਿਤਾ ਸਾਨੂੰ ਖੁਸ਼ ਨਹੀਂ ਰੱਖਦੇ। ਹੁੰਦਾ ਕਿ ਨਹੀਂ ਏਦਾਂ? ਜੇ ਆਪਾਂ ਦੇਖਿਆ ਜਾਵੇ ਤਾਂ ਹਮੇਸ਼ਾ ਬੰਦਾ ਦੂਜਿਆਂ ਤੇ ਕਹਿ ਦਿੰਦਾ ਹੈ ਉਹ ਮੈਨੂੰ ਖੁਸ਼ ਨਹੀਂ ਰੱਖਦਾ। ਉਹ ਭਾਈ ਜਿਹੜਾ ਆਪ ਖੁਸ਼ੀ ਦਾ ਮੰਗਤਾ ਹੋਵੇ, ਆਪ ਖੁਸ਼ੀਆਂ ਲੱਭ ਰਿਹਾ ਹੋਵੇ, ਜਿਹੜਾ ਆਪ ਹੀ ਖਾਲੀ ਹੋਵੇ, ਤਾਂ ਤੈਨੂੰ ਖੁਸ਼ੀ ਕੀ ਦੇਣੀ ਹੈ? ਸੋਚ ਕੇ ਦੇਖੋ ਜ਼ਰਾ। ਹੁਣ ਇੱਥੇ ਬੈਠੇ ਨਾ ਪਤੀ ਪਤਨੀ, ਜਾਂ ਬੈਠੇ ਭਰਾ ਬਾਪ ਬੇਟਾ। ਹੁਣ ਬਾਪ ਨੇ ਕਹਿਣਾ ਪੁੱਤ ਉਹ ਕੰਮ ਕਰ ਜਿਹਨਾਂ ਮੈਨੂੰ ਖੁਸ਼ੀ ਮਿਲੇ, ਮਾਂ ਨੇ ਕਹਿਣਾ ਪੁੱਤ ਉਹ ਕੰਮ ਕਰ ਜਿਹਨਾਂ ਮੈਨੂੰ ਖੁਸ਼ੀ ਮਿਲੇ। ਏਦਾਂ ਹੁਣ ਨਾ, ਤਾਂ ਬੱਚਿਆਂ ਨੇ ਕੀ ਕਹਿਣਾ, ਮੰਮੀ ਡੈਡੀ ਸਾਨੂੰ ਆਹ ਚੀਜ਼ ਲੈ ਦਿਓ ਤਾਂ ਕਿ ਸਾਨੂੰ ਖੁਸ਼ੀ ਮਿਲੇ, ਸਾਨੂੰ ਮੋਟਰਸਾਈਕਲ ਲੈ ਦਿਓ, ਸਾਨੂੰ ਗੱਡੀ ਲੈ ਦਿਓ, ਸਾਨੂੰ ਆਹ ਕਰ ਦਿਓ ਤਾਂ ਕਿ ਸਾਨੂੰ ਖੁਸ਼ੀ ਮਿਲੇ। ਕਿਉਂਕਿ ਬੱਚੇ ਆਪਣੀ ਖੁਸ਼ੀ ਦੇਖਦੇ ਹੈ ਕਿ ਮਾਂ-ਬਾਪ ਸਾਡੀ ਗੱਲ ਮੰਨੀ ਜਾਣ ਤਾਂ ਸਾਨੂੰ ਖੁਸ਼ੀ ਮਿਲਦੀ ਰਹੇ, ਜੋ ਮੰਗੀਏ ਮਿਲ ਜਾਵੇ ਤਾਂ ਅਸੀਂ ਖੁਸ਼। ਤਾਂ ਮਾਤਾ ਪਿਤਾ ਕਹਿੰਦੇ ਬੱਚੇ ਸਾਡੀ ਗੱਲ ਮੰਨਦੇ ਰਹਿਣ, ਜੋ ਕਹਿ ਦਈਏ ਜਿੱਥੇ ਕਹਿ ਦਈਏ ਉੱਥੇ ਖੜ ਜਾਣ ਤਾਂ ਅਸੀਂ ਖੁਸ਼। ਹੁਣ ਉਹ ਵੀ ਖੁਸ਼ੀ ਮੰਗਦਾ, ਉਹ ਵੀ ਖੁਸ਼ੀ ਮੰਗਦਾ। ਇਹਦਾ ਮਤਲਬ ਮੰਗੇਗਾ ਕੌਣ?
ਕਿ ਇਹਦੇ ਕੋਲ ਵੀ ਖੁਸ਼ੀ ਹੈ ਨਹੀਂ, ਉਹਦੇ ਕੋਲ ਵੀ ਹੈ ਨਹੀਂ, ਕਿਉਂਕਿ ਜੇ ਇਹਦੇ ਕੋਲ ਹੁੰਦੀ ਤਾਂ ਇਹਨਾਂ ਉਹਦੇ ਕੋਲ ਕਿਉਂ ਮੰਗਣੀ ਸੀ, ਜੇ ਇਹਦੇ ਕੋਲ ਹੁੰਦੀ ਇਹਨਾਂ ਉਹਦੇ ਕੋਲੋਂ ਕਿਉਂ ਮੰਗਣੀ ਸੀ। ਹੁਣ ਦੋਨੇ ਹੀ ਮੰਗਦੇ ਐ, ਹੁਣ ਦੋਨਾਂ ਕੋਲ ਹੈ ਨਹੀਂ ਤਾਂ ਦੋਨੇ ਇੱਕ ਦੂਜੇ ਤੋਂ ਮੰਗਦੇ, ਤਾਂ ਮਿਲਣੀ ਕਿੱਥੋਂ ਹੈ? ਸਮਝ ਆ ਰਹੀ ਗੱਲ ਜਾਂ ਉੱਪਰੋਂ ਜਾ ਰਹੀ ਹੈ? ਪਤਾ ਲੱਗ ਰਿਹਾ? ਹੁਣ ਆਪ ਸੋਚ ਕੇ ਦੇਖੋ, ਮੰਗਤਿਆਂ ਕੋਲੋਂ ਮੰਗਣ ਵਾਲਾ ਰਹਿੰਦਾ ਸਦਾ ਹੀ ਖਾਲੀ। ਹੁਣ ਬੰਦਾ ਵੀ ਮੰਗਤਿਆਂ ਕੋਲੋਂ ਮੰਗਦਾ ਹੈ, ਮੈਨੂੰ ਇਹ ਤੋਂ ਮਿਲ ਜਾਵੇ, ਮੈਨੂੰ ਉਹ ਤੋਂ ਖੁਸ਼ੀ ਮਿਲ ਜਾਵੇ, ਮੈਨੂੰ ਆਹ ਖੁਸ਼ੀ ਦੇ ਦੇਵੇ, ਮੈਨੂੰ ਉਹ ਖੁਸ਼ੀ ਦੇ ਦੇਵੇ। ਉਹ ਖੁਸ਼ੀਆਂ ਦਾ ਦਾਤਾ, ਹੁਣ ਗੁਰਬਾਣੀ ਕੀ ਕਹਿੰਦੀ ਹੈ? ਸਭ ਸੁਖ ਦਾਤਾ। ਜਵਾਬ ਦੇ ਦਿਓ, ਰਾਮ ਹੈ। ਹੁਣ ਸਾਰਿਆਂ ਸੁੱਖਾਂ ਦਾ ਦਾਤਾ ਤਾਂ ਪ੍ਰਮਾਤਮਾ, ਉਹ ਪ੍ਰਭੂ, ਉਹ ਨਿਰੰਕਾਰ, ਉਹ ਮਾਲਿਕ ਹੈ। ਹੁਣ ਜੇ ਅਸੀਂ ਖੁਸ਼ੀ ਚਾਹੁੰਦੇ ਹਾਂ ਤਾਂ ਮੰਗਤਿਆਂ ਕੋਲੋਂ ਮੰਗਣ ਨਾਲ ਸਾਨੂੰ ਖੁਸ਼ੀ ਕਦੀ ਮਿਲ ਹੀ ਨਹੀਂ ਸਕਦੀ। ਮੰਗਤਿਆਂ ਕੋਲੋਂ ਹਮੇਸ਼ਾ ਜੋ ਮੰਗਦਾ ਹੈ ਨਾ, ਮੰਗਤਿਆਂ ਕੋਲੋਂ ਮੰਗਣ ਵਾਲਾ ਰਹਿੰਦਾ ਹਮੇਸ਼ਾ ਖਾਲੀ। ਉਹ ਕੀ ਦੇਵੇ ਦਾਤ ਮੁਹੰਮਦ ਬਖਸ਼ਾ, ਜਿਹੜਾ ਆਪ ਸਵਾਲੀ ਕਹਿ ਦਿੰਦੇ, ਜੋ ਦਰ ਦਰ ਜਾ ਕੇ ਸਵਾਲ ਕਰਦਾ, ਮੰਗਦਾ ਫਿਰਦਾ, ਮੈਨੂੰ ਦੇ ਦਿਓ, ਮੈਨੂੰ ਦੇ ਦਿਓ। ਹੁਣ ਇੱਕ ਭਿਖਾਰੀ ਜਾਂਦਾ ਹੋਵੇ ਕਿਤੇ ਮੰਗਦਾ, ਤੁਸੀਂ ਉਹਨੂੰ ਕਹੋ ਭਾਈ ਮੈਨੂੰ ਕੁਝ ਦੇ ਦੇ, ਭਿਖਾਰੀ ਨੇ ਹੱਸਣਾ, ਕਹਿੰਦਾ ਦਿਮਾਗ ਖਰਾਬ ਆ, ਮੈਂ ਤਾਂ ਆਪ ਮੰਗ ਮੰਗ ਕੇ ਪੇਟ ਭਰਦਾ, ਤੂੰ ਮੇਰੇ ਕੋਲ ਮੰਗ ਰਿਹਾ। ਜ਼ਰਾ ਸੋਚ ਕੇ ਦੇਖੋ। ਹੁਣ ਕੋਈ ਤੁਹਾਨੂੰ ਕਹੇ ਉਹ ਭਿਖਾਰੀ ਬੈਠਾ, ਜਾ ਉਹਦੇ ਕੋਲ ਮੰਗ ਕੇ ਲਿਆ, ਤੁਸੀਂ ਜਾਓਗੇ? ਕਿਉਂਕਿ ਤੁਹਾਨੂੰ ਪਤਾ ਜਿਹੜਾ ਆਪ ਮੰਗਦਾ ਹੈ ਉਹਦੇ ਕੋਲ ਮੈਂ ਮੰਗੂਗਾ ਤਾਂ ਮੈਨੂੰ ਕੀ ਮਿਲਣਾ ਉੱਥੋਂ? ਮੈਂ ਮੰਗਾ ਤਾਂ ਕਿਸੇ ਬਾਦਸ਼ਾਹ ਦੇ ਦਰ ਤੇ ਜਾ ਕੇ ਮੰਗਾ, ਉਹਦੇ ਦਰ ਤੇ ਮੰਗਾ ਜੋ ਦਾਤਾਂ ਦਾ ਭੰਡਾਰ ਹੈ, ਜੋ ਆਪ ਦਾਤਾ ਹੈ। ਇਸ ਲਈ ਖੁਸ਼ੀ ਸਾਨੂੰ ਕਿੱਥੋਂ ਮਿਲੇਗੀ? ਆਨੰਦ ਸਾਨੂੰ ਕਿੱਥੋਂ ਮਿਲੇਗਾ? ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਨੰਦ ਦੇ ਭੰਡਾਰ ਹੁੰਦੇ ਨੇ ਉਹ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੇ, ਬਲਕਿ ਜਦੋਂ ਤੁਸੀਂ ਉਹਨਾਂ ਨਾਲ ਜੁੜਦੇ ਹੋ ਤਾਂ ਤੁਹਾਨੂੰ ਇੰਨੀਆਂ ਖੁਸ਼ੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਕਿ ਤੁਸੀਂ ਹੈਰਾਨ ਰਹਿ ਜਾਂਦੇ ਹੋ ਕਿ ਮੇਰੇ ਜੀਵਨ 'ਚ ਹੁਣ ਸੁੱਖਾਂ ਦੀ ਕਮੀ ਕੋਈ ਨਹੀਂ। ਉਹ ਬੰਦਾ ਕਹਿੰਦਾ ਨਾ ਕਿੱਦਾਂ ਦਾ ਪੇੜ ਹੈ ਜਿੱਥੇ ਫਲ ਹੀ ਫਲ ਲੱਗੇ ਹੋਏ ਆ। ਹੁਣ ਪੇੜ ਦੇ ਕੋਲ ਚਲੇ ਜਾਵਾਂਗੇ, ਫਲ ਜਿੰਨੇ ਮਰਜ਼ੀ ਲਈ ਜਾਓ, ਪੇੜ ਨੇ ਨਹੀਂ ਕਹਿਣਾ ਮੈਨੂੰ ਦੇ, ਕਿਉਂਕਿ ਪਤਾ ਹੈ ਇੱਕ ਤੋੜਿਆ ਨਵਾਂ ਆ ਜਾਣਾ ਹੈ, ਉਹ ਤੋੜਿਆ ਨਵਾਂ ਆ ਜਾਣਾ ਹੈ, ਜਿੰਨੇ ਮਰਜ਼ੀ ਲਈ ਜਾਓ। ਉਹ ਪਰਮਾਤਮਾ, ਉਹ ਪ੍ਰਭੂ, ਉਹ ਦਾਤਾ ਵੀ ਆਨੰਦ ਦਾ, ਖੁਸ਼ੀਆਂ ਦਾ ਇਦਾਂ ਦਾ ਭੰਡਾਰ ਹੈ ਕਿ ਤੁਸੀਂ ਦਿੰਦਾ ਦੇ ਲੈਂਦੇ ਥੱਕ ਪਾਹੀ, ਤੁਸੀਂ ਥੱਕ ਜਾਓਗੇ ਲੈ ਲੈ ਕੇ, ਪਰ ਉਹਦੀ ਦਾਤ ਉਹ ਨਹੀਂ ਕਦੀ ਮੁੱਕਣੀ। ਪਰ ਉਹਦੇ ਦਰ ਤੱਕ ਪਹੁੰਚੀਏ ਤਾਂ ਸਹੀ, ਉਹਦੇ ਨਾਲ ਆਪਣੀ ਤਾਰ ਜੋੜੀਏ ਤਾਂ ਸਹੀ। ਤਾਰਾਂ ਹੀ ਅਸੀਂ ਦੁਨੀਆ ਨਾਲ ਜੋੜੀ ਫਿਰਦੇ ਹਾਂ, ਦੁਨੀਆ ਕੋਲੋਂ ਲੱਭਦੇ ਫਿਰਦੇ ਹਾਂ ਖੁਸ਼ੀਆਂ, ਸੰਸਾਰ ਕੋਲੋਂ ਲੱਭਦੇ ਫਿਰਦੇ ਹਾਂ ਆਨੰਦ। ਲੱਭੀਏ ਉੱਥੋਂ ਜਿੱਥੋਂ ਪਤਾ ਹੈ ਮਿਲਣਾ ਹੈ। ਜਿੱਦਾਂ ਬਾਬਾ ਫਰੀਦ ਨੇ ਕਿਹਾ ਹੈ ਨਾ ਕਿ ਫਰੀਦਾ ਸੋਈ ਸਰਵਰ ਢੂੰਢੀ ਲੈ, ਜਿੱਥੇ ਲੱਭੇ ਵਸਤ, ਛੱਪੜ ਢੂੰਡੇ ਕਿਆ ਮਿਲੇ, ਚਿੱਕੜ ਡੁੱਬੇ ਹਸਤ। ਕੀ ਕਹਿੰਦੇ ਆ? ਛੱਪੜਾਂ 'ਚ ਅਗਰ ਤੂੰ ਲੱਭੇਗਾ ਮੋਤੀਆਂ ਨੂੰ ਤਾਂ ਛੱਪੜ 'ਚ ਮੋਤੀ ਮਿਲਣਗੇ ਤੈਨੂੰ? ਜ਼ਰਾ ਸੋਚ ਕੇ ਦੇਖੋ। ਜਿੱਦਾਂ ਇੱਕ ਕਹਾਣੀ ਬੜੀ ਪਿਆਰੀ ਇੱਥੇ ਯਾਦ ਆ ਗਈ ਸਾਨੂੰ ਕਿ ਇੱਕ ਵਾਰ ਇੱਕ ਬਾਪ ਬੇਟਾ ਤੁਰੇ ਜਾ ਰਹੇ ਸੀ। ਕੀ ਦੇਖਿਆ ਕਿ ਇੱਕ ਛੱਪੜ ਹੈ, ਉਹਦੇ ਵਿੱਚ ਇੱਕ ਸੋਨੇ ਦਾ ਫਲ ਨਜ਼ਰ ਆ ਰਿਹਾ, ਸੇਬ, ਸੋਨੇ ਦਾ। ਕਹਾਣੀ ਸਿਰਫ ਸਾਨੂੰ ਗਿਆਨ ਦੇਣ ਵਾਸਤੇ। ਦੇਖਿਆ, ਤੂੰ ਨਹੀਂ ਦੇਖ ਰਿਹਾ ਹੈ ਫਲ, ਚੱਲ ਬੇਟਾ ਅਗਰ ਇਹ ਸੋਨੇ ਦਾ ਸੇਬ ਅਸੀਂ ਕੱਢ ਲਈਏ ਛੱਪੜ ਚੋਂ ਤਾਂ ਸਾਡੀ ਤਾਂ ਗੱਲ ਬਣ ਜਾਏਗੀ। ਦੋਨਾਂ ਨੇ ਕਹਿੰਦੇ ਛੱਪੜ 'ਚ ਉਤਰ ਗਏ ਗੋਡੇ ਗੋਡੇ, ਔਰ ਐਂ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਸੇਬ ਹੱਥ ਹੀ ਨਾ ਆਵੇ। ਬੜੀ ਅੱਗੇ ਅੱਗੇ ਵੱਧਦੇ ਆ, ਕੋਸ਼ਿਸ਼ ਕਰਦੇ, ਹੱਥ ਹੀ ਨਾ ਆਵੇ। ਹੁਣ ਬੜੇ ਪਰੇਸ਼ਾਨ ਹੋ ਗਏ ਦੋਨਾਂ ਨੇ, ਬੜੀ ਮਿਹਨਤ ਕੀਤੀ, ਆਖਰ ਪਰੇਸ਼ਾਨ ਹੋ ਕੇ ਫਿਰ ਬਾਹਰ ਆ ਗਏ। ਫਿਰ ਦੇਖਿਆ ਸੇਬ ਤਾਂ ਵਿੱਚ ਹੈ। ਹੁਣ ਕਹਿੰਦੇ ਬੇਟਾ ਥੋੜਾ ਹੋਰ ਅੱਗੇ ਚਲੀ। ਹੁਣ ਕਮਰ ਤੱਕ ਗਏ, ਸੇਬ ਫਿਰ ਵੀ ਹੱਥ ਨਾ ਆਵੇ। ਬੜੀ ਕੋਸ਼ਿਸ਼ ਕਰਕੇ ਫਿਰ ਬਾਹਰ ਆਏ, ਫਿਰ ਦੇਖਿਆ ਸੇਬ ਤਾਂ ਉੱਥੇ ਹੀ ਹੈ, ਹੱਥ ਕਿਉਂ ਨਹੀਂ ਆਉਂਦਾ? ਫਿਰ ਕਹਿੰਦੇ ਥੋੜਾ ਹੋਰ ਅੱਗੇ ਜਾਈਏ, ਹੋਰ ਗਏ, ਕਹਿੰਦੇ ਆਪਣੇ ਬਾਹਾਂ ਤੱਕ, ਕਿਉਂਕਿ ਗਰਦਨ ਤੱਕ ਚਲੇ ਗਏ, ਪਰ ਸੇਬ ਫਿਰ ਹੱਥ ਨਹੀਂ ਆਇਆ। ਹੁਣ ਪਰੇਸ਼ਾਨ ਹੋ ਕੇ ਉੱਥੇ ਲੱਭ ਰਹੇ ਆ, ਜਦੋਂ ਇੱਕ ਫਕੀਰ ਉੱਥੇ ਦੀ ਗੁਜ਼ਰੇ, ਦੇਖਿਆ ਕਿ ਛੱਪੜ, ਗੰਦੇ ਛੱਪੜ ਦੇ ਵਿੱਚ ਗਰਦਨ ਤੱਕ ਦੋਨੇ ਹੀ ਬਾਪ ਬੇਟਾ ਡੁੱਬੇ ਹੋਏ ਹੈ, ਹੱਥ ਪੈਰ ਮਾਰ ਰਹੇ, ਕਰ ਕੀ ਰਹੇ ਆ ਇਹ? ਫਕੀਰਾਂ ਨੇ ਪੁੱਛਿਆ ਭਾਈ ਕਰ ਕੀ ਰਹੇ ਹੋ ਗੰਦੇ ਛੱਪੜ 'ਚ? ਉਹ ਦੋਨੇ ਬਾਹਰ ਆਏ, ਕਹਿੰਦੇ ਮਹਾਰਾਜ ਸਮਝ ਨਹੀਂ ਆ ਰਹੀ, ਬੜੀ ਦੇਰ ਤੋਂ ਕੋਸ਼ਿਸ਼ ਕਰ ਰਹੇ ਆ, ਆਹ ਦੇਖੋ ਸਾਹਮਣੇ। ਜਦੋਂ ਦਿਖਾਇਆ ਤੇ ਇੱਕ ਸੇਬ ਸੋਨੇ ਦਾ ਚਮਕ ਰਿਹਾ ਹੈ। ਕਹਿੰਦੇ ਮਹਾਰਾਜ ਉਹ ਦੇਖੋ, ਆਹ ਸੇਬ ਸਾਹਮਣੇ ਹੈ, ਬੜੀ ਕੋਸ਼ਿਸ਼ ਕਰ ਰਹੇ ਆ ਕੱਢਣ ਦੀ, ਬੜੀ ਕੋਸ਼ਿਸ਼ ਕਰ ਰਹੇ, ਹੱਥ ਆ ਜਾਵੇ ਪਰ ਆਂਦਾ ਹੀ ਨਹੀਂ ਹੈ। ਪਹਿਲਾਂ ਗੋਡਿਆਂ ਤੱਕ, ਫਿਰ ਕਮਰ ਤੱਕ, ਹੁਣ ਗਰਦਨ ਤੱਕ ਵੀ ਚਲੇ ਗਏ, ਹੱਥ ਫਿਰ ਨਹੀਂ ਆਇਆ। ਉਹ ਫਕੀਰ ਕਹਿੰਦੇ ਪਾਗਲੋ ਕਰ ਕੀ ਰਹੇ ਹੋ ਤੁਸੀਂ? ਜਿੱਥੇ ਹੈ ਹੀ ਨਹੀਂ ਉੱਥੇ ਲੱਭੂਗੇ ਕਿੱਥੋਂ ਮਿਲੇਗਾ? ਉਹ ਕਹਿੰਦੇ ਮਹਾਰਾਜ ਕੀ ਮਤਲਬ ਹੈ ਨਹੀਂ? ਸਾਹਮਣੇ ਹੈ ਤਾਂ ਸਹੀ, ਦੇਖੋ ਆ ਨਜ਼ਰ ਆਂਦਾ ਹੈ। ਉਹ ਫਕੀਰ ਕਹਿੰਦੇ ਇੱਥੇ ਨਜ਼ਰ ਜ਼ਰੂਰ ਆਂਦਾ ਹੈ ਪਰ ਇੱਥੇ ਨਹੀਂ ਹੈ ਪਤਾ ਕਿਤੇ? ਉਹ ਦੇਖੋ ਉੱਪਰ। ਕਹਿੰਦੇ ਪੇੜ ਦੀ ਡਾਲ ਸੀ, ਉਹਦੇ ਉੱਪਰ ਸੇਬ ਲੱਗਾ ਸੀ, ਉਹਦੀ ਪਰਛਾਈ ਥੱਲੇ ਪੈ ਰਹੀ ਸੀ। ਫਕੀਰ ਕਹਿੰਦੇ ਉਹ ਸੇਬ ਚਾਹੁੰਦੇ ਹੋ ਸੋਨੇ ਦਾ ਤਾਂ ਛੱਪੜ ਦੀ ਗਹਿਰਾਈ 'ਚ ਨਾ ਜਾਓ, ਬਲਕਿ ਪੇੜ ਦੀ ਉਚਾਈ ਤੇ ਜਾਓ, ਉੱਥੋਂ ਮਿਲਣਾ ਹੈ। ਜਦੋਂ ਦੇਖਿਆ ਤਾਂ ਹੈਰਾਨ ਰਹਿ ਗਏ ਦੇਖ ਕੇ, ਹੈ ਜਿਹੜੀ ਨੂੰ ਐਸੀ ਚੀਜ਼ ਨੂੰ ਥੱਲੇ ਲੱਭ ਰਹੇ ਸੀ ਉਹ ਤਾਂ ਉੱਪਰ ਹੈ। ਫਿਰ ਕਹਿੰਦੇ ਬੇਟਾ ਪੇੜ ਤੇ ਚੜਿਆ ਔਰ ਜਾ ਕੇ ਸੇਬ ਨੂੰ ਤੋੜਿਆ ਔਰ ਆ ਕੇ ਫਕੀਰਾਂ ਦਾ ਧੰਨਵਾਦ ਕੀਤਾ।
ਇਹ ਕਹਾਣੀ ਤੋਂ ਮਿਸਾਲ ਕੀ ਮਿਲਦੀ ਹੈ? ਅੱਜ ਬੰਦਾ ਵੀ ਸਮਝ ਲਓ ਇਹ ਸੰਸਾਰ ਰੂਪੀ ਛੱਪੜ 'ਚ ਹੀ ਖੁਸ਼ੀਆਂ ਦੇ ਸੇਬ ਲੱਭ ਰਿਹਾ ਹੈ ਕਿ ਮੈਨੂੰ ਖੁਸ਼ੀ ਮਿਲ ਜਾਵੇ, ਪਰ ਫਕੀਰ ਦੱਸਦੇ ਹੈ ਉਹ ਇਹ ਸੰਸਾਰ ਜਿੱਦਾਂ ਬਾਬਾ ਫਰੀਦ ਕਹਿੰਦੇ ਛੱਪੜ ਢੂੰਡੇ ਕਿਆ ਮਿਲੇ ਚਿੱਕੜ ਡੁੱਬੇ ਹੱਥ, ਕਿ ਚਿੱਕੜ ਨਾਲ ਹੱਥ ਹੀ ਲਿਪੜਨਗੇ ਜੇ ਤੂੰ ਇਹਨਾਂ ਛੱਪੜਾਂ ਦੇ ਵਿੱਚ ਉਹ ਸੋਨੇ ਦੇ ਸੇਬ ਲੱਭੇਗਾ ਜਾਂ ਖੁਸ਼ੀਆਂ ਲੱਭੇਗਾ। ਕਿਉਂਕਿ ਉਸ ਸੇਬ ਕਿੱਥੇ ਹੈ, ਯਾਨੀ ਸੁੱਖ ਕਿੱਥੇ ਹੈ, ਖੁਸ਼ੀ ਕਿੱਥੇ ਹੈ? ਉਹ ਆਪਣੀ ਸੁਰਤੀ ਨੂੰ ਉੱਚੀ ਜਗ੍ਹਾ ਲਾਣ 'ਚ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਹਿੰਦੇ ਉੱਚਿਆਂ ਨਾਲ ਜੋ ਨੇਹ ਲਗਾਵੇ, ਜਰਾ ਗੌਰ ਕਰਨਾ, ਜਿਹੜਾ ਉੱਚਿਆਂ ਨਾਲ ਨੇਹ ਲਗਾਉਂਦਾ ਰੱਬ ਦੇ ਘਰ ਉਹ ਜਾਵੇ। ਜਿਹੜੇ ਉੱਚਿਆਂ ਨਾਲ ਨੇਹ ਲਗਾਉਂਦੇ ਉਹੀ ਰੱਬ ਦੇ ਘਰਾਂ ਤੱਕ ਜਾਂਦੇ ਐ, ਤਾਂ ਜਿਹੜੇ ਨੇਹ ਹੀ ਨੀਵਿਆਂ ਨਾਲ ਲਗਾਉਂਦੇ ਐ ਤਾਂ ਨੀਵੇਂ ਨਾਲ ਨੇਹ ਲਗਾ ਕੇ ਬੰਦਾ ਗਿਰਦਾ ਹੀ ਹੈ ਨਾ। ਹੁਣ ਤੁਸੀਂ ਥੋੜਾ ਚੈੱਕ ਕਰਨਾ ਇਸ ਚੀਜ਼ ਨੂੰ ਕਿ ਫਕੀਰ ਯੁਕਤੀ ਦੱਸਦੇ ਐ। ਫਕੀਰ ਕਹਿੰਦੇ ਛੱਪੜਾਂ 'ਚ ਨਾ ਲੱਭ, ਲੱਭਣਾ ਹੈ ਤਾਂ ਉੱਥੇ ਲੱਭ ਜਿੱਥੇ ਉਹ ਖੁਸ਼ੀਆਂ ਦਾ ਫਲ ਹੈ, ਜਿੱਥੋਂ ਤੈਨੂੰ ਮਿਲ ਸਕਦਾ ਹੈ। ਲੱਭਣਾ ਤਾਂ ਉੱਥੇ ਪੈਣਾ ਹੈ। ਇਸ ਲਈ ਦਾਤੇ ਦੇ ਕੋਲ ਜਾਵਾਂਗੇ, ਦਾਤਾ ਨਾਲ ਜੁੜਾਂਗੇ, ਉਦੋਂ ਹੀ ਜਦੋਂ ਦਾਤੇ ਦੇ ਦਰ ਤੱਕ ਪਹੁੰਚਾਂਗੇ ਉਦੋਂ ਹੀ ਦਾਤਾ ਸਾਡੇ ਤੱਕ ਪਹੁੰਚਣਗੀਆਂ। ਤਾਂ ਜੇ ਮੰਗਤਿਆਂ ਦੇ ਕੋਲ ਹੀ ਬੈਠੇ ਰਹੇ ਤਾਂ ਫਿਰ ਤਾਂ ਸਾਰੀ ਜ਼ਿੰਦਗੀ ਮੰਗਦੇ ਹੀ ਗੁਜ਼ਰ ਜਾਏਗੀ, ਪੱਲੇ ਪੈਣੇ ਕੁਛ ਨਹੀਂ ਹੈ। ਇਸ ਲਈ ਥੋੜਾ ਜਿਹਾ ਸਮਝਣਾ ਇਸ ਚੀਜ਼ ਨੂੰ, ਸਮਝ ਰਹੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਇਹ ਵਿਚਾਰ ਕਰਨਾ ਹੈ ਕਿ ਅਸੀਂ ਵੀ ਆਪਣੀ ਸੁਰਤੀ ਨੂੰ ਥੋੜਾ ਉੱਪਰ ਲਿਜਾਣ ਦੀ ਕੋਸ਼ਿਸ਼ ਕਰੀਏ। ਸੁਰਤੀ ਉੱਪਰ ਲਿਜਾਣ ਦਾ ਮਤਲਬ ਕੀ ਹੁੰਦਾ ਹੈ? ਜਦੋਂ ਅਸੀਂ ਅੱਛਾ ਬੋਲਣਾ ਸ਼ੁਰੂ ਕਰ ਦਿੰਦੇ ਹਾਂ, ਅੱਛਾ ਕਰਨਾ ਸ਼ੁਰੂ ਕਰ ਦਿੰਦੇ ਹਾਂ, ਆਪਣੀ ਸੋਚ ਨੂੰ ਉੱਚਾ ਕਰ ਲੈਂਦੇ ਹਾਂ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਨਾ, ਮੈਂ ਕਿਸੇ ਨੂੰ ਤਕਲੀਫ ਨਹੀਂ ਦੇਣੀ, ਮੈਂ ਕੋਈ ਗਾਲੀ ਗਲੋਚ ਨਹੀਂ ਕਰਨੀ, ਨਿੰਦਿਆ ਚੁਗਲੀ ਨਹੀਂ ਕਰਨੀ, ਮੈਂ ਕੋਈ ਮਾੜਾ ਕਰਮ ਨਹੀਂ ਕਰਨਾ, ਮੈਂ ਕੋਈ ਨਸ਼ਾ ਨਹੀਂ ਕਰਨਾ, ਤਾਂ ਸਮਝ ਲਓ ਤੁਹਾਡੀ ਜਿਹੜੀ ਸੋਚ ਹੈ ਉਹ ਉਚਾਈ ਦੀ ਤਰਫ ਜਾ ਰਹੀ ਹੈ। ਔਰ ਜਿੰਨਾ ਤੁਹਾਡੀ ਸੋਚ ਉੱਚੀ ਹੋਏਗੀ ਉਨਾ ਹੀ ਕੀ ਹੋਏਗਾ ਤੁਹਾਡੇ ਜੀਵਨ 'ਚ? ਜਰਾ ਸੋਚੋ, ਕਿਉਂਕਿ ਸੇਬ ਕਿੱਥੇ ਸੀ? ਉੱਚੀ ਜਗ੍ਹਾ। ਜਿੰਨਾ ਉਚਾਈ ਤੇ ਪਹੁੰਚੇ ਸੇਬ ਉਹਨਾਂ ਦੇ ਹੱਥ ਆ ਗਿਆ। ਇਸ ਲਈ ਖੁਸ਼ੀਆਂ ਦੇ ਸੇਬ ਤੁਹਾਡੇ ਹੱਥਾਂ 'ਚ ਵੀ ਫੇਰ ਹੀ ਆ ਸਕਦੇ ਆ ਅਗਰ ਤੁਸੀਂ ਵੀ ਆਪਣੀ ਸੋਚ ਨੂੰ, ਆਪਣੀ ਸੁਰਤੀ ਨੂੰ ਉੱਚਾ ਕਰਨਾ ਸ਼ੁਰੂ ਕਰੋਗੇ। ਔਰ ਕਬੀਰ ਸਾਹਿਬ ਨੇ ਵੀ ਇਹ ਗੱਲ ਬੜੀ ਪਿਆਰ ਨਾਲ ਸਮਝਾਈ ਹੈ। ਭਗਤ ਕਬੀਰ ਜੀ ਕਹਿੰਦੇ ਹੈ ਜਹਾਂ ਦਇਆ ਤਹਾਂ ਧਰਮ ਹੈ। ਕਬੀਰ ਸਾਹਿਬ ਕੀ ਕਹਿੰਦੇ ਹੈ? ਜਹਾਂ ਦਇਆ ਤਹਾਂ ਧਰਮ ਹੈ, जहां लोभ तहां पाप, जहां दया तहां धर्म है, यहां लोभ तहां पाप, जहां क्रोध तहां काल है, जहां क्षमा तहां आप। देखो कबीर साहब ने 4 इशारे किए और ये 4 इशारे तुसी समझ लो तो फिर की बातां होण। क्योंकि कुछ चीज़ां होंदियां बोल के नहीं दसियां जा सकदियां, जदों बंदे दे जीवन च वो आनंद आंदा ना तो फिर बंदा महसूस करता है। इसलिए कबीर साहब की दसदे है कि जहां दया तहां धर्म है। ਹੁਣ ਜਦੋਂ ਕਿਸੇ ਨੂੰ ਕਹੋ ਨਾ, ਹੁਣ ਕਈ ਵਾਰ ਦੇਖਿਆ ਨਾ ਕੋਈ ਬੰਦਾ ਕਹਿੰਦਾ ਮੱਥੇ ਤਿਲਕ ਲਗਾ ਲਿਆ, ਹੱਥ 'ਚ ਮਾਲਾ ਫੜ ਲਈ, ਰੋਜ਼ ਮੰਦਰ ਜਾਂਦਾ ਹੈ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦਾ, ਮੈਂ ਤਾਂ ਬੜਾ ਧਾਰਮਿਕ ਬੰਦਾ ਹਾਂ। ਉਹ ਕਹਿੰਦੇ ਇਦਾਂ ਸਥਾਨਾਂ ਤੇ ਜਾਣ ਨਾਲ ਕੋਈ ਧਾਰਮਿਕ ਨਹੀਂ ਬਣਦਾ। ਸਮਝਦੇ ਹੋ ਕਿ ਨਹੀਂ? ਜੇ ਬੰਦਾ ਸੋਚੇ ਕਿ 5 ਟਾਈਮ ਨਮਾਜ਼ ਪੜ੍ਹਨ ਵਾਲਾ ਨਮਾਜ਼ੀ ਹੋ ਗਿਆ, ਜਾਂ ਕੋਈ ਸਵੇਰੇ ਸ਼ਾਮ ਮੰਦਰ ਵਿੱਚ ਜਾ ਕੇ ਪੂਜਾ ਕਰਨ ਵਾਲਾ ਧਾਰਮਿਕ ਹੋ ਗਿਆ, ਜਾਂ ਕੋਈ ਹੋਰ ਧਾਰਮਿਕ ਸਥਾਨ ਤੇ ਜਾ ਕੇ ਸਵੇਰੇ ਸ਼ਾਮ ਪੂਜਾ ਪਾਠ ਕਰਦਾ ਤਾਂ ਧਾਰਮਿਕ ਹੋ ਗਿਆ। ਉਹ ਕਹਿੰਦੇ ਨਹੀਂ, ਅਸਲੀ ਧਰਮ ਕਿਸੇ ਜਗ੍ਹਾ ਨਾਲ ਜੁੜਨਾ ਨਹੀਂ ਹੈ। ਅਸਲੀ ਧਰਮ ਕੀ ਹੈ? ਜਦੋਂ ਤੇਰੇ ਅੰਦਰ ਦਇਆ ਭਾਵ ਪੈਦਾ ਹੋਣਾ ਕਿ ਮੈਂ ਕਿਸੇ ਤੇ ਜ਼ੁਲਮ ਨਹੀਂ ਕਰਨਾ। ਅੱਜ ਤੋਂ ਫੈਸਲਾ ਕਰੋ ਇਹ ਥੋੜਾ ਜਿਹਾ, ਕਿਉਂਕਿ ਮਜ਼ਾ ਤਾਂ ਫੇਰ ਹੀ ਹੈ ਨਾ ਕਿ ਅਸੀਂ ਸਿਰਫ ਸੁਣੀਏ ਨਾ, ਇਹਨੂੰ ਆਪਣੇ ਜੀਵਨ 'ਚ ਉਤਾਰਨ ਦੀ ਕੋਸ਼ਿਸ਼ ਕਰੀਏ, ਇਹਨੂੰ ਆਪਣੇ ਜੀਵਨ 'ਚ ਲਿਆਵਾਂਗੇ ਤਾਂ ਫੇਰ ਹੀ ਜੀਵਨ 'ਚ ਗੱਲ ਬਣਨੀ ਹੈ। ਸਮਝਦੇ ਹੋ? ਇਸ ਲਈ ਜਹਾਂ ਦਇਆ ਤਹਾਂ ਧਰਮ ਹੈ। ਸਹੀ ਮਾਇਨੇ 'ਚ ਧਾਰਮਿਕ ਉਹ ਹੈ, ਸਹੀ ਮਾਇਨੇ 'ਚ ਅਸਲੀ ਧਰਮ ਹਿੰਦੂ ਮੁਸਲਿਮ ਸਿੱਖ ਈਸਾਈ ਨਹੀਂ ਹੈ। ਅਸਲੀ ਧਰਮ ਤਾਂ ਹੈ ਦਇਆ ਭਾਵ। ਹੁਣ ਬੰਦਾ ਕਿਸੇ ਵੀ ਧਰਮ ਨਾਲ ਜੁੜਿਆ ਹੋਵੇ, ਜੇ ਅੰਦਰ ਹੈ ਹੀ ਕਠੋਰਤਾ, ਹੈ ਹੀ ਨਫ਼ਰਤ, ਤਾਂ ਉਹਨੂੰ ਅਸੀਂ ਧਾਰਮਿਕ ਕਹਿ ਹੀ ਨਹੀਂ ਸਕਦੇ। ਕਿਉਂਕਿ ਕਬੀਰ ਸਾਹਿਬ ਨੇ ਗੱਲ ਕਲੀਅਰ ਕਰ ਦਿੱਤੀ ਕਿ ਭਾਈ ਜੇ ਤੂੰ ਦਿਆਲੂ ਹੈ ਨਾ, ਤੇਰੇ ਅੰਦਰ ਦਇਆ ਭਾਵ ਹੈ, ਤਾਂ ਫਿਰ ਸਹੀ ਮਾਇਨੇ 'ਚ ਤੂੰ ਧਾਰਮਿਕ ਹੈ। ਕਿਉਂਕਿ ਜਹਾਂ ਦਇਆ ਤਹਾਂ ਧਰਮ ਹੈ, ਜਹਾਂ ਲੋਭ ਤਹਾਂ ਪਾਪ। ਔਰ ਜਿੱਥੇ ਲੋਭ ਹੋਏਗਾ ਉੱਥੇ ਪਾਪ ਵੀ ਜ਼ਰੂਰ ਹੋਣਗੇ, ਕਿਉਂਕਿ ਲੋਭ ਤੋਂ ਹੀ ਤਾਂ ਇਹ ਸਾਰੇ ਪਾਪ ਸ਼ੁਰੂ ਹੁੰਦੇ ਆ। ਜਰਾ ਸਮਝਣਾ ਸਾਰਿਆਂ ਨੇ। ਜਿੱਦਾਂ ਇੱਕ ਬੜੀ ਪਿਆਰੀ ਗੱਲ ਯਾਦ ਆ ਗਈ ਸਾਨੂੰ, ਜਰਾ ਸਮਝਣਾ। ਇੱਕ ਕਹਾਣੀ ਬੜੀ ਪਿਆਰੀ ਹੈ ਕਿ ਇੱਕ ਵਾਰ ਇੱਕ ਬਾਦਸ਼ਾਹ ਸੀ, ਇੱਕ ਰਾਜਾ ਸੀ, ਆਪਣੇ ਦਰਬਾਰ 'ਚ ਬੈਠਾ ਹੈ। ਤਾਂ ਬੈਠਿਆਂ ਬੈਠਿਆਂ ਉਹਦੇ ਮਨ ਦੇ ਵਿੱਚ ਇੱਕ ਗੱਲ ਆਈ। ਕਿਹੜੀ ਗੱਲ ਆਈ? ਕਿ ਮੈਨੂੰ ਦੱਸੋ ਪਾਪ ਦਾ ਬਾਪ ਕੌਣ ਹੈ? ਜਰਾ ਸਮਝਣਾ ਸਾਰਿਆਂ ਨੇ। ਕੀ ਪੁੱਛਿਆ? ਪਾਪ ਦਾ ਬਾਪ ਕੌਣ ਹੈ? ਕਿਉਂਕਿ ਹਰ ਚੀਜ਼ ਦਾ ਕੋਈ ਨਾ ਕੋਈ ਪਿਤਾ ਹੁੰਦਾ ਹੈ। ਪਾਪ ਦਾ ਬਾਪ ਕੌਣ ਹੈ? ਉਹਨੇ ਜਦੋਂ ਸਵਾਲ ਕੀਤਾ ਤਾਂ ਸਾਰੇ ਦਰਬਾਰੀ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਕਿ ਹੁਣ ਕਿੱਦਾਂ ਦੇਖੀਏ, ਪਾਪ ਦਾ ਬਾਪ ਕੌਣ ਹੁੰਦਾ ਹੈ। ਬੜੇ ਪਰੇਸ਼ਾਨ ਹੋ ਗਏ।
ਤਾਂ ਉੱਥੇ ਹੀ ਰਾਜੇ ਦਾ ਜਿਹੜਾ ਸੀ ਪ੍ਰੋਹਿਤ ਵੀ ਬੈਠਾ ਸੀ, ਕਿਉਂਕਿ ਰਾਜ ਵਿੱਚ ਇੱਕ ਪ੍ਰੋਹਿਤ ਹੁੰਦਾ ਹੈ। ਜਿੰਨਾ ਕੋਈ ਵੀ ਧਾਰਮਿਕ ਸਲਾਹ ਲੈਣੀ ਹੁੰਦੀ ਹੈ ਤਾਂ ਰਾਜਾ ਰਾਜ ਪ੍ਰੋਹਿਤ ਨੂੰ ਬੁਲਾਉਂਦਾ ਹੈ, ਜਿਹਦੀ ਬੜੀ ਮਾਨ ਇੱਜ਼ਤ ਸਨਮਾਨ ਹੁੰਦਾ ਹੈ। ਹੁਣ ਰਾਜੇ ਨੇ ਰਾਜ ਪ੍ਰੋਹਿਤ ਨੂੰ ਬੁਲਾਇਆ ਕਿ ਰਾਜ ਪ੍ਰੋਹਿਤ ਜੀ, ਤੁਸੀਂ ਦੱਸੋ ਮੈਨੂੰ ਕਿ ਪਾਪ ਦਾ ਬਾਪ ਕੌਣ ਹੁੰਦਾ ਹੈ, ਕਿਉਂਕਿ ਤੁਸੀਂ ਤਾਂ ਧਾਰਮਿਕ ਬੰਦੇ ਹੋ, ਵੇਦ ਸ਼ਾਸਤਰ ਪੜ੍ਹਨ ਵਾਲੇ ਹੋ, ਇਸ ਲਈ ਮੈਨੂੰ ਇਹ ਚੀਜ਼ ਦਾ ਜਵਾਬ ਚਾਹੀਦਾ ਹੈ। ਤਾਂ ਰਾਜ ਪ੍ਰੋਹਿਤ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਪਾਪ ਦਾ ਬਾਪ ਕੌਣ ਹੁੰਦਾ ਹੈ? ਨਾ ਤਾਂ ਕਦੀ ਸ਼ਾਸਤਰਾਂ 'ਚ ਪੜ੍ਹਿਆ ਹੈ, ਤਾਂ ਨਾ ਹੀ ਮੈਨੂੰ ਇਹਦੇ ਬਾਰੇ ਪਤਾ ਹੈ। ਤਾਂ ਰਾਜੇ ਨੇ ਕਿਹਾ ਪਤਾ ਕਰੋ ਫਿਰ, ਕਿਉਂਕਿ ਮੇਰੇ ਅੰਦਰ ਜੋ ਸਵਾਲ ਹੈ ਤੁਹਾਡਾ ਕੰਮ ਹੈ ਉਹਦਾ ਜਵਾਬ ਦੇਣਾ, ਸੋ ਪਤਾ ਕਰੋ। ਹੁਣ ਕਹਿੰਦੇ ਹੈ ਪ੍ਰੋਹਿਤ ਨੇ ਆਗਿਆ ਮੰਗੀ ਕਿ ਮਹਾਰਾਜ ਅੱਜ ਦੀ ਇੱਕ ਰਾਤ ਦਿਓ, ਸਵੇਰੇ ਮੈਂ ਦੱਸੂ। ਰਾਜਾ ਕਹਿੰਦਾ ਠੀਕ ਹੈ, ਸਵੇਰ ਤੱਕ ਮੈਨੂੰ ਦੱਸ ਦੇਣਾ ਪਾਪ ਦਾ ਬਾਪ ਕੌਣ ਹੁੰਦਾ ਹੈ। ਹੁਣ ਕਹਿੰਦੇ ਇਹ ਪ੍ਰੋਹਿਤ ਗਿਆ, ਸਾਰੀ ਰਾਤ ਜਾ ਕੇ ਇਹਨਾਂ ਆਪਣੇ ਨੌਕਰਾਂ ਨੂੰ, ਆਪਣੇ ਦਾਸਾਂ ਨੂੰ ਬੁਲਾਇਆ, ਵੇਦ ਸ਼ਾਸਤਰ ਸਾਰੇ ਖੋਲ ਲਏ ਕਿ ਭਾਈ ਤੂੰ ਆਹ ਪੜ੍ਹ ਲੈ, ਇਹ ਚੋਂ ਕੋਈ ਤੈਨੂੰ ਮਿਲੇ ਤਾਂ ਮੈਨੂੰ ਦੱਸ ਦੇਈਂ, ਮੈਂ ਆਹ ਪੜ੍ਹ ਲੈਂਦਾ, ਕਿਉਂਕਿ ਇਕੱਲਾ ਤਾਂ ਮੈਂ ਸਾਰੀਆਂ ਚੀਜ਼ਾਂ ਨੂੰ ਪੜ੍ਹ ਨਹੀਂ ਸਕਦਾ। ਇਹਲੇ 5-7 ਬੰਦੇ ਲਾ ਦਿੱਤੇ ਕਿ ਜਿੱਥੇ ਵੀ ਇਹਦਾ ਜਵਾਬ ਲਿਖਿਆ ਹੋਵੇ ਲੱਭੋ। ਹੁਣ ਕਹਿੰਦੇ ਉਹਦੇ ਨੌਕਰ ਵੀ ਪੜ੍ਹਨ ਲੱਗ ਗਏ, ਕਿਉਂਕਿ ਉਹ ਆਪ ਰਾਜ ਪ੍ਰੋਹਿਤ ਸੀ, ਤਾਂ ਉਹਦੇ ਘਰ 'ਚ ਵੀ ਕੋਈ ਮਾੜੇ ਮੋਟੇ ਬੰਦੇ ਥੋੜੀ ਰਹਿਣੇ ਅਨਪੜ੍ਹ, ਉਹ ਵੀ ਪੜ੍ਹੇ ਲਿਖੇ ਸੀ। ਸਾਰੀ ਰਾਤ ਉਹਨਾਂ ਨੇ ਹਰ ਵੇਦ ਹਰ ਸ਼ਾਸਤਰ ਪੜ੍ਹ ਕੇ ਦੇਖ ਲਿਆ, ਪਰ ਕਿਸੇ 'ਚ ਵੀ ਜਵਾਬ ਨਹੀਂ ਮਿਲਿਆ ਕਿ ਪਾਪ ਦਾ ਬਾਪ ਕੌਣ ਹੁੰਦਾ। ਸਵੇਰ ਨੂੰ ਬਾਦਸ਼ਾਹ ਦੇ ਦਰਬਾਰ ਰਾਜੇ ਦੇ ਕੋਲ ਗਿਆ, ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮਾਫ ਕਰਿਓ, ਮੈਂ ਸਾਰੀ ਰਾਤ ਲੱਭਦਾ ਰਿਹਾ ਪਰ ਪਾਪ ਦੇ ਬਾਪ ਦਾ ਪਤਾ ਨਹੀਂ ਲੱਗਾ। ਤਾਂ ਉਸ ਲਈ ਰਾਜੇ ਨੂੰ ਗੁੱਸਾ ਆ ਗਿਆ, ਕਹਿੰਦਾ ਜੇ ਤੁਸੀਂ ਇੱਕ ਸਵਾਲ ਦਾ ਮੈਨੂੰ ਜਵਾਬ ਨਹੀਂ ਦੇ ਸਕਦੇ ਤਾਂ ਰਾਜ ਪ੍ਰੋਹਿਤ ਦੀ ਗੱਡੀ ਤੇ ਬੈਠਣ ਦਾ ਤੁਹਾਡਾ ਕੋਈ ਹੱਕ ਨਹੀਂ ਹੈ, ਕਿਉਂਕਿ ਤੁਹਾਨੂੰ ਪਤਾ ਰਾਜਾ ਹੈ, ਜਿਹਨੂੰ ਚਾਹੇ ਹਟਾ ਦੇਵੇ ਤਾਂ ਜਿਹਨੂੰ ਚਾਹੇ ਵੀ ਬਿਠਾ ਦੇਵੇ। ਇਸ ਲਈ ਮੈਂ 3 ਦਿਨ ਦਾ ਤੁਹਾਨੂੰ ਟਾਈਮ ਦੇਣਾ ਹੈ, 3 ਦਿਨ ਦਾ ਸਮਾਂ ਦੇਣਾ। ਜੇ 3 ਦਿਨ ਦੇ ਸਮੇਂ ਦੇ ਅੰਦਰ ਤੁਸੀਂ ਮੈਨੂੰ ਇਹ ਨਾ ਦੱਸਿਆ ਤਾਂ ਫਿਰ ਯਾਦ ਰੱਖੋ ਮੈਂ ਇਹ ਰਾਜ ਪ੍ਰੋਹਿਤ ਦੀ ਪਦਵੀ ਤੋਂ ਤੁਹਾਨੂੰ ਹਟਾ ਦੇਣਾ ਹੈ ਔਰ ਦੇਸ਼ ਨਿਕਾਲਾ ਦੇ ਦੇਣਾ ਕਿ ਮੇਰੇ ਰਾਜ 'ਚ ਵੀ ਰਹਿਣ ਦਾ ਤੁਹਾਡਾ ਮੈਨੂੰ ਕੋਈ ਲੋੜ ਨਹੀਂ ਹੈ, ਹੱਕ ਨਹੀਂ ਹੈ। ਫਿਰ ਹੁਣ ਰਾਜ ਪ੍ਰੋਹਿਤ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਕਿਉਂਕਿ ਰਾਜ ਪ੍ਰੋਹਿਤ ਸੀ ਤਾਂ ਲੋਕੀ ਹੱਥ ਜੋੜਦੇ ਸੀ, ਨਮਸਕਾਰਾਂ ਕਰਦੇ ਸੀ। ਜੇ ਦੇਸ਼ ਨਿਕਾਲਾ ਹੋ ਗਿਆ, ਪਦਵੀ ਚਲੀ ਗਈ, ਕੱਲ ਨੂੰ ਲੋਕਾਂ ਨੇ ਮਜ਼ਾਕ ਉਡਾਉਣਾ ਹੈ ਮੇਰਾ, ਕਿਉਂਕਿ ਬੰਦੇ ਨੂੰ ਹੁੰਦਾ ਨਾ ਕਿ ਮੇਰੀ ਇੱਜ਼ਤ ਮੇਰੀ ਪਦਵੀ ਨਾਲ ਹੀ ਹੈ। ਅਗਰ ਮੈਂ ਪਦਵੀ ਤੇ ਬੈਠਾ, ਕੁਰਸੀ ਤੇ ਬੈਠਾ ਤਾਂ ਲੋਕ ਸਨਮਾਨ ਕਰਨਗੇ, ਜੇ ਕੁਰਸੀ ਨਿਕਲ ਗਈ ਤਾਂ ਫਿਰ ਕਿਹਨਾਂ ਪੁੱਛਣਾ ਹੈ। ਹੁੰਦਾ ਕਿ ਨਹੀਂ ਏਦਾਂ ਕਿ ਜਦੋਂ ਕੋਈ ਮਿਨਿਸਟਰ ਹੈ, ਮੰਤਰੀ ਹੈ ਤਾਂ ਲੋਕ ਮਗਰ ਤਾਂ ਜਦੋਂ ਚੁਣਾਵ ਹਾਰ ਗਏ ਤਾਂ ਫਿਰ ਕਿਹੜਾ ਪੁੱਛਦਾ ਉਹਨੂੰ ਜਾ ਕੇ। ਹੁਣ ਇਸੇ ਤਰ੍ਹਾਂ ਇਹ ਰਾਜ ਪ੍ਰੋਹਿਤ ਦੇ ਮਨ 'ਚ ਵੀ ਆ ਗਿਆ, ਜਰਾ ਸਮਝਣਾ ਇਸ ਚੀਜ਼ ਨੂੰ, ਇਹਦੇ ਮਨ ਦੇ ਵਿੱਚ ਵੀ ਆ ਗਿਆ ਕਿ ਅਗਰ 3 ਦਿਨ ਬਾਅਦ ਮੈਨੂੰ ਜਵਾਬ ਨਾ ਮਿਲਿਆ ਫਿਰ ਤਾਂ ਗੱਲ ਖਰਾਬ ਹੋ ਜਾਣੀ ਹੈ। ਪਰ ਹੁਣ ਇਹਨਾਂ ਮਨ 'ਚ ਸੋਚਿਆ ਕੋਈ ਨਹੀਂ, ਕੋਸ਼ਿਸ਼ ਕਰ ਲੈਂਦੇ ਆ। ਜੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ 3 ਦਿਨਾਂ 'ਚ ਸਵਾਲ ਦਾ ਜਵਾਬ ਨਾ ਮਿਲਿਆ ਤਾਂ ਤੀਜੇ ਦਿਨ ਮੈਂ ਜਾਨ ਹੀ ਦੇ ਦੇਣੀ ਹੈ, ਕਿਉਂਕਿ ਬੇਇੱਜ਼ਤੀ ਨਾਲੋਂ ਚੰਗਾ ਆ ਆਪਣੀ ਜਾਨ ਹੀ ਦੇਗੀ। ਹੁਣ ਕਹਿੰਦੇ ਇੱਕ ਦਿਨ ਕੋਸ਼ਿਸ਼ ਕੀਤੀ, ਨਹੀਂ ਸਵਾਲ ਦਾ ਜਵਾਬ ਮਿਲਿਆ, ਦੂਜੇ ਦਿਨ ਕੋਸ਼ਿਸ਼ ਕੀਤੀ, ਜਵਾਬ ਨਹੀਂ ਮਿਲਿਆ, ਤੀਜੇ ਦਿਨ ਜੰਗਲ ਨੂੰ ਤੁਰ ਪਿਆ ਕਿ ਅੱਜ ਕੋਈ ਜਵਾਬ ਨਾ ਮਿਲਿਆ ਤਾਂ ਸ਼ਾਮ ਹੁੰਦੇ ਨਹੀਂ, ਕਿਉਂਕਿ ਰਾਜੇ ਨੇ ਕਿਹਾ ਸ਼ਾਮ ਤੱਕ ਸੂਰਜ ਡੁੱਬਣ ਤੋਂ ਪਹਿਲਾਂ ਮੈਨੂੰ ਜਵਾਬ ਚਾਹੀਦਾ ਹੈ, ਜੇ ਨਾ ਮਿਲਿਆ ਤਾਂ ਨਦੀ 'ਚ ਛਾਲ ਮਾਰ ਕੇ ਜਾਨ ਹੀ ਦੇ ਦੇਣੀ। ਹੁਣ ਜੰਗਲ 'ਚ ਬੈਠਾ ਹੈ, ਦੁਪਹਿਰ ਹੋ ਚੁੱਕੀ ਹੈ, ਕੋਈ ਜਵਾਬ ਨਹੀਂ ਮਿਲ ਰਿਹਾ, ਬੜਾ ਪਰੇਸ਼ਾਨ ਹੈ, ਨਦੀ ਦੇ ਕੋਲ ਬੈਠਾ ਸੋਚ ਰਿਹਾ ਕਿੱਥੋਂ ਜਵਾਬ ਮਿਲੇਗਾ। ਜਦ ਨੂੰ ਕੀ ਦੇਖਿਆ, ਇੱਕ ਫਕੀਰ ਜਿਹੜਾ ਮਸਤ ਫਕੀਰ ਹੈ, ਬਾਲ ਬਿਖਰੇ ਹੋਏ ਹੈ, ਤਨ ਦੇ ਉੱਪਰ ਕੱਪੜੇ ਵੀ ਫਟੇ ਪੁਰਾਣੇ ਹੈ, ਔਰ ਉਹਦੇ ਨਾਲ ਇੱਕ ਜਾਨਵਰ ਹੈ, ਉਹਦੀ ਕੁੱਤੀਆ, ਦੋਨੇ ਹੀ ਨੇ। ਹੁਣ ਤੇਰਾ ਧਿਆਨ ਦੇਣਾ, ਸਮਝਣ ਵਾਲੀ ਗੱਲ ਹੈ। ਹੁਣ ਉਹ ਫਕੀਰ ਨੇ ਜਦੋਂ ਦੇਖਿਆ ਕਿ ਕੋਈ ਰਾਜ ਪ੍ਰੋਹਿਤ ਲੱਗਦਾ, ਯਾਨੀ ਬਹੁਤ ਉੱਚੀ ਕੁਲ ਦਾ ਬੰਦਾ ਲੱਗਦਾ, ਪਰ ਬੜਾ ਪਰੇਸ਼ਾਨ ਬੈਠਾ ਹੈ, ਕਿਉਂਕਿ ਪਹਿਰਾਵੇ ਤੋਂ ਪਤਾ ਲੱਗਦਾ ਕੋਈ ਮਾਮੂਲੀ ਬੰਦਾ ਨਹੀਂ ਹੈ। ਫਕੀਰਾਂ ਨੇ ਉਹਨੂੰ ਪੁੱਛ ਲਿਆ, ਭਈ ਕੌਣ ਹੈ ਤੂੰ, ਜੰਗਲ 'ਚ ਬੈਠਾ ਹੈ, ਬੜਾ ਉਦਾਸ ਹੈ, ਨਿਰਾਸ਼ ਹੈ, ਗੱਲ ਕੀ ਹੈ? ਤਾਂ ਉਸ ਲਈ ਰਾਜ ਪ੍ਰੋਹਿਤ ਨੇ ਫਕੀਰ ਵੱਲ ਦੇਖਿਆ, ਕਹਿੰਦੇ ਜਾ ਪਾਗਲ, ਕਿਉਂਕਿ ਦੇਖ ਰਿਹਾ ਕੋਈ ਪਾਗਲ ਹੈ। ਕਹਿੰਦੇ ਮੈਂ ਰਾਜ ਪ੍ਰੋਹਿਤ ਹਾਂ, ਤੇਰੀ ਪਤਾ ਨਹੀਂ ਜਾਤੀ ਕਿਹੜੀ ਹੈ, ਮੇਰੇ ਲਾਗੇ ਖੜਾ ਨਾ ਹੋ, ਚੱਲ ਪਰੇ, ਕਿਉਂਕਿ ਮੈਂ ਉੱਚੀ ਜਾਤ ਦਾ ਬ੍ਰਾਹਮਣ ਹਾਂ ਮੈਂ, ਇਸ ਲਈ ਪਰੇ ਹੋ ਜਾ, ਨਹੀਂ ਤਾਂ ਮੈਂ ਭ੍ਰਿਸ਼ਟ ਹੋ ਜਾਊਂ। ਉਹ ਫਕੀਰ ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਨਹੀਂ ਭ੍ਰਿਸ਼ਟ ਕਰਦੇ, ਇੱਥੋਂ ਹੀ ਦੱਸ ਦੇ ਪਰੇਸ਼ਾਨ ਕਿਉਂ ਹੈ, ਦੁਖੀ ਕਿਉਂ ਹੈ? ਜੇ ਤੂੰ ਰਾਜ ਪ੍ਰੋਹਿਤ ਹੈ, ਤੈਨੂੰ ਤਾਂ ਆਪਣੇ ਰਾਜ 'ਚ ਹੋਣਾ ਚਾਹੀਦਾ, ਤੂੰ ਜੰਗਲ 'ਚ ਕੀ ਕਰਦਾ ਆ? ਤਾਂ ਉਸ ਵੇਲੇ ਉਹਨਾਂ ਕਿਹਾ ਮੈਂ ਜੋ ਮਰਜ਼ੀ ਕਰਦਾ ਹਾਂ, ਤੈਨੂੰ ਕੀ ਹੈ? ਪਰ ਉਹਨੂੰ ਇਹ ਨਹੀਂ ਪਤਾ ਸੀ ਫਕੀਰ ਬੜੇ ਕਾਮਿਲ ਹੈ। ਫਕੀਰ ਕਹਿੰਦੇ ਅੱਛਾ, ਤਾਂ ਫਿਰ ਯਾਦ ਰੱਖ, ਹੋ ਸਕਦਾ ਜਿਹੜਾ ਸਵਾਲ ਤੂੰ 3 ਦਿਨਾਂ ਤੋਂ ਲੱਭ ਰਿਹਾ ਨਹੀਂ ਮਿਲਿਆ, ਉਹ ਸਵਾਲ ਦਾ ਜਵਾਬ ਤੈਨੂੰ ਮੇਰੇ ਕੋਲ ਮਿਲ ਜਾਵੇ। ਜਰਾ ਗੌਰ ਕਰਨਾ, ਹੋ ਸਕਦਾ ਜਵਾਬ ਤੈਨੂੰ ਮੇਰੇ ਕੋਲ ਮਿਲ ਜਾਵੇ, ਇੱਕ ਵਾਰ ਦੱਸ ਤਾਂ ਸਹੀ। ਰਾਜ ਪ੍ਰੋਹਿਤ ਹੈਰਾਨ ਰਹਿ ਗਿਆ ਕਿ ਇਹਨੂੰ ਕਿੱਦਾਂ ਪਤਾ ਕਿ ਮੈਂ ਸਵਾਲਾਂ ਦਾ ਜਵਾਬ ਲੱਭ ਰਿਹਾ ਔਰ ਪਿਛਲੇ 3 ਦਿਨ ਤੋਂ ਹੀ ਲੱਭ ਰਿਹਾ। ਤਾਂ ਫਿਰ ਰਾਜ ਪ੍ਰੋਹਿਤ ਨੇ ਵੀ ਦੇਖਿਆ ਫਕੀਰ ਤਾਂ ਹੈ ਕੋਈ ਕਰਨੀ ਵਾਲਾ, ਤਾਂ ਉਸਨੇ ਉਹਨਾਂ ਕਿਹਾ ਕਿ ਜੇ ਠੀਕ ਹੈ ਤੁਹਾਨੂੰ ਇੰਨਾ ਪਤਾ ਹੈ ਤਾਂ ਫਿਰ ਤੁਹਾਨੂੰ ਇਹ ਵੀ ਪਤਾ ਹੋਏਗਾ ਮੈਂ ਸਵਾਲ ਕਿਹੜੇ ਸਵਾਲ ਦਾ ਜਵਾਬ ਲੱਭ ਰਿਹਾ ਹਾਂ, ਉਹ ਵੀ ਤੁਹਾਨੂੰ ਪਤਾ ਹੀ ਹੋਏਗਾ। ਫਕੀਰ ਕਹਿੰਦੇ ਪਤਾ ਹੈ ਸਾਨੂੰ, ਫਿਰ ਉਹ ਵੀ
ਜੇ ਤੂੰ ਨਹੀਂ ਦੱਸਣਾ ਤਾਂ ਸਾਨੂੰ ਪਤਾ ਹੈ। ਕਹਿੰਦਾ ਫਿਰ ਜਵਾਬ ਦੱਸੋ, ਫਿਰ ਉਹਦਾ ਕੀ ਹੈ? ਫਕੀਰ ਕਹਿੰਦੇ ਜਵਾਬ ਜ਼ਰੂਰ ਦੱਸਾਂਗੇ, ਜਵਾਬ ਜ਼ਰੂਰ ਦੱਸਾਂਗੇ, ਪਰ ਉਹਦੇ ਵਾਸਤੇ ਤੈਨੂੰ ਕੰਮ ਕਰਨਾ ਪੈਣਾ ਹੈ। ਉਹ ਕਹਿੰਦਾ ਜੀ ਕਿਹੜਾ ਕੰਮ ਕਰਨਾ ਪੈਣਾ? ਕਹਿੰਦੇ ਕੰਮ ਇਹ ਤੈਨੂੰ ਕਰਨਾ ਪੈਣਾ ਹੈ। ਕਹਿ ਕੇ ਫਕੀਰਾਂ ਨੇ ਆਪਣੀ ਝੋਲੀ ਚੋਂ ਪਿਆਲਾ ਕੱਢਿਆ, ਕੋਲੀ ਨਦੀ ਵਗਦੀ ਸੀ, ਨਦੀ ਚੋਂ ਪਾਣੀ ਭਰਿਆ। ਕਹਿੰਦੇ ਲੈ ਫਿਰ ਤੈਨੂੰ ਇਹ ਸਾਡੇ ਪਿਆਲੇ 'ਚ ਪਾਣੀ ਪੀਣਾ ਪੈਣਾ ਹੈ, ਤੈਨੂੰ ਸਾਡੇ ਪਿਆਲੇ 'ਚ ਪਾਣੀ ਪੀਣਾ। ਰਾਜ ਪੁਰੋਹਿਤ ਕਹਿੰਦਾ ਇਹ ਗੰਦਾ ਜਿਹਾ ਬੰਦਾ, ਕਿਉਂਕਿ ਮੈਲਾ ਕੁਚਾਲਾ ਜਿੱਦਾਂ ਦੱਸਿਆ ਸੀ, ਉਹ ਮੈਂ ਰਾਜ ਪੁਰੋਹਿਤ ਸੋਨੇ ਦੇ ਬਰਤਨਾਂ 'ਚ ਖਾਣ ਪੀਣ ਵਾਲਾ, ਇਹ ਨੀਵੀਂ ਜਾਤ ਵਾਲੀ ਦੀ ਪਰਛਾਈ ਮੇਰੇ ਲਾਗੇ ਨਾ ਆਵੇ ਤਾਂ ਇਹਦੇ ਗੰਦੇ ਜਿਹੇ ਪਿਆਲੇ 'ਚ ਮੈਂ ਪਾਣੀ ਪੀਵਾਂ? ਉਹ ਕਹਿੰਦਾ ਮਾਫ ਕਰੀ, ਤੇਰੇ ਗੰਦੇ ਪਿਆਲੇ 'ਚ ਮੈਂ ਪਾਣੀ ਨਹੀਂ ਪੀ ਸਕਦਾ, ਇਸ ਲਈ ਮਾਫ ਕਰ ਮੈਨੂੰ, ਇਹ ਕੰਮ ਨਹੀਂ ਮੈਂ ਕਰ ਸਕਦਾ। ਫਕੀਰ ਕਹਿੰਦੇ ਤੇਰੀ ਮੌਜ, ਫਿਰ ਜੇ ਤੂੰ ਪਾਣੀ ਨਹੀਂ ਪੀ ਸਕਦਾ ਇਹਦੇ ਵਿੱਚ ਤਾਂ ਫਿਰ ਤੇਰੀ ਮੌਜ। ਚੱਲੇ ਅਸੀਂ ਕਹਿ ਕੇ ਫਕੀਰ ਤੁਰੇ ਤਾਂ ਇਹਦੇ ਰਾਜ ਪੁਰੋਹਿਤ ਦੇ ਮਨ ਚ ਆਇਆ, ਉਹ ਮਨਾ ਪਾਣੀ ਪੀਣਾ ਸੀ, ਪੀ ਲੈਂਦਾ, ਫੇਕੀ ਹੈ ਹੁਣ ਵੀ ਤਾਂ ਉਦਾਂ ਵੀ ਤਾਂ ਜਾਨ ਦੇਣੀ ਹੈ, ਸਵਾਲ ਨਹੀਂ ਪਤਾ, ਜਾਨ ਵੀ ਤਾਂ ਜਾਣੀ ਹੈ। ਪਾਣੀ ਪੀ ਲੈਂਦਾ ਤਾਂ ਕੀ ਹੋਣਾ ਸੀ, ਇਸ ਲਈ ਪੀਲਾ ਪਾਣੀ ਕੁਝ ਨਹੀਂ ਹੁੰਦਾ, ਬਾਅਦ ਚੋਂ ਕੋਈ ਗੱਲ ਨਹੀਂ, ਗੰਗਾ ਦੇ ਛਿੱਟੇ ਪਾ ਦੇ ਕੇ ਜਾਂ ਗੰਗਾ ਜਲ ਪੀ ਕੇ ਆਪਣੇ ਨੂੰ ਦੁਬਾਰਾ ਪਵਿੱਤਰ ਕਰ ਲਵਾਂਗੇ, ਪੀਲਾ ਪਾਣੀ ਕੁਝ ਨਹੀਂ ਹੁੰਦਾ, ਜਾਨ ਤਾਂ ਬਚੇਗੀ। ਕਹਿੰਦੇ ਉਹਨੇ ਆਵਾਜ਼ ਮਾਰੀ ਫਕੀਰ ਨੂੰ, ਦੌੜ ਕੇ ਮਗਰ ਗਿਆ, ਰੁਕੋ ਰੁਕੋ ਮੈਂ ਤਿਆਰ ਹਾਂ ਪਾਣੀ ਪੀਣ ਨੂੰ। ਫਕੀਰ ਕਹਿੰਦੇ ਉਹ ਗੱਲ ਪਿੱਛੇ ਚਲੀ ਗਈ, ਉਹ ਗੱਲ ਲੰਘ ਗਈ, ਹੁਣ ਉਹ ਟਾਈਮ ਹੱਥੋਂ ਗਿਆ, ਹੁਣ ਤੈਨੂੰ ਕੁਝ ਹੋਰ ਕਰਨਾ ਪਏਗਾ। ਉਹ ਕਹਿੰਦਾ ਹੁਣ ਦੱਸੋ ਕੀ ਕਰਨਾ ਪੈਣਾ ਹੈ? ਕਹਿੰਦੇ ਹੁਣ ਤੈਨੂੰ ਸਾਡੀ ਕੁੱਤੀ ਦਾ ਦੁੱਧ ਪੀਣਾ ਪੈਣਾ ਪਿਆਲੇ 'ਚ, ਜੇ ਪੀਣ ਨੂੰ ਤਿਆਰ ਆ ਤਾਂ ਫਿਰ ਅਸੀਂ ਤੈਨੂੰ ਜਵਾਬ ਦੇ ਦੇਵਾਂਗੇ, ਤੇਰੀ ਜਾਨ ਬਚ ਜਾਏਗੀ। ਉਹ ਕਹਿੰਦਾ ਕੁੱਤੀ ਦਾ ਦੁੱਧ ਪੀਵਾਂ ਮੈਂ, ਪੰਡਿਤ ਪੁਰੋਹਿਤ ਹੋ ਕੇ ਕੁੱਤੀ ਦਾ ਦੁੱਧ ਪੀਵਾਂ? ਕੋਈ ਗਾਂ ਦਾ ਹੁੰਦਾ, ਬੱਕਰੀ ਦਾ ਹੁੰਦਾ ਤਾਂ ਮੰਨਿਆ ਵੀ, ਹੁਣ ਕੁੱਤੇ ਦਾ ਦੁੱਧ ਤਾਂ ਕੋਈ ਚੰਗਾ ਭਲਾ ਬੰਦਾ ਨਾ ਪੀਵੇ, ਕੋਈ ਤੁਹਾਨੂੰ ਕਹੇ ਲੈ ਭਈਆ ਕੁੱਤੇ ਦੇ ਦੁੱਧ ਦੀ ਚਾਹ ਆ ਤੁਸੀਂ ਪੀ ਲਓਗੇ? ਇਹ ਕਹਿੰਦਾ ਲੈ ਬੱਕਰੀ ਦਾ ਮੰਨਿਆ, ਗਾਂ ਦਾ ਮੰਨਿਆ, ਮੱਝ ਦਾ ਮੰਨਿਆ, ਠੀਕ ਹੈ, ਪਰ ਉਹ ਜਾਨਵਰ ਦਾ ਜਿਹਦੇ ਬਾਰੇ ਸੋਚ ਨਹੀਂ ਸਕਦੇ। ਹੁਣ ਫੇਰ ਤਾਂ ਰਾਜ ਪੁਰੋਹਿਤ ਸੀ, ਕਹਿੰਦਾ ਮਹਾਰਾਜ ਕੁੱਤੀ ਦਾ ਦੁੱਧ ਮੈਨੂੰ ਪਿਲਾ ਰਹੇ ਹੋ, ਇਹ ਨਹੀਂ ਹੋ ਸਕਦਾ, ਜਾਨ ਦੇਣੀ ਮਨਜ਼ੂਰ ਹੈ ਪਰ ਮੈਂ ਇਹ ਨਹੀਂ ਪੀ ਸਕਦਾ। ਫਕੀਰ ਕਹਿੰਦੇ ਤੇਰੀ ਮੌਜ, ਫਿਰ ਚੱਲ। ਫਕੀਰ ਫਿਰ ਤੁਰ ਪਏ, ਤੁਰੇ ਜਾ ਰਹੇ ਅੱਗੇ ਨੂੰ। ਇਹਨਾਂ ਫਿਰ ਮਨ ਚ ਸੋਚਿਆ ਮਨਾ ਮਰਨ ਨਾਲੋਂ ਤਾਂ ਚੰਗਾ ਨਾ ਪੀ ਲੈ ਇੱਕ ਘੁੱਟ, ਫਿਰ ਕੀ ਹੁੰਦਾ ਹੈ। ਕਈ ਵਾਰ ਹਲਵਾਈਆਂ ਦੇ ਦੁਕਾਨ ਤੇ ਜਾਈਦਾ, ਉੱਥੇ ਵੀ ਤਾਂ ਕੁੱਤਿਆਂ ਨੇ ਮੂੰਹ ਮਾਰੇ ਹੁੰਦਾ ਹੈ, ਕੁੱਤਿਆਂ ਨੂੰ ਕਈ ਵਾਰ ਦੁੱਧ 'ਚ ਮੂੰਹ ਮਾਰ ਦਿੰਦੇ, ਹਲਵਾਈ ਕਿਹੜਾ ਉਹਨੂੰ ਸਿੱਟਦੇ ਆ, ਏਦਾਂ ਹੀ ਉਹਦੀ ਬਰਫੀ ਬਣਾ ਕੇ ਚਾਹ ਪਾਣੀ ਇੱਦਾਂ ਚੱਲਦਾ ਰਹਿੰਦਾ, ਕੰਮ ਹੋ ਜਾਂਦਾ। ਇਸ ਕਰਕੇ ਜਾਨ ਨਾਲੋਂ ਪਿਆਰੀ ਕਿਹੜੀ ਚੀਜ਼ ਹੈ? ਓਏ ਕੁੱਤੀ ਦਾ ਦੁੱਧ ਪੀ ਕੇ ਮਰਨ ਤਾਂ ਨਹੀਂ ਲੱਗਾ ਤੂੰ, ਫੇਰ ਕੀ ਹੋ ਗਿਆ? ਅੱਖਾਂ ਬੰਦ ਕਰਕੇ ਕੋੜਾ ਘੁੱਟ ਕਰਕੇ ਪੀ ਜਾਈ, ਮਨ ਬਣਾ ਲਿਆ ਕਿ ਠੀਕ ਹੈ ਭਾਈ ਜਾਨ ਦੇਣ ਨਾਲੋਂ ਚੰਗਾ ਆ ਦੁੱਧ ਪੀ ਲਈਏ। ਫਿਰ ਗਿਆ ਦੌੜ ਕੇ ਫਕੀਰਾਂ ਮਗੇ, ਕਹਿੰਦਾ ਮਹਾਰਾਜ ਰੁਕੋ ਮੈਂ ਤਿਆਰ ਹਾਂ। ਫਕੀਰ ਕਹਿੰਦੇ ਇਹ ਵੀ ਗੱਲ ਲੰਘ ਗਈ, ਇਹ ਵੀ ਗੱਲ ਗਈ। ਕਹਿੰਦਾ ਮਹਾਰਾਜ ਹੁਣ ਕੀ? ਫਿਰ ਫਕੀਰ ਕਹਿੰਦੇ ਹੁਣ ਇਹ ਕਰਨਾ ਆ, ਹੁਣ ਕੁੱਤੀ ਦਾ ਦੁੱਧ ਚੋ ਕੇ ਪਹਿਲਾਂ ਮੇਰੀ ਕੁੱਤੀ ਪੀਏਗੀ, ਉਹ ਚੱਟੇਗੀ, ਸਮਝਦੇ ਹੋ ਕਿ ਨਹੀਂ, ਔਰ ਫਿਰ ਤੈਨੂੰ ਪੀਣਾ ਪੈਣਾ ਹੈ। ਹੁਣ ਮਨ ਚ ਸੋਚਿਆ ਜੇ ਹੁਣ ਨਾ ਕੀਤੀ ਤਾਂ ਪਤਾ ਨਹੀਂ ਅੱਗੇ ਕੀ ਹੋ ਜਾਣਾ ਹੈ। ਸੋ ਮੰਨ ਗਿਆ, ਕਹਿੰਦਾ ਮਾਰੇ ਠੀਕ ਹੈ ਮੈਂ ਪੀਣ ਨੂੰ ਤਿਆਰ ਹਾਂ, ਜਾਨ ਬਚਾਓ ਮੇਰੀ। ਫਕੀਰਾਂ ਨੇ ਕਹਿੰਦੇ ਕੁੱਤੀ ਦਾ ਦੁੱਧ ਪਿਆਲੇ 'ਚ ਕੱਢਿਆ, ਕੁੱਤੀ ਨੂੰ ਚਟਾਇਆ ਔਰ ਉਹਨੂੰ ਦਿੱਤਾ, ਕਹਿੰਦੇ ਲੈ ਪੀ ਲੈ। ਹੁਣ ਜਿੱਦੇ ਪੁਰੋਹਿਤ ਦੁੱਧ ਲੈ ਕੇ ਪੀਣ ਲੱਗਾ, ਫਕੀਰਾਂ ਨੇ ਉੱਥੇ ਹੱਥ ਫੜ ਲਿਆ, ਕਹਿੰਦੇ ਬਸ ਇਹੀ ਪਾਪ ਦਾ ਬਾਪ ਹੈ। ਉਹ ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ ਇਹ ਕੀ ਤਾਂ ਪਾਪ ਦਾ ਬਾਪ ਹੈ। ਕਹਿੰਦੇ ਤੂੰ ਸਭ ਕੁਝ ਰਾਜ ਪੁਰੋਹਿਤ ਹੋ ਕੇ ਤੂੰ ਸਭ ਕੁਝ ਕਰਨ ਨੂੰ ਤਿਆਰ ਹੋ ਗਿਆ, ਕਿਹਦੀ ਖਾਤਰ? ਸਿਰਫ ਪਦਵੀ ਦੇ ਲੋਭ ਦੀ ਖਾਤਰ। ਲੋਭ ਹੁੰਦਾ ਬੰਦੇ ਅੰਦਰ, ਪਦਵੀ ਦਾ, ਕੁਰਸੀ ਦਾ, ਧਨ ਦਾ, ਉਚਾਈ ਦਾ। ਇਹ ਲੋਭ ਨੇ ਤੈਨੂੰ ਇੰਨਾ ਗਿਰਾ ਦਿੱਤਾ ਕਿ ਤੈਨੂੰ ਸਮਝ ਆ ਕੁੱਤੀ ਦਾ ਦੁੱਧ ਨਹੀਂ ਪੀਣ ਵਾਲਾ, ਕੁੱਤੇ ਦਾ ਝੂਠਾ ਨਹੀਂ ਖਾਣ ਵਾਲਾ, ਪਰ ਫਿਰ ਵੀ ਲੋਭ ਨੇ ਤੈਨੂੰ ਇੰਨਾ ਅੰਨਾ ਕਰ ਦਿੱਤਾ ਕਿ ਤੂੰ ਉਹ ਸਭ ਕੁਝ ਕਰਨ ਨੂੰ ਤਿਆਰ ਹੋ ਗਿਆ। ਇਹੀ ਹੈ ਪਾਪ ਦਾ ਬਾਪ। ਕਿਉਂਕਿ ਜਦੋਂ ਲੋਭ ਅੰਦਰ ਆ ਜਾਂਦੇ ਨੇ ਤਾਂ ਆਪ ਸੋਚ ਕੇ ਦੇਖੋ, ਬਾਪ ਬੇਟੇ ਦਾ ਦੁਸ਼ਮਣ ਹੋ ਜਾਂਦਾ ਕਿ ਨਹੀਂ? ਜਦੋਂ ਅੰਦਰ ਲੋਭ ਆ ਜਾਂਦਾ ਹੈ, ਭਰਾ ਭਰਾ ਦਾ ਦੁਸ਼ਮਣ ਹੋ ਜਾਂਦਾ ਕਿ ਨਹੀਂ? ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਲੋਭ ਆ ਗਿਆ ਤਾਂ ਭਰਾ ਭਰਾ ਕੋਰਟ ਕਚਹਿਰੀਆਂ ਤੱਕ ਪਹੁੰਚ ਜਾਂਦੇ ਹੈ। ਬਾਪ ਬੇਟਾ ਉਹਨਾਂ ਦੀ ਲੜਾਈ ਹੋ ਜਾਂਦੀ ਹੈ ਜਾਇਦਾਦ ਨੂੰ ਲੈ ਕੇ, ਹੋ ਜਾਂਦੀ ਹੈ ਜਾਂ ਨਹੀਂ? ਔਰ ਕਈ ਵਾਰ ਦੇਖਿਆ ਨਾ, ਕੋਈ ਚੀਜ਼ ਖਾਣ ਨੂੰ ਲੈ ਕੇ ਹੀ ਬੱਚਿਆਂ 'ਚ ਲੜਾਈ ਹੋ ਜਾਂਦੀ, ਮੈਂ ਖਾਣਾ ਮੈਨੂੰ ਇੰਨੀ ਮਿਲੇ ਮੈਨੂੰ ਉਨੀ ਮਿਲੇ। ਯਾਨੀ ਜਿੱਥੇ ਲੋਭ ਆ ਗਿਆ ਹੈ, ਕਬੀਰ ਸਾਹਿਬ ਕਹਿੰਦੇ ਯਹਾਂ ਲੋਭ ਤਹਾਂ ਪਾਪ, ਉੱਥੇ ਪਾਪ ਹੋਣਾ ਹੀ ਹੋਣਾ ਹੈ। ਇਸ ਲਈ ਆਪਣੇ ਰਿਸ਼ਤਿਆਂ ਨੂੰ ਸੰਭਾਲੋ, ਰਿਸ਼ਤਿਆਂ ਵਿੱਚ ਪਰਿਵਾਰ ਵਿੱਚ ਲੋਭ ਨਾ ਆਣ ਦਿਓ, ਸਮਝਦੇ ਹੋ? ਔਰ ਯਹਾਂ ਕ੍ਰੋਧ ਤਹਾਂ ਕਾਲ ਹੈ, ਜਹਾਂ क्षमा ਤਹਾਂ ਆਪ। ਔਰ ਜਿੱਥੇ ਕ੍ਰੋਧ ਹੈ ਉੱਥੇ ਕਾਲ ਵੀ ਹੈ, ਕਿਉਂਕਿ ਕ੍ਰੋਧ ਨਾਲ ਹੀ ਤਾਂ ਇਨਸਾਨ ਉਹ ਕਦਮ ਕਰ ਦਿੰਦਾ ਹੈ ਕਿ ਕਈ ਵਾਰ ਆਪਣੀ ਜਾਨ ਵੀ ਚਲੀ ਜਾਂਦੀ ਤਾਂ ਦੂਜਿਆਂ ਦੀ ਜਾਨ ਵੀ ਬੰਦਾ ਕ੍ਰੋਧ ਵਿੱਚ ਹੀ ਲੈ ਲੈਂਦਾ ਹੈ। ਔਰ ਜਿੱਥੇ क्षमा ਹੈ, ਜਿੱਥੇ क्षमा ਦੀ ਭਾਵਨਾ ਹੈ, ਉੱਥੇ ਪ੍ਰਮਾਤਮਾ ਆਪ ਹੈ। ਹੁਣ ਜੇ ਤੁਸੀਂ ਪ੍ਰਮਾਤਮਾ ਨੂੰ, ਪ੍ਰਭੂ ਨੂੰ ਆਪਣੇ ਜੀਵਨ 'ਚ ਲਿਆਉਣਾ ਚਾਹੁੰਦੇ ਹੋ ਤਾਂ क्षमा ਦੀ ਭਾਵਨਾ ਆਪਣੇ ਅੰਦਰ ਲਿਆਓ, ਸਮਝਦੇ ਹੋ ਕਿ ਨਹੀਂ? ਔਰ ਜੇ ਆਪਣੇ ਆਪ ਨੂੰ ਭਰਪੂਰ ਕਰਨਾ ਹੈ ਤਾਂ ਹੁਣ ਟਾਈਮ ਕਾਫੀ ਹੋ ਗਿਆ ਹੈ, ਸਮਾਂ ਕਾਫੀ ਹੋ ਗਿਆ, ਇਸ ਲਈ ਸਤਸੰਗ ਨੂੰ ਥੋੜਾ ਸਮਾਪਤੀ ਤਰਫ ਲੈ ਕੇ ਚੱਲੀਏ। ਪਰ ਇੱਥੇ ਹੀ ਦੱਸਣਾ ਚਾਹਾਂਗੇ ਕਿ ਇੱਕ ਵਾਰ
ਬਾਬਾ ਫਰੀਦ ਬੈਠੇ ਹੋਏ ਸੀ ਤੇ ਇੱਕ ਪ੍ਰੇਮੀ ਉਹਨਾਂ ਕੋਲ ਗਿਆ। ਪ੍ਰੇਮੀ ਗਿਆ ਤਾਂ ਜਾ ਕੇ ਬਾਬਾ ਫਰੀਦ ਨੂੰ ਕਹਿਣ ਲੱਗਾ ਕਿ ਮਹਾਰਾਜ ਉਹ ਪ੍ਰਭੂ ਦੀ ਕਿਰਪਾ ਨੂੰ ਪਾਉਣ ਦਾ ਕੋਈ ਰਸਤਾ ਦੱਸੋ, ਉਹ ਪਰਮਾਤਮਾ ਨੂੰ ਪਾਉਣ ਦਾ, ਉਹਦੀ ਕਿਰਪਾ ਨੂੰ ਪਾਉਣ ਦਾ ਕੋਈ ਰਸਤਾ ਦੱਸੋ। ਤਾਂ ਉਸ ਵੇਲੇ ਬਾਬਾ ਫਰੀਦ ਨੇ ਕਿਹਾ ਪਰਮਾਤਮਾ ਦੀ ਕਿਰਪਾ ਨੂੰ ਪਾਉਣ ਦਾ, ਪ੍ਰਭੂ ਦੀ ਰਹਿਮਤ ਨੂੰ ਪਾਉਣ ਦਾ, ਪ੍ਰਭੂ ਨੂੰ ਪਾਉਣ ਦਾ ਰਸਤਾ ਚਾਹੀਦਾ ਤਾਂ ਬੇਟਾ ਇਦਾਂ ਕਰ, ਉਹ ਸਾਹਮਣੇ ਘੜਾ ਹੈ, ਜਾ ਕੇ ਪਾਣੀ ਲੈ ਕੇ ਆ। ਕਿਉਂਕਿ ਅੱਜ ਕੱਲ ਤਾਂ ਫਰਿੱਜਾਂ ਹੈ, ਪਹਿਲੇ ਸਮੇਂ 'ਚ ਮਿੱਟੀ ਦੇ ਘੜੇ ਹੁੰਦੇ ਸੀ, ਕੋਨੇ 'ਚ ਰੱਖੇ ਹੁੰਦੇ ਸੀ। ਤੁਹਾਡੇ 'ਚ ਵੀ ਬਹੁਤ ਐਸੇ ਹੋਣਗੇ ਜਿਨ੍ਹਾਂ ਨੇ ਘੜਿਆਂ ਦਾ ਪਾਣੀ ਪੀਤਾ ਹੋਵੇਗਾ। ਕਿੰਨਾ ਠੰਡਾ, ਕਿੰਨਾ ਸਵਾਦਿਸ਼ਟ ਹੁੰਦਾ ਸੀ ਕਿ ਨਹੀਂ? ਕਿਹੜੇ ਕਿਹੜੇ ਬੈਠੇ ਜਿਹਨਾਂ ਨੇ ਪੀਤਾ ਘੜਿਆਂ? ਅੱਜ ਕੱਲ ਤਾਂ ਘੜਿਆਂ ਦਾ ਦੌਰ ਹੀ ਖਤਮ ਹੋ ਗਿਆ। ਔਰ ਯਾਦ ਰੱਖੋ, ਜਦੋਂ ਤੱਕ ਬੰਦਾ ਘੜਿਆਂ ਦਾ ਪਾਣੀ ਪੀਂਦਾ ਸੀ ਨਾ, ਸਿਹਤ ਵੀ ਫਿੱਟ ਰਹਿੰਦੀ ਸੀ। ਅੱਜ ਕੱਲ ਫਰਿੱਜਾਂ ਦਾ ਪਾਣੀ ਆ ਗਿਆ ਤਾਂ ਜੋੜਾਂ 'ਚ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ। ਸਮਝਦੇ ਹੋ ਕਿ ਨਹੀਂ? ਗਠੀਏ ਦੀ ਪ੍ਰੋਬਲਮ ਵਧਣੀ ਸ਼ੁਰੂ ਹੋ ਗਈ, ਕਿਉਂਕਿ ਜਿੰਨਾ ਠੰਡਾ ਪਾਣੀ ਹੈ ਨਾ, ਇਹ ਸਾਡੇ ਜੋੜਾਂ ਤੇ ਇਫੈਕਟ ਪਾਉਂਦਾ ਸਿੱਧਾ। ਇਹ ਯਾਦ ਰੱਖਿਓ ਹਮੇਸ਼ਾ। ਤਾਂ ਹੀ ਜੇ ਪਾਣੀ ਪੀਣਾ ਵੀ ਹੋਵੇ ਤਾਂ ਸਿੱਧਾ ਫਰਿੱਜ ਚੋਂ ਕੱਢ ਕੇ ਠੰਡਾ ਨਾ ਪੀਓ, ਥੋੜਾ ਨਾਰਮਲ ਪਾਣੀ ਪੀਓ। ਪੀਣ ਨੂੰ ਬੇਸ਼ੱਕ ਥੋੜਾ ਲੱਗੇ ਪਰ ਸਿਹਤ ਵਾਸਤੇ ਚੰਗਾ ਹੁੰਦਾ ਹੈ। ਪਰ ਅੱਜ ਕੱਲ ਹੁੰਦਾ ਕੀ, ਬੰਦਾ ਇੱਧਰ ਰੋਟੀ ਖਾਂਦਾ ਤਾਂ ਨਾਲ ਨਾਲ ਠੰਡਾ ਪਾਣੀ ਪੀਂਦਾ ਹੈ, ਨਾਲ ਨਾਲ ਕੋਕ ਪੀਂਦਾ ਹੈ ਠੰਡਾ। ਉਹਦੇ ਨਾਲ ਫਿਰ ਕੀ ਹੁੰਦਾ ਹੈ, ਇੱਕ ਪਾਸੇ ਗਰਮ ਚੀਜ਼ ਖਾ ਰਹੇ ਆ ਔਰ ਦੂਜੇ ਪਾਸੇ ਠੰਡੀ ਖਾ ਰਹੇ ਆ। ਜਦੋਂ ਦੋ ਹੀ ਚੀਜ਼ਾਂ ਪੇਟ ਜਾਂਦੀਆਂ ਤਾਂ ਉਹਦਾ ਨੁਕਸਾਨ ਫਿਰ ਇਨਸਾਨ ਨੂੰ ਝੱਲਣਾ ਹੀ ਪੈਂਦਾ ਹੈ। ਸੋ ਹੁਣ ਘੜੇ ਉੱਪਰ ਤੁਸੀਂ ਜਾਣਦੇ ਹੋਵੋਗੇ, ਜਿਹੜਾ ਨੇ ਘੜੇ ਦਾ ਪਾਣੀ ਪੀਤਾ ਹੈ, ਜੇ ਘੜੇ ਉੱਪਰ ਇੱਕ ਨਾ ਪਿਆਲਾ ਜਾਂ ਮੁੰਦਾ ਕਰਕੇ ਰੱਖ ਦਿੱਤਾ ਜਾਂਦਾ ਸੀ, ਉਹਦੇ ਨਾਲ ਢੱਕਿਆ ਵੀ ਰਹਿੰਦਾ ਸੀ, ਤਾਂ ਕੀ ਹੁੰਦਾ ਸੀ, ਜੇ ਕਿਸੇ ਨੇ ਪੀਣਾ ਵੀ ਹੁੰਦਾ ਸੀ ਤਾਂ ਪਿਆਲੇ ਨੂੰ ਹੀ ਏਦਾਂ ਚੱਕ ਕੇ ਉਹ 'ਚ ਪਾ ਕੇ ਪਾਣੀ ਪੀ ਲੈਂਦੇ ਸੀ। ਰੱਖਿਆ ਸੀ ਤੁਹਾਡੇ ਘਰ 'ਚ ਕਿਸੇ ਨੇ ਤਾਂ ਹੈ? ਉੱਪਰ ਇੰਨੀ ਛੋਟੀ ਜਿਹੀ ਹੁੰਦੀ ਹੈ ਉਹ ਕੋਲੀ ਜਿਹੀ ਟਾਈਪ, ਜੋ ਘੜੇ ਦੇ ਉੱਪਰ ਏਦਾਂ ਰੱਖ ਦਿੰਦੇ, ਉਹਨਾਂ ਘੜਾ ਢੱਕਿਆ ਵੀ ਰਹਿੰਦਾ ਤਾਂ ਕਿ ਕੋਈ ਮੱਖੀ ਮੱਛਰ ਨਾ ਵਿੱਚ ਜਾਵੇ। ਔਰ ਦੂਜਾ ਛੋਟਾ ਜਿਹਾ ਹੁੰਦਾ ਹੈ, ਕਿਉਂਕਿ ਅਸੀਂ ਆਪ ਵੀ ਪੀਂਦੇ ਰਹੇ ਹਾਂ। ਸਮਝਦੇ ਹੋ? ਹੁਣ ਜ਼ਰਾ ਗੌਰ ਕਰਨਾ, ਉੱਥੇ ਵੀ ਬਾਬਾ ਫਰੀਦ ਕੋਲ ਇਹ ਚੀਜ਼ ਪਈ ਹੋਈ ਸੀ। ਬਾਬਾ ਫਰੀਦ ਨੇ ਉਹਨੂੰ ਕਿਹਾ, ਤੂੰ ਪੁੱਛਦਾ ਹੈ ਕਿ ਰੱਬ ਦੀ ਰਹਿਮਤ ਕਿੱਦਾਂ ਪਾਈ ਜਾਵੇ, ਰੱਬ ਦੀ ਕਿਰਪਾ ਕਿੱਦਾਂ ਪਾਈ ਜਾਵੇ? ਤਾਂ ਜਾ ਬੇਟਾ, ਪਹਿਲਾਂ ਘੜੇ, ਉਹ ਘੜਾ ਪਿਆ ਉਹਦੇ ਉੱਪਰ ਹੀ ਪਿਆਲੀ ਪਈ ਹੈ, ਪਾਣੀ ਲੈ ਕੇ ਆ। ਹੁਣ ਉਹਨੇ ਧਿਆਨ ਦੇਣਾ ਤੁਸੀਂ ਵੀ। ਹੁਣ ਘੜੇ 'ਚੋਂ ਪਾਣੀ ਕੱਢਣਾ ਵੀ ਕਿੱਦਾਂ ਕੱਢਣਾ ਪੈਂਦਾ ਹੈ। ਹੁਣ ਪਿਆਲੀ ਇੱਥੇ ਰੱਖੋ, ਘੜਾ ਇੱਥੇ ਹੋਵੇ ਤਾਂ ਪਿਆਲੀ ਭਰ ਜਾਏਗੀ। ਹੁਣ ਕੀ ਕਰਨਾ ਪਏਗਾ, ਪਿਆਲੀ ਇੱਥੇ ਆਏਗੀ ਤਾਂ ਘੜਾ ਏਦਾਂ ਹੋਏਗਾ। ਸਮਝਦੇ ਹੋ ਕਿ ਨਹੀਂ? ਜੇ ਪਿਆਲੀ ਉੱਚੀ ਰਹੇਗੀ ਤਾਂ ਕਦੀ ਭਰੇਗੀ ਨਹੀਂ। ਜਿੱਦਾਂ ਹੀ ਪਿਆਲੀ ਨੀਵੀਂ ਹੁੰਦੀ ਹੈ, ਕਈ ਵਾਰ ਜ਼ਮੀਨ ਦੇ ਨਾਲ ਵੀ ਟੱਚ ਹੁੰਦੀ, ਤਾਂ ਫਿਰ ਘੜਾ ਮੁੰਦਾ ਕਰਦੇ ਤਾਂ ਪਾਣੀ ਉਹ 'ਚ ਭਰ ਜਾਂਦਾ ਹੈ। ਜਦੋਂ ਪਾਣੀ ਭਰ ਕੇ ਲਿਆਇਆ ਬਾਬਾ ਫਰੀਦ ਦੇ ਕੋਲ, ਤਾਂ ਉਸ ਵੇਲੇ ਬਾਬਾ ਫਰੀਦ ਨੇ ਕਿਹਾ, ਤੂੰ ਪੁੱਛਿਆ ਸੀ ਰੱਬ ਦੀ ਰਹਿਮਤ ਨੂੰ ਕਿੱਦਾਂ ਪ੍ਰਾਪਤ ਕੀਤਾ ਜਾਵੇ, ਉਹਦੀ ਕਿਰਪਾ ਨੂੰ ਕਿੱਦਾਂ ਪ੍ਰਾਪਤ ਕੀਤਾ ਜਾਵੇ, ਉਹ ਰੱਬ ਨੂੰ ਕਿੱਦਾਂ ਪ੍ਰਾਪਤ ਕੀਤਾ ਜਾਵੇ? ਪੁੱਤ ਸਮਝਿਆ ਕੁਛ? ਬੱਚਾ ਸਮਝਿਆ? ਉਹ ਕਹਿੰਦਾ, ਮਹਾਰਾਜ ਹਾਲੇ ਤੁਸੀਂ ਸਮਝਾਏ ਨਹੀਂ। ਉਹ ਕਹਿੰਦੇ, ਘੜੇ ਨੇ ਸਮਝਾ ਤਾਂ ਦਿੱਤਾ ਤੈਨੂੰ, ਇਹ ਖਾਲੀ ਪਿਆਲਾ ਕਿੱਦਾਂ ਭਰਿਆ? ਜਦੋਂ ਇਹ ਪਿਆਲੇ ਨੂੰ ਝੁਕਣਾ ਪਿਆ ਤਾਂ ਫੇਰ ਹੀ ਪਾਣੀ ਨਾਲ ਭਰਪੂਰ ਹੋ ਗਿਆ। ਜੇ ਉੱਚਾ ਰਹਿੰਦਾ ਤਾਂ ਕਦੀ ਇਹ ਭਰਪੂਰ ਹੋ ਹੀ ਨਹੀਂ ਸਕਦਾ ਸੀ। ਕਹਿੰਦੇ ਇਸੇ ਤਰ੍ਹਾਂ ਜੇ ਰੱਬ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨਾ ਤਾਂ ਤੂੰ ਵੀ ਨੀਵਾਂ ਹੋਣਾ ਸਿੱਖ ਲੈ, ਕਿਉਂਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ। ਕਿ ਸਭ ਤੋਂ ਬੜੀ ਮਿਠਾਸ ਕਾਹਦੇ 'ਚ ਹੈ? ਉਹ ਹੈ ਇਨਸਾਨ ਦੇ ਅੰਦਰ ਜਦੋਂ ਨਿਮਰਤਾ ਹੁੰਦੀ ਹੈ, ਪ੍ਰੇਮ ਹੁੰਦਾ ਹੈ, ਉਹਦੇ 'ਚ ਸਭ ਤੋਂ ਬੜੀ ਮਿਠਾਸ। ਇਸ ਲਈ ਜ਼ਰਾ ਸੋਚ ਕੇ ਦੇਖੋ, ਜਿੰਨਾ ਸਾਡੇ ਅੰਦਰ ਹੰਕਾਰ ਵੱਧਦਾ ਜਾ ਰਿਹਾ, ਸਾਡੇ ਜੀਵਨ ਦੀ ਮਿਠਾਸ ਵੀ ਖਤਮ ਹੁੰਦੀ ਜਾ ਰਹੀ ਹੈ, ਸਾਡੇ ਜੀਵਨ 'ਚੋਂ ਪਿਆਰ ਵੀ ਖਤਮ ਹੁੰਦਾ ਜਾ ਰਿਹਾ ਹੈ। ਇਸ ਲਈ ਜੇ ਅਸੀਂ ਆਪਣੇ ਜੀਵਨ 'ਚ ਖੁਸ਼ੀਆਂ ਚਾਹੁੰਦੇ ਹਾਂ, ਆਨੰਦ ਚਾਹੁੰਦੇ ਹਾਂ, ਤਾਂ ਫਿਰ ਇਹ ਗੱਲ ਹਮੇਸ਼ਾ ਯਾਦ ਰੱਖੋ। ਫਿਰ ਕਵਾਂਗੇ ਕਿ ਜਹਾਂ ਦਇਆ ਤਹਾਂ ਧਰਮ ਹੈ, ਜਹਾਂ ਲੋਭ ਤਹਾਂ ਪਾਪ, जहां क्रोध तहां काल है, यहां क्षमा तहां आप। और जिदा बाबा फरीद ने इशारा किया, जे भरपूर होना तो फिर नीवा होना सिख लै, निमरता लियाओ, क्योंकि रब उन्होंने भरपूर करता है जिन्हां अंदर निमरता होंदी है, जिन्हां दे अंदर प्रेम होंदा है। इसलिए अपने अंदर निमरता लियाओ, अपने अंदर प्रेम लियाओ। कहता कि नहीं? फिर कह दियो मैनू मेरे मालिक नाल, मैनू मेरे मालिक नाल बहुत, मैनू मेरे मालिक नाल बहुत। क्योंकि पहली गल बाबा फरीद तो शुरू हुई सी कि जे जीवन च खुशियां चाहिदियां है, जीवन दे विच आनंद चाहिदा है, तो बाबा फरीद कहते दो चीज़ों का होना जरूरी है। पहला की है इश्क और दूजा है ओदी रहमत। ये दो चीज़ां अगर इंसान दे जीवन च आणगियां तो फिर ही इंसान खुशियां नाल भरपूर होएगा। और जिदा देखो इन्होंने अज मौका दिता, ये नगर दे जिन्ने भी मैंबरां ने सत्संग का आयोजन किया, क्योंकि जदों किते सत्संग हुंदा है उहदे च बह के इंसान जिक्र करदा है, जिक्र सुनदा है, तो याद रखो परमात्मा नूं याद करन नाल या उहदे वचन सुनन नाल, उहदा जिक्र सुनन नाल ही इंसान दी जिंदगी उहदे नाल जुड़ जांदी है। कहंदे ने एक फकीर, उन्हां दी एक आदत सी, उन्हां ने एक थैली दे अंदर अखरोट पाने और अखरोट लैके उन्हां ने एक ऐसी जगह चल जाना जिथे बच्चे खेडदे हुंदे सी या लोग आले दुआले घुमदे हुंदे सी। उन्होंने बह जाना और अपने हाथ 'च अखरोट फड़ के इदां उछालना और बच्चों को आवाज मारनी, बच्चा अखरोट चाहिए है? हाँ जी हाँ जी, ये फकीर साईं चाहिए, दे दो, लै फिर रब का नाम लै बेटा।
ਹੁਣ ਬੱਚੇ ਨੇ ਰੱਬ ਦਾ ਨਾਂ ਲੈਣਾ, ਉਹਨੂੰ ਮੁਫਤ ਵਿੱਚ ਉਹਨੂੰ ਅਖਰੋਟ ਦੇ ਦੇਣਾ। ਹੁਣ ਆ ਕਈਆਂ ਨੇ ਦੇਖਣਾ ਫਕੀਰ ਅਖਰੋਟ ਬਣਦੇ, ਭਾਈ ਬਾਬਾ ਜੀ ਸਾਨੂੰ ਵੀ ਦੇ ਦਿਓ, ਭਾਈ ਰੱਬ ਦਾ ਨਾਂ ਲਓ ਤੁਸੀਂ ਵੀ ਲੈ ਲਓ। ਹੁਣ ਜਿਹਨਾਂ ਵੀ ਰੱਬ ਦਾ ਨਾਂ ਲੈਣਾ ਉਹਨਾਂ ਨੇ ਇੱਕ ਅਖਰੋਟ ਮੁਫਤ ਵਿੱਚ ਉਹਨੂੰ ਦੇ ਦੇਣਾ। ਇੱਦਾਂ ਹੀ ਉਹਨਾਂ ਦਾ ਨਿਯਮ ਸੀ। ਇੱਕ ਦਿਨ ਕਿਸੇ ਨੇ ਪੁੱਛਿਆ ਕਿ ਮਹਾਰਾਜ ਜੀ ਤੁਸੀਂ ਕੀ ਕਰਦੇ ਹੋ, ਤੁਸੀਂ ਰੋਜ਼ ਅਖਰੋਟ ਲੈ ਕੇ ਚਲੇ ਜਾਂਦੇ ਹੋ, ਇੰਨਾ ਪੈਸਾ ਵੀ ਖਰਚਦੇ ਹੋ ਔਰ ਮੁਫਤ ਵਿੱਚ ਅਖਰੋਟ ਦਿੰਦੇ ਹੋ, ਤੁਹਾਨੂੰ ਕੀ ਮਿਲਦਾ ਹੈ? ਤਾਂ ਉਸ ਲਈ ਫਕੀਰ ਕਹਿੰਦੇ ਹੁਣ ਜ਼ਰਾ ਸਮਝਣਾ ਕਿ ਮੈਂ ਸੁਣਿਆ ਹੈ ਉਹ ਮੇਰਾ ਰੱਬ ਇੰਨਾ ਦਿਆਲ ਹੈ ਨਾ, ਉਹ ਇੰਨਾ ਰਹਿਮਾਨ ਹੈ ਕਿ ਜਿਹੜਾ ਪ੍ਰੇਮ ਨਾਲ ਇੱਕ ਵਾਰ ਉਹਦਾ ਨਾਂ ਲੈ ਲਵੇ ਉਹਦੀਆਂ ਝੋਲੀਆਂ ਉਹਦੀ ਰਹਿਮਤ ਨਾਲ ਭਰ ਜਾਂਦੀਆਂ। ਤੂੰ ਪੁੱਛਦਾ ਤੁਹਾਨੂੰ ਕੀ ਮਿਲਦਾ ਹੈ? ਉਹ ਦੇਖ ਜਦੋਂ ਮੈਂ ਅਖਰੋਟ ਦਿੰਦਾ ਹੈ ਉਹਨਾਂ ਦੀ ਜ਼ੁਬਾਨ ਤੋਂ ਨਾਮ ਨਿਕਲਦਾ ਹੈ, ਉਹਨਾਂ ਨੂੰ ਉਹਦੀਆਂ ਰਹਿਮਤਾਂ ਮਿਲਦੀਆਂ ਤਾਂ ਮੈਨੂੰ ਆਪਣੇ ਮਹਿਬੂਬ ਦਾ ਨਾਮ ਸੁਣਨ ਨੂੰ ਮਿਲਦਾ ਹੈ। ਇਹੀ ਤਾਂ ਪਿਆਰਿਆਂ ਦੀ ਗੱਲ ਹੁੰਦੀ ਹੈ। ਕਦੀ ਤੁਹਾਡੇ ਅੰਦਰ ਇਹ ਹੋਇਆ ਕਿ ਮੈਂ ਆਪ ਵੀ ਨਾਮ ਜਪਾਂ ਤਾਂ ਆਪਣੇ ਬਾਕੀਆਂ ਸੱਜਣਾ ਮਿੱਤਰਾਂ ਨੂੰ ਵੀ ਕਹਾਂ? ਹੁਣ ਬੱਚਾ ਤੁਹਾਡੇ ਕੋਲ ਕੋਈ ਚੀਜ਼ ਮੰਗਦਾ, ਕਿ ਬੱਚੇ ਨੂੰ ਕਿਹਾ ਕਰੋ ਬੇਟਾ 5 ਮਿੰਟ ਬਹਿ ਕੇ ਆਪਣੇ ਰੱਬ ਨੂੰ ਯਾਦ ਕਰ, ਫਿਰ ਤੈਨੂੰ ਜੋ ਮੰਗੇਗਾ ਲੈ ਕੇ ਦੇਵਾਂਗੇ। ਉੱਦਾਂ ਤਾਂ ਦੇਣਾ ਹੀ ਹੁੰਦਾ। ਅਸੀਂ ਚੰਗੇ ਪਾਸੇ ਲਾਓ, ਬੋਲੋ ਸਮਝਦੇ ਹੋ ਕਿ ਨਹੀਂ? ਇਹੋ ਕਰਮ ਕਰੋ ਕਿ ਸਾਡੇ ਬੱਚਿਆਂ ਧਿਆਨ ਚੰਗੇ ਪਾਸੇ ਲੱਗੇ, ਤਾਂ ਕਿ ਉਸ ਬਹਾਨੇ ਅਸੀਂ ਵੀ ਨਾਮ ਜਪੀਏ ਤਾਂ ਆਪਣੇ ਪਰਿਵਾਰ ਨੂੰ ਵੀ ਨਾਮ ਜਪਾਈਏ। ਕਿਉਂਕਿ ਗਾਵਤ ਉਧਰੇ ਸੁਣਤੇ ਉਧਰੇ ਬਿਨ ਸੇ ਪਾਪ, ਇਸ ਲਈ ਗੁਣ ਗਾਣ ਨਾਲ ਵੀ ਇਨਸਾਨ ਤਰ ਜਾਂਦਾ ਹੈ ਤਾਂ ਗੁਣ ਸੁਣਨ ਨਾਲ ਵੀ ਇਨਸਾਨ ਤਰ ਜਾਂਦਾ ਹੈ। ਇਸ ਲਈ ਆਖਰਲੇ ਵਚਨਾਂ 'ਚ ਇਹੀ ਕਹਾਂਗੇ ਕਿ ਆਪਣੇ ਅੰਦਰ ਯਕੀਨ ਪੈਦਾ ਕਰੀਏ, ਆਪਣੇ ਅੰਦਰ ਵਿਸ਼ਵਾਸ ਪੈਦਾ ਕਰੀਏ, ਆਪਣੇ ਅੰਦਰ ਭਰੋਸਾ ਪੈਦਾ ਕਰੀਏ। ਕਿਉਂਕਿ ਜਿੱਥੇ ਪ੍ਰੇਮ ਹੈ, ਜਿੱਥੇ ਵਿਸ਼ਵਾਸ ਹੈ, ਜਿੱਥੇ ਯਕੀਨ ਹੈ, ਜਿੱਥੇ ਉਹ ਹੈ ਉੱਥੇ ਸਭ ਕੁਝ ਹੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਖੁਸ਼ੀਆਂ ਨਾਲ ਭਰਪੂਰ ਹੋਣਾ ਚਾਹੁੰਦੇ ਹੋ ਨਾ, ਤੇ ਕਹਿ ਦਿਓ ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਬਸ ਫਿਰ ਜਿਹੜਾ ਵਿਸ਼ਵਾਸ ਰੱਖਦਾ ਫਿਰ ਉਹਦੇ ਦੁੱਖ ਦੂਰ ਹੋ ਵੀ ਜਾਂਦੇ ਆ। ਸਮਝਦੇ ਹੋ ਕਿ ਨਹੀਂ? ਹੁਣ ਸਤਸੰਗ ਸਮਾਪਤੀ ਤੋਂ ਬਾਅਦ ਇੱਕ ਦੱਸਦੀ, ਕਈ ਵਾਰ ਅੰਦਰ ਜੀ ਪੁੱਛਦੇ ਮਾਲਕੋ ਤੁਸੀਂ ਠੀਕ ਹੋ? ਠੀਕ ਹੋ? ਅੱਜ ਤੁਹਾਨੂੰ ਕਿਉਂਕਿ ਕਈਆਂ ਨੂੰ ਪਤਾ ਪੁੱਛਿਆ ਮਾਲਕੋ ਬੁਖਾਰ ਕਿੱਦਾਂ ਤੁਹਾਡਾ? ਠੀਕ ਹੈ। ਹੁਣ ਇੱਕ ਗੱਲ ਦੱਸ ਦਈਏ, ਇਹ ਜਿਹੜੇ ਦੁੱਖ ਹੈ ਨਾ, ਜਿਹੜੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਹੈ ਉਹਨਾਂ ਦੇ ਲਾਗੇ ਦੁੱਖ ਨਹੀਂ ਆਉਂਦੇ। ਪਰ ਫਿਰ ਵੀ ਕਿਉਂਕਿ ਤਾਂ ਦੱਸ ਰਹੇ ਹਾਂ ਕਿ ਭੁਲੇਖਾ ਜਿਹਾ ਦੂਰ ਹੋ ਜਾਵੇ, ਇਹ ਦੁੱਖ ਆਉਂਦੇ ਨਹੀਂ ਹੈ, ਦੁੱਖ ਕੱਟੇ ਜਾਂਦੇ ਹੈ। ਸਮਝਦੇ ਹੋ ਕਿ ਨਹੀਂ? ਸਾਡਾ ਇੱਕ ਸੇਵਾਦਾਰ ਹੈ ਬਾਜਵਾ, ਬਾਜਵੇ ਦਾ ਪਤਾ ਨਾ ਤੁਹਾਨੂੰ, ਜੋ ਸਿਕਿਉਰਿਟੀ ਵਾਲਿਆਂ ਦਾ ਮੇਨ ਮੁਖੀ ਹੈ। ਪਿਛਲੇ ਦਿਨਾਂ 'ਚ, ਪਿਛਲੇ ਹਫ਼ਤੇ ਇੱਕ ਹਾਦਸਾ ਹੋਇਆ, 3-4 ਬੰਦੇ ਉਹਦੀ ਦੁਕਾਨ ਤੇ ਚਲੇ ਗਏ, ਗੋਲੀ ਮਾਰੀ ਮੂੰਹ ਤੇ, ਇੱਥੇ ਰਿਵਾਲਵਰ ਨਾਲ ਗੋਲੀ ਚਲਾਈ, ਮੂੰਹ ਤੇ ਲੱਗੀ। ਪਰ ਉੱਥੇ ਵੀ ਉਹਨੇ ਮਾਲਕਾਂ ਨੂੰ ਯਾਦ ਕੀਤਾ ਕਿ ਮਾਲਕੋ ਬਚਾ ਲਓ। ਰਹਿਮਤ ਹੋਈ, ਫਿਰ ਉਹ ਕੈਪੀਟਲ ਹਸਪੀਟਲ ਲਗਾਏ, ਉੱਥੋਂ ਲੁਧਿਆਣੇ ਸ਼ਿਫਟ ਕੀਤਾ DMC। ਜ਼ਰਾ ਹੁਣ ਸਮਝਣਾ, ਮੂੰਹ ਤੇ ਗੋਲੀ ਲੱਗੀ ਹੋਵੇ ਤਾਂ ਇਨਸਾਨ ਦੇ ਬਚਣ ਦੇ ਕੋਈ ਚਾਂਸ ਨਹੀਂ ਹੁੰਦੇ, ਪਰ ਇਹ ਰਹਿਮਤ ਹੈ ਮਾਲਕ ਦੀ। ਕਿਉਂਕਿ ਤਾਂ ਹੀ ਦੱਸਦੇ ਆ ਕਿ ਬੇਲੀ ਬੇਲੀ ਹਰ ਕੋਈ ਆਖੇ, ਮੈਂ ਵੀ ਆਖਾਂ ਬੇਲੀ ਉਸ ਵੇਲੇ ਦਾ ਬਸ ਮੁਰਸ਼ਦ ਬੇਲੀ ਜਦੋਂ ਚਲਸੀ ਜਾਨ। ਜਿੱਦਾਂ ਹੀ ਸੇਵਾਦਾਰ ਰਾਤ ਨੂੰ 10 ਵਜੇ ਦੀ ਘਟਨਾ ਸੀ, ਜਦੋਂ ਦੱਸਿਆ ਸਾਨੂੰ ਬੈਠੇ ਧਿਆਨ ਤੇ, ਤਾਂ ਮਾਲਕਾਂ ਨੇ ਦਿਖਾ ਦਿੱਤਾ ਕਿ ਜਾਂਦੀ ਹੋਈ ਮੌਤ ਨੂੰ ਰਸਤੇ 'ਚ ਖੜ ਕੇ ਰੋਕ ਦਿੱਤਾ ਕਿ ਚੱਲ ਇਹ ਸਾਡਾ ਜੀਵ ਹੈ, ਤੂੰ ਇਹਦੇ ਵੱਲ ਨਹੀਂ ਜਾ ਸਕਦੀ, ਪਿੱਛੇ ਨੂੰ ਮੋੜ ਦਿੱਤਾ। ਔਰ ਫਿਰ ਮਾਲਕਾਂ ਨੇ ਕਹਿ ਦਿੱਤਾ ਕਿ ਹੁਣ ਇਹਨੂੰ ਕੁਝ ਨਹੀਂ ਹੁੰਦਾ, ਲੈ ਜਾਓ। ਫਿਰ ਗਏ, ਉਹਨੂੰ DMC ਲੈ ਗਏ। ਹੁਣ DMC ਦੇ ਵਿੱਚ ਉਹਦਾ ਬੇਟਾ ਦੱਸ ਰਿਹਾ, ਕੱਲ ਅਸੀਂ ਜਾ ਕੇ ਮਿਲੇ ਉਹਨੂੰ, ਪਰ ਉਹਦਾ ਬੇਟਾ ਦੱਸਦਾ ਕੱਲ ਤੱਕ ਡੈਡੀ ਮੈਨੂੰ ਪਛਾਣਦਾ ਨਹੀਂ ਸੀ। ਮੈਂ ਵੀ ਕੋਲ ਖੜਾ ਹੁੰਦਾ ਸੀ, 10 ਮਿੰਟ ਦੇਖਦਾ ਸੀ, ਫਿਰ ਪੁੱਛਦਾ ਤੂੰ ਸਿਮਰਨ ਹੈ? ਕਿਉਂਕਿ ਉਹਦੇ ਬੇਟੇ ਦਾ ਨਾਮ ਸਿਮਰਨ ਹੈ। ਕਹਿੰਦੇ 10 ਮਿੰਟ ਲਾਉਂਦਾ ਸੀ ਮੈਨੂੰ ਵੀ ਪਹਿਚਾਣਨ ਨੂੰ। ਪਰ ਮਾਲਕੋ ਜਿੱਦਾਂ ਹੀ ਅੱਜ ਤੁਹਾਡੇ ਆਉਣ ਦਾ ਪਤਾ ਲੱਗਾ ਕਿ ਮਾਲਕ ਆ ਰਹੇ ਹੈ, ਡੈਡੀ ਦੀ ਹਾਲਤ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਤਾਂ ਉਹਨੂੰ ਸਮਝਣਾ। ਤੇ ਕੱਲ ਗਏ ਉੱਥੇ, ਮਿਲੇ, ਉਹ ਮੂੰਹ ਤੇ ਬੰਦੇ ਗੋਲੀ ਲੱਗੀ ਹੋਵੇ ਤਾਂ ਉਹਨਾਂ ਗੱਲਾਂ ਕੀਤੀਆਂ ਸਾਡੇ ਨਾਲ, ਔਰ ਉੱਠ ਕੇ ਕਹਿੰਦਾ ਮਾਲਕੋ ਮੱਥਾ ਟੇਕਣਾ ਮੈਨੂੰ। ਉੱਠ ਕੇ ਉਹਨਾਂ ਸਿਰ ਵੀ ਝੁਕਾਇਆ, ਫਿਰ ਆਸ਼ੀਰਵਾਦ ਦਿੱਤਾ ਸੀਗਾ। ਬਾਜਵੇ ਡਾਕਟਰ ਕੀ ਕਹਿੰਦੇ? ਕਹਿੰਦੇ ਡਾਕਟਰ ਕਹਿੰਦੇ ਹਾਲੇ ਲੱਗ ਜਾਣਾ ਟਾਈਮ। ਇਹ ਕਿਹਾ ਫਿਕਰ ਨਾ ਕਰ, ਹੁਣ ਆ ਗਏ ਹਨ, ਹੁਣ ਤੇਰੇ ਸਾਰੇ ਦੁੱਖ ਲੈ ਜਾਣੇ ਅਸੀਂ, ਤਾਂ ਤੈਨੂੰ ਜਲਦੀ ਠੀਕ ਕਰਕੇ ਦਰਬਾਰ ਤੇ ਲਿਆਣਾ। ਅੱਜ ਉਹਦੇ ਬੇਟੇ ਨੇ ਦੱਸਿਆ, ਕਹਿੰਦਾ ਡਾਕਟਰ ਹੈਰਾਨ ਹੈ, ਕੱਲ ਦੀ ਰਿਕਵਰੀ ਕਿੰਨੀ ਹੋ ਰਹੀ, ਸ਼ਾਇਦ 2 ਦਿਨਾਂ ਛੁੱਟੀ ਮਿਲ ਜਾਵੇ। ਇਹ ਰਹਿਮਤ ਹੈ ਮਾਲਕ ਦੀ। ਕਿਉਂਕਿ ਕਹਿੰਦੇ ਨਾ ਬੇਲੀ ਬੇਲੀ ਹਰ ਕੋਈ ਆਖੇ, ਮੈਂ ਵੀ ਆਖਾਂ ਬੇਲੀ ਉਸ ਵੇਲੇ ਦਾ ਬਸ ਮੁਰਸ਼ਦ ਬੇਲੀ ਜਦੋਂ ਚਲਸੀ ਜਾਨ। ਇਸ ਕਰਕੇ ਜਿੱਥੇ ਪਿਆਰ ਹੁੰਦਾ ਨਾ ਉੱਥੇ ਦੁੱਖ ਲੈਣੇ ਪੈਂਦੇ ਆ। ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਹੀਦਾ ਹੈ ਕਿ ਜਿਹੜਾ ਮੁਰਸ਼ਦ ਵਾਲਾ ਹੁੰਦਾ ਨਾ ਉਹਦੀ ਤਰਫ ਕੋਈ ਦੁੱਖ ਆਉਂਦਾ ਤਾਂ ਮੁਰਸ਼ਦ ਆਪ ਅੱਗੇ ਖੜ ਜਾਂਦਾ, ਇੱਥੇ ਉੱਥੇ ਰਖਵਾਲਾ ਮੇਰਾ ਸਤਿਗੁਰ ਦੀਨ ਦਿਆਲਾ। ਇਹ ਗੱਲ ਕੋਈ ਕਹਾਣੀਆਂ ਨਹੀਂ ਹੈ, ਇਹ ਸੱਚਾਈ ਹੈ
कि अगर जीवन च खुशियां चाहिए है, जे जीवन च दुखों तो बचना है, तो फिर कोई ऐसा साथी चाहिए है जो सानू हर मुश्किल च बचाने वास्ते साडे नाल खड़ा होवे। पर अंदर विश्वास भी चाहिए है, अंदर यकीन भी चाहिए है। क्योंकि कल ही उन्होंने कहा कि डॉक्टर जो मर्जी कहन पर हुण आ गए हैं, तेरा दुख लै चले नाल, हुण जल्दी ठीक हो गए, तू दरबार ते आएगा। और देखो मालिक की किरपा 2-4 दिनों दरबार ते पहुंचेगा भी वो, क्योंकि उसकी रहमत होंदी है तो बड़े बड़े संकट, बड़िया बड़िया तकलीफां भी टल जांदियां है। इत्थे बड़े मालकां दे किस्सा याद आ गया, फिर सत्संग की समाप्ति करांगे कि अंब दरबार जिथे है, अंब दरबार जानते हो ना तुसीं, हिमाचल में दरबार है मालकां दा अंब। वो अंब दरबार जिन्हां दी जमीन च उन्होंने बनाया है, उसका नाम से ठाकुर मलकीत सिंह। हुण ठाकुर मलकीत दरबार ते रह के सेवा करता हुंदा सी, पर एक बार ऐसा टाइम आया कि ठाकुर मलकीत नूं बड़ा बुखार हो गया, सेहत बड़ी खराब हो गई, 15 दिन हो गए, इन्नी सेहत खराब हो गई कि बिस्तर तो भी उठ ना पावे, बिस्तर तो भी उठ ना पावे। तो ਉਹਦਾ ਨਾਲ ਹੀ बड़ा भरा है, ਉਹਦੇ घर ਦੇ ਨਾਲ ਹੀ ਰਹਿੰਦਾ ਸੀ, ਉਹ ਦਰਬਾਰ ਤੇ ਨਹੀਂ ਆਂਦਾ ਸੀ। ਜਦੋਂ 15 दिन हो गए बीमार ਨੂੰ ਪਏ ਨੂੰ, ਤੇ ਇੱਕ ਦਿਨ ਉਹ ਕੋਲ ਹੀ ਬੈਠਾ ਹੈ, ਕੋਲ ਬੈਠਾ ਗੱਲ ਕਰ ਰਿਹਾ ਕਿ ਠਾकुर ਮਲਕੀਤ, ਉਦਾਂ ਤੂੰ ਕੰਟੀਆਂ ਵਾਲੇ ਮਾਲਕਾਂ ਦੇ ਬੜਾ ਰਹਿੰਦਾ ਆ, ਹੁਣ 15 दिन ਹੋ ਗਏ ਤੈਨੂੰ ਬਿਮਾਰ ਹੋਏ ਨੂੰ, ਆਏ ਤਾਂ ਹੈ ਨਹੀਂ ਤੇਰੀ ਖਬਰ ਲੈਣ, ਆਏ ਤਾਂ ਹੈ ਨਹੀਂ ਤੈਨੂੰ ਮਿਲਣ, ਉਦਾਂ ਤੂੰ ਬੜਾ ਮਾਲਕ ਕਰਦਾ ਰਹਿੰਦਾ ਹੈ। ਹਾਲੇ 5 ਮਿੰਟ ਹੋਏ ਗੱਲ ਕਰਦਿਆਂ ਨੂੰ, ਉਸ ਵੇਲੇ ਮਾਲਕ ਫਗਵਾੜੇ ਦਾ ਇੱਕ ਜੀਵ ਸੀ ਕਾਰੀ, ਉਹਦੇ ਨਾਲ ਹੀ ਮੋਟਰਸਾਈਕਲ ਦੇ ਮਾਲਕ ਉੱਥੇ ਪਹੁੰਚ ਗਏ, ਜਾ ਕੇ ਉਤਰ ਕੇ ਮਾਲਕ ਸਿੱਧਾ ਹੀ ਅੰਦਰ ਗਏ, ਉਹ ਹਾਲੇ ਵੀ ਉੱਥੇ ਬੈਠਾ ਬੜਾ ਭਰਾ। ਤਾਂ ਜਦੋਂ ਠਾकुर ਨੇ ਦੇਖਿਆ ਹੱਥ ਜੋੜੇ, ਤਾਂ ਮਾਲਕ ਕਹਿੰਦੇ ਮਲਕੀਤ ਅਸੀਂ ਸੋਚਿਆ ਜਾਏ ਨਹੀਂ, ਤਾਂ ਲੋਕਾਂ ਨੇ ਕਹਿਣਾ ਉਹਦਾ ਮਾਲਕ ਕਰਦਾ, ਖਬਰ ਲੈਣ ਤਾਂ ਤੇਰੀ ਆਏ ਨਹੀਂ, ਉਹ ਲੈ ਆ ਗਏ ਅਸੀਂ। ਔਰ ਜੋ ਫਕੀਰਾਂ ਨੇ ਆ ਕੇ ਕਰਨਾ ਨਾ, ਉਹ ਰਿਸ਼ਤੇਦਾਰ ਨਹੀਂ ਕਰ ਸਕਦੇ। ਰਿਸ਼ਤੇਦਾਰ ਆਣਗੇ ਖਬਰ ਲੈ ਕੇ ਚਲੇ ਜਾਣਗੇ, ਕੋਈ ਫਰੂਟ ਦੇ ਜਾਏਗਾ, ਕੋਈ ਫਲ ਦੇ ਜਾਏਗਾ, ਕੋਈ ਕੁਛ ਦੇ ਜਾਏਗਾ ਕਿ ਲੈ ਭਾਈ ਬਿਮਾਰ ਨੂੰ ਖਿਲਾ ਦਿਓ, ਹਾਲ ਚਾਲ ਪੁੱਛ ਕੇ ਚਲੇ ਜਾਣਗੇ। ਪਰ ਜਦੋਂ ਫਕੀਰ ਆਉਂਦੇ ਹੈ, ਉਹਨਾਂ ਦਾ ਆਣਾ ਕੋਈ ਰਿਸ਼ਤੇਦਾਰੀ ਵਾਲਾ ਆਣਾ ਨਹੀਂ ਹੁੰਦਾ। ਜੇ ਅਸੀਂ ਆਏ ਆ ਨਾ ਕਹਿ ਕੇ ਮਾਲਕਾਂ ਦੇ ਸਿਰ ਤੇ ਹੱਥ ਰੱਖਿਆ, ਹੱਥ ਰੱਖਣ ਤੋਂ ਬਾਅਦ ਫਿਰ ਮਾਲਕ ਕਹਿਣ ਲੱਗੇ ਲੈ ਠਾकुर 15 दिन ਹੋ ਗਏ ਤੈਨੂੰ, ਤੂੰ ਬਿਸਤਰ ਤੋਂ ਨਹੀਂ ਉੱਠਿਆ, ਹੁਣ ਤੂੰ ਉੱਠ ਕੇ ਸਾਰੇ ਕੰਮ ਕਰੂੰਗਾ, ਹੁਣ ਅਸੀਂ ਚਲੀਏ। ਕਹਿੰਦੇ ਠਾकुर ਤਾਂ ਸ਼ਾਮ ਤੱਕ ਠੀਕ ਹੋ ਗਿਆ, ਪਰ ਮਾਲਕਾਂ ਨੂੰ ਆਂਦੇ ਨੂੰ ਬੁਖਾਰ ਹੋ ਗਿਆ ਦਰਬਾਰ ਤੇ, ਕਿਉਂਕਿ ਇਹ ਹੁੰਦਾ ਆਪਣੇ ਪਿਆਰਿਆਂ ਦਾ ਦੁੱਖ ਲੈਣਾ। ਇਹ ਤਾਂ ਦੁਨੀਆ ਤੇ ਕੋਈ ਦੁੱਖ ਹੈ ਲੈਂਦਾ, ਦੁੱਖ ਦੇਣਾ ਤਾਂ ਹਰ ਕੋਈ ਜਾਣਦਾ, ਪਰ ਦੁੱਖ ਲੈਣਾ ਤਾਂ ਉਹਦੇ ਪਿਆਰੇ ਹੀ ਜਾਣਦੇ ਆ। ਦਿੱਤੀਆਂ ਕਿ ਨਹੀਂ ਗੁਰੂਆਂ ਨੇ ਦੂਜਿਆਂ ਦੀ ਖਾਤਰ ਕੁਰਬਾਨੀਆਂ, ਬੋਲੋ ਸਮਝਦੇ ਹੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਕਿਹਦੀ ਖਾਤਰ? ਜਰਾ ਸੋਚ ਕੇ ਦੇਖੋ। ਇਹੀ ਤਾਂ ਗੁਰੂ ਰਹਿਬਰ ਰੱਬ ਦੇ ਪਿਆਰਿਆਂ ਦਾ ਕਰਮ ਹੁੰਦਾ ਹੈ। ਉਹ ਹਮੇਸ਼ਾ ਦੂਜਿਆਂ ਦੇ ਜੀਵਨ 'ਚ ਖੁਸ਼ੀਆਂ ਭਰਨ ਦੀ ਖਾਤਰ, ਦੂਜਿਆਂ ਦੇ ਜੀਵਨ 'ਚ ਰੰਗ ਭਰਨ ਦੀ ਖਾਤਰ ਬੜੇ ਬੜੇ ਦੁੱਖ ਝੱਲਣ ਨੂੰ ਉਹ ਤਿਆਰ ਹੋ ਜਾਂਦੇ ਆ। ਇਸ ਲਈ ਜੇ ਤੁਹਾਡੇ ਜੀਵਨ 'ਚ ਵੀ ਕੋਈ ਦੁੱਖ ਹੈ, ਤੁਹਾਡੇ ਜੀਵਨ 'ਚ ਵੀ ਕੋਈ ਚਿੰਤਾ ਹੈ, ਕੋਈ ਟੈਨਸ਼ਨ ਹੈ, ਪਰੇਸ਼ਾਨੀ ਹੈ, ਤਾਂ ਫਿਕਰ ਕਰਨ ਦੀ ਲੋੜ ਨਹੀਂ, ਬਸ ਵਿਸ਼ਵਾਸ ਦੀ ਜ਼ਰੂਰਤ ਹੈ। ਜਿੱਦਾਂ ਦੱਸਿਆ ਕਿ ਜਦੋਂ ਵਿਸ਼ਵਾਸ ਨਾਲ ਇਨਸਾਨ ਦਾਤੇ ਦੇ ਘਰ ਤੱਕ ਪਹੁੰਚ ਜਾਂਦਾ ਨਾ, ਤਾਂ ਦਾਤਾਂ ਦੀ ਕਮੀ ਉਹਨੂੰ ਰਹਿੰਦੀ ਨਹੀਂ ਹੈ। ਤੇ ਜੇ ਮੰਗਤਿਆਂ ਦੇ ਕੋਲ ਹੀ ਬੰਦਾ ਘੁੰਮੀ ਜਾਵੇ, ਮੰਗਤਿਆਂ ਦੇ ਪਿੱਛੇ ਬੰਦਾ ਦੌੜਾ ਫਿਰਦਾ ਰਵੇ, ਤਾਂ ਜਿਹੜਾ ਆਪ ਮੰਗਤਾ ਹੈ ਉਹਨਾਂ ਦੂਜੇ ਨੂੰ ਕੀ ਦੇਣਾ ਹੈ? ਮੰਗਤਿਆਂ ਕੋਲੋਂ ਮੰਗਣ ਵਾਲਾ ਰਹਿੰਦਾ ਹਮੇਸ਼ਾ ਖਾਲੀ, ਉਹ ਕੀ ਦੇਵੇ? ਦਾਤ ਮੁਹੰਮਦ ਜਿਹੜਾ ਆਪ ਸਵਾਲੀ, ਦਾਤਾ ਤਾਂ ਦਾਤਾ ਹੀ ਦੇ ਸਕਦਾ ਹੈ, ਸਵਾਲੀ ਮੰਗਤੇ ਦਾਤਾ ਨਹੀਂ ਦੇ ਸਕਦੇ। ਇਸ ਲਈ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ। ਮਾਲਿਕ ਯਾਨੀ ਉਹ ਪਰਮਾਤਮਾ, ਉਹ ਪ੍ਰਭੂ, ਉਹ ਵਾਹਿਗੁਰੂ, ਨਾਮ ਉਹਦੇ ਅਨੇਕਾਂ ਹੀ ਹੈ, ਪਰ ਇਸ਼ਾਰਾ ਉਹਦੀ ਤਰਫ ਹੈ ਕਿ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੀਏ, ਯਕੀਨ ਰੱਖੀਏ ਕਿ ਮੇਰਾ ਮਾਲਿਕ ਮੇਰੇ ਜੇ ਉਹਨੂੰ ਨਾਲ ਮਹਿਸੂਸ ਕਰੋਗੇ, ਤੁਹਾਡੀ ਤਰਫ ਕੋਈ ਦੁੱਖ ਆਂਦਾ ਵੀ ਹੈ ਨਾ, ਤਾਂ ਦੁੱਖ ਨੂੰ ਆਪਣੇ ਬੱਚੇ ਨੂੰ ਇਦਾਂ, ਜਿੱਦਾਂ ਕਦੀ ਬਾਪ ਦੇਖਦਾ ਨਾ ਸਾਹਮਣੇ ਕੋਈ ਤਕਲੀਫ ਦੇਣ ਵਾਲੀ ਚੀਜ਼, ਆਪਣੇ ਬੱਚੇ ਨੂੰ ਗੋਚ ਚੱਕ ਲੈਂਦਾ ਹੈ ਕਿ ਮੇਰੇ ਬੱਚੇ ਨੂੰ ਕੋਈ ਤਕਲੀਫ ਨਾ ਆਵੇ, ਇਦਾਂ ਹੀ ਉਹ ਵੀ ਸੰਭਾਲ ਕਰਦਾ ਹੈ। ਤਾਂ ਹੀ ਤਾਂ ਕਹਿੰਦੇ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਿ ਜਿਹਨਾਂ ਤੈਨੂੰ ਪੈਦਾ ਕੀਤਾ ਉੱਤੇ ਵਿਸ਼ਵਾਸ ਰੱਖ, ਜੇ ਤੈਨੂੰ ਜਨਮ ਦੇ ਸਕਦਾ ਤੇਰੀ ਸੰਭਾਲ ਵੀ ਉਹ ਜ਼ਰੂਰ ਕਰੇਗਾ। ਸੋ ਅੱਜ ਤੋਂ ਨੇਕੀਆਂ ਕਰਨੀਆਂ ਹੈ, ਨੇਕ ਮਾਰਗ ਤੇ ਚੱਲਣਾ ਹੈ, ਉਹ ਕਰਮ ਕਰਨੇ ਜਿਨ੍ਹਾਂ ਤੁਹਾਡੇ ਹਿਰਦੇ 'ਚ ਬੈਠਾ ਤੁਹਾਡਾ ਮਾਲਿਕ, ਤੁਹਾਡਾ ਪਰਮਾਤਮਾ ਖੁਸ਼ ਹੋ ਸਕੇ। ਕਿਉਂਕਿ ਜਦੋਂ ਉਹ ਖੁਸ਼ ਹੈ ਤਾਂ ਫਿਰ ਤੁਹਾਡੇ ਜੀਵਨ 'ਚ ਖੁਸ਼ੀਆਂ ਆਪੇ ਹੀ ਆਣੀਆਂ ਸ਼ੁਰੂ ਹੋ ਜਾਣਗੀਆਂ। ਬੋਲੋ ਸਮਝ ਗਏ ਕਿ ਨਹੀਂ? ਇਸ ਲਈ ਵਿਸ਼ਵਾਸ ਰੱਖੋ, ਭਰੋਸਾ ਰੱਖੋ, ਔਰ ਜਿੱਦਾਂ ਪਹਿਲਾਂ ਕਿਹਾ ਕਿ ਕਹਿ ਦਿਓ ਕਿ ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ। ਤਾਂ ਜਾਓ ਫਿਰ ਭਰ ਗਈਆਂ। ਬਸ ਵਿਸ਼ਵਾਸ ਰੱਖੋ ਤਾਂ ਫਿਰ ਇਨਸਾਨ ਨੂੰ ਮਾਲਿਕ ਭਰਪੂਰ ਕਰਕੇ ਭੇਜਦਾ ਹੈ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ
ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਇਹ ਵੀ ਦੱਸਣਾ ਚਾਹਾਂਗੇ ਕਿ ਜਿੱਦਾਂ ਤੁਹਾਨੂੰ ਪ੍ਰੋਗਰਾਮ ਬਾਰੇ ਦੱਸਿਆ ਕਿ 28 ਤਰੀਕ ਨੂੰ ਇੱਕ ਸਾਲਾਨਾ ਪ੍ਰੋਗਰਾਮ ਆ ਰਿਹਾ ਹੈ, ਕਿਉਂਕਿ 161 ਫੁੱਟ ਉੱਚਾ ਨਿਸ਼ਾਨ ਸਾਹਿਬ ਦਰਬਾਰ ਤੇ ਤਿਆਰ ਹੋ ਰਿਹਾ, ਜਿਹਦੀ ਚੜ੍ਹਾਈ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ 27 28 ਇਹ 2 ਦਿਨ ਦਾ ਬਹੁਤ ਬੜਾ ਪ੍ਰੋਗਰਾਮ ਦਰਬਾਰ ਦੇ ਉੱਪਰ ਹੈ, ਸਾਲਾਨਾ ਮੇਲਾ ਹੈ। 27 ਨੂੰ ਸ਼ੋਭਾ ਯਾਤਰਾ ਵੀ ਹੋਣੀ ਹੈ, ਫਿਰ ਰਾਤ ਦਾ ਵੀ ਸਤਸੰਗ ਹੈ, ਫਿਰ 28 ਨੂੰ ਤਾਂ ਨਿਸ਼ਾਨ ਸਾਹਿਬ ਦੀ ਚੜ੍ਹਾਈ ਹੈ। ਇਸ ਕਰਕੇ ਕੋਸ਼ਿਸ਼ ਕਰੋ, ਜਿੱਦਾਂ ਅੱਜ ਤੁਸੀਂ ਸਾਰੇ ਜੀ ਹੋਮ ਹਮਾ ਕੇ ਪਹੁੰਚੇ ਹੋ, ਜੇ ਪਹੁੰਚੇ ਹੋ ਤਾਂ ਤੁਹਾਨੂੰ ਕੀ ਪਤਾ ਤੁਸੀਂ ਕੀ ਕੁਝ ਲੈ ਚੱਲੇ ਹੋ, ਸਮਝਦੇ ਹੋ ਕਿ ਨਹੀਂ। ਇਸ ਕਰਕੇ ਕੋਈ ਖਾਸ ਪਲ, ਖਾਸ ਘੜੀਆਂ ਹੁੰਦੀਆਂ, ਜਦੋਂ ਉਹਨਾਂ ਪਲਾਂ, ਉਹਨਾਂ ਘੜੀਆਂ 'ਚ ਇਨਸਾਨ ਮਾਲਕ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਗਾਉਂਦਾ ਹੈ, ਤਾਂ ਫਿਰ ਇਨਸਾਨ ਉਹ ਸਾਰੀਆਂ ਖੁਸ਼ੀਆਂ ਪਾ ਲੈਂਦਾ ਜਿਹਨਾਂ ਦੀ ਤਲਾਸ਼ ਉਹ ਕਰ ਰਿਹਾ ਹੈ। ਬੋਲੋ ਸਮਝਦੇ ਹੋ ਕਿ ਨਹੀਂ। ਇਸ ਲਈ ਜੇ ਹਿੰਮਤ ਚਾਹੀਦੀ ਹੈ, ਤਾਕਤ ਚਾਹੀਦੀ ਹੈ, ਹੌਸਲਾ ਚਾਹੀਦਾ ਨਾ, ਤਾਂ ਉਹਦੀ ਰਹਿਮਤ ਦੀ ਲੋੜ ਹੈ। ਇਹ ਤਾਂ 102 ਬੁਖਾਰ ਹੋਵੇ ਤਾਂ 1.5 ਘੰਟਾ ਬੋਲਣਾ ਕੋਈ ਸੌਖਾ ਨਹੀਂ ਹੈ, ਸਮਝਦੇ ਹੋ ਕਿ ਨਹੀਂ। ਇੱਥੇ ਬੰਦੇ ਨੂੰ 100 ਹੀ ਬੁਖਾਰ ਹੋਵੇ ਤਾਂ ਬੰਦਾ ਕਹਿੰਦਾ ਚੱਕਰ ਆਉਂਦੇ, ਹਿੱਲ ਨਹੀਂ ਸਕਦਾ ਮੈਂ। ਪਰ ਜਦੋਂ ਉਹਦੀ ਰਹਿਮਤ ਨਾਲ ਜੁੜ ਜਾਂਦਾ, ਬੜੇ ਬੜੇ ਦੁੱਖ ਵੀ ਫਿਰ ਛੋਟੇ ਹੋਣੇ ਸ਼ੁਰੂ ਹੋ ਜਾਂਦੇ, ਫਿਰ ਇਨਸਾਨ ਪਰਵਾਹ ਹੀ ਨਹੀਂ ਕਰਦਾ, ਕਿਉਂਕਿ ਪਤਾ ਉਹਦੀ ਰਹਿਮਤ ਬਹੁਤ ਬੜੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਰਹਿਮਤ, ਇਹ ਬਰਕਤ, ਇਹ ਬਖਸ਼ਿਸ਼, ਇਹ ਹਿੰਮਤ, ਇਹ ਹੌਸਲਾ ਤੁਹਾਡੇ ਅੰਦਰ ਵੀ ਭਰ ਦਈਏ, ਕਿਉਂਕਿ ਜ਼ਿੰਦਗੀ ਮਿਲੀ ਹੈ ਤਾਂ ਜੇ ਆਨੰਦ ਨਾਲ ਨਾ ਜੀਏ ਤਾਂ ਫਿਰ ਜ਼ਿੰਦਗੀ ਦਾ ਫਾਇਦਾ ਕੀ ਹੈ। ਜੇ ਜੀਵਨ 'ਚ ਖੁਸ਼ੀਆਂ ਨਾ ਹੋਈਆਂ ਤਾਂ ਜੀਵਨ ਦਾ ਫਾਇਦਾ ਕੀ ਹੈ। ਇਸ ਲਈ ਜੇ ਜੀਵਨ ਉਹ ਮਾਲਿਕ ਦੇ ਨਾਲ ਜੁੜ ਕੇ ਖੁਸ਼ੀਆਂ ਨਾਲ ਭਰਪੂਰ ਹੁੰਦਾ ਤਾਂ ਫਿਰ ਢੇਰ ਨਾ ਲਾਈਏ। ਸੋ ਕੋਸ਼ਿਸ਼ ਕਰੋ 28 ਤਰੀਕ ਨੂੰ ਸਾਰਿਆਂ ਨੂੰ ਹੁਮ ਹਮਾ ਕੇ ਪਹੁੰਚਣਾ ਹੈ, ਔਰ ਪਹੁੰਚ ਕੇ ਆਪਣੀ ਝੋਲੀ ਨੂੰ ਆਪਣੀਆਂ ਮਾਲਕ ਦੀਆਂ ਰਹਿਮਤਾਂ ਨਾਲ ਅਸੀਂ ਭਰਪੂਰ ਕਰਨਾ ਹੈ। ਬੋਲੋ ਸਮਝ ਗਏ ਕਿ ਨਹੀਂ, ਪਹੁੰਚੋਗੇ ਕਿ ਨਹੀਂ। ਸੋ ਯਾਦ ਰੱਖਣਾ ਹੈ 28 ਤਰੀਕ, 27 ਔਰ 28 ਇਹ 2 ਪ੍ਰੋਗਰਾਮ ਹੈ, 2 ਦਿਨ ਦੇ ਪ੍ਰੋਗਰਾਮ ਹੈ। ਜਿਹੜੇ ਇੱਕ ਦਿਨ ਪਹਿਲਾਂ ਆ ਸਕਦੇ ਆ, ਰਾਤ ਰਹਿਣ ਦਾ ਵੀ, ਖਾਣ ਪੀਣ ਦਾ ਵੀ, ਹਰ ਚੀਜ਼ ਦਾ ਦਰਬਾਰ ਤੇ ਪੂਰਾ ਪ੍ਰਬੰਧ ਹੈ। ਪਰ ਹਾਂ, ਜੇ ਕਿਸੇ ਕਾਰਨ ਅਸੀਂ ਇੱਕ ਦਿਨ ਪਹਿਲਾਂ ਨਹੀਂ ਆ ਸਕਦੇ ਤਾਂ ਫਿਰ 28 ਨੂੰ ਸਵੇਰੇ ਜ਼ਰੂਰ ਪਹੁੰਚੋ, ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ ਤਾਂ ਮਾਲਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰੋ। ਔਰ ਹੁਣ ਅੰਤ ਵਿੱਚ ਇਹੀ ਉਸ ਮਾਲਕ ਦੇ ਅੱਗੇ ਬੇਨਤੀ ਕਰਾਂਗੇ ਕਿ ਮਾਲਕ ਤੁਹਾਡੀਆਂ ਸਭ ਦੀਆਂ ਤਕਲੀਫਾਂ ਨੂੰ, ਦੁੱਖਾਂ, ਦਰਦਾਂ ਨੂੰ, ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰਨ, ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਮਾਲਕ ਖੁਸ਼ੀਆਂ ਨਾਲ ਭਰਪੂਰ ਕਰਨ। ਆਪਣੀ ਰਹਿਮਤ, ਆਪਣੀ ਬਖਸ਼ਿਸ਼, ਆਪਣੀ ਕਿਰਪਾ, ਦਇਆ, ਮਿਹਰ ਮਾਲਕ ਹਮੇਸ਼ਾ ਹੀ ਤੁਹਾਡੇ ਤੇ ਬਣਾਏ ਰੱਖੇ। ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ, ਕਾਮਯਾਬੀ, ਸਫਲਤਾ ਭਰਿਆ ਆਵੇ, ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਹੀ ਮਾਲਕ ਤੁਹਾਡੇ ਤੇ ਬਣਾਏ ਰੱਖਣ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਾਸਤੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾ ਦੀ। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी की लेटेस्ट सत्संग की वीडियो को सबसे पहले देखने के लिए।